संत का मार्ग धर्म की पौड़ी, को बड पागी पाए। कोट जन्म के किल बिख नासे, हर चरणी चित लाए। संतो राम नाम निस्तरियै, उठत बैठत हर हर ध्यायै। अनदिन सुकृत करियै। रामकली महला पहला सिद्ध गोष्ठ। एक ओंकार सतगुर प्रसाद। सिद्ध सभा कर आसन बैठे, संत सभा जयकारो। तिस आगे रह रास हमारी, साचा अपर अपारो। मस्तक काढ़ धरी सिर आगे, तन मन आगे देओ। नानक संत मिलै सच पाइयै, सहज पाए जस लियो। क्या पवियै सच सूचा होए, साच शब्द बिन मुक्त न कोय। रहाओ कवन तुम्हें क्या नाम तुम्हारा, कौन मार्ग कौन सुआओ। साच कहो अरदास हमारी, हों संत जना बल जाओ। कह बैसो कह रहिए बाले, कह आवो कह जाओ। नानक बोले सुन बैरागी, क्या तुम्हारा राहो। वाहिगुरु जी का खालसा, वाहिगुरु जी की फतेह। गुरबाणी विचार ਦੇ ਸਮੁੱਚੇ ਗੁਰਮੁਖ ਜਨੋ ਤੇ ਬਾਕੀ ਵੀ ਸਾਰੀ ਸਾਧ ਸੰਗਤ ਜੀਓ, ਗੁਰੂ ਖਾਲਸਾ ਜੀਓ। ਆਪ ਜੀ ਦੇ ਚਰਨਾਂ ਦੇ ਵਿੱਚ ਸਨਿਮਰ ਬੇਨਤੀ ਵਿਚਾਰ ਹਾਜ਼ਰ ਹੈ। ਸਿੱਧ ਗੋਸ਼ਟ ਬਾਣੀ ਆਰੰਭ ਕਰ ਰਹੇ ਹਾਂ। ਬਾਣੀ ਗੰਭੀਰ ਜ਼ਰੂਰ ਹੈ, ਪਰ ਜੇ ਸਮਝਿਆ ਜਾਏ, ਮਾਈਂਡ ਅਪਲਾਈ ਕੀਤਾ ਜਾਵੇ ਤਾਂ ਸਮਝ ਆ ਵੀ ਜਾਂਦੀ ਹੈ। ਜਿੰਨੀ ਵੀ ਆਵੇ ਗੁਰੂ ਕਿਰਪਾ ਕਰੇ। ਸੋ ਸਨਿਮਰ ਬੇਨਤੀ ਹੈ, ਜ਼ਰੂਰ ਧਿਆਨ ਦੇ ਨਾਲ ਸੁਣੀ ਜਾਵੇ। ਸਿੱਧ ਸਭਾ ਕਰ ਆਸਣ ਬੈਠੇ, ਸੰਤ ਸਭਾ ਜੈਕਾਰੋ। ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਆਪਣਾ ਦੀਵਾਨ ਸਜਾਇਆ ਤਾਂ ਸਾਰੇ ਹੀ ਸਿੱਧ ਆਪਣੇ ਆਸਣ 'ਚ ਆ ਕੇ ਬੈਠ ਗਏ। ਆਸਣ ਤੋਂ ਮਤਲਬ ਹੈ ਜਿਵੇਂ ਜਿਵੇਂ ਉਹਨਾਂ ਦੇ ਆਸਣ ਵਿੱਚ ਉਹ ਬਹਿੰਦੇ ਹੁੰਦੇ ਸੀਗੇ ਤਪੱਸਿਆ ਕਰਨ ਵਾਸਤੇ। ਤਿਸ ਆਗੇ ਰਹਿਰਾਸ ਹਮਾਰੀ, ਸਾਚਾ ਅਪਰ ਅਪਾਰੋ। ਉਸ ਸੱਚੇ ਦੇ ਅੱਗੇ ਸਾਡੀ ਅਰਦਾਸ ਹੈ। ਉਹ ਸੱਚਾ ਹੈ, ਅਪਰ ਹੈ, ਅਪਾਰ ਹੈ, ਉਹਦੇ ਅੱਗੇ ਅਰਦਾਸ। ਮਸਤਕ ਕਾਢ ਧਰੀ ਤਿਸ ਆਗੇ, ਤਨ ਮਨ ਆਗੇ ਦਿਓ। ਉਸ ਸੱਚੇ ਦੇ ਅੱਗੇ ਸਿਰ ਕੱਟ ਕੇ ਰੱਖ ਦਈਏ, ਮਤਲਬ ਹੈ ਉਹਨੂੰ ਸਮਰਪਿਤ ਹੋ ਜਾਈਏ, ਆਪਣੀ ਸੋਚ ਨੂੰ ਉਹਦੇ ਅੱਗੇ ਸਮਰਪਿਤ ਕਰ ਦਈਏ। ਤਨ ਵੀ ਮਨ ਵੀ ਉਹਦੇ ਅੱਗੇ ਸੌਂਪ ਦਈਏ। ਨਾਨਕ ਸੰਤ ਮਿਲੈ ਸੱਚ ਪਾਈਐ, ਸਹਿਜ ਪਾਏ ਜਸ ਲਿਓ। ਜੇ ਸੰਤ ਮਿਲ ਜੇ ਤਾਂ ਸੱਚ ਨੂੰ ਪਾਇਆ ਜਾ ਸਕਦਾ। ਔਰ ਫਿਰ ਸਹਿਜ ਸੁਭਾਅ ਜਿਹੜੀ ਵਡਿਆਈ ਹੋਊਗੀ, ਜਸ ਹੁੰਦਾ ਹੈ, ਉਹ ਤਾਂ ਮਿਲਦਾ ਹੈ। ਤ੍ਰੈ ਗੁਣਾ 'ਚ ਨਹੀਂ ਮਿਲਦਾ ਇਹ ਸੱਚ, ਨਾ ਜਸ ਹੁੰਦਾ। ਸਾਧ ਸੰਗਤ ਜੀ, ਉਹ ਇਹ ਜਿਹੜੀ ਵਿਚਾਰ ਸਿੱਧ ਗੋਸ਼ਟ ਦੀ, ਇਹਦੇ ਬਾਰੇ 'ਚ ਦੋ ਵਿਚਾਰਾਂ ਚੱਲਦੀਆਂ। ਜਿਹੜੀ ਪੁਰਾਣਕ ਵਿਚਾਰ ਹੈ ਸੰਪਰਦਾਇਕ, ਉਹ ਤਾਂ ਕਹਿੰਦੀ ਹੈ ਵੀ ਸੁਮੇਰ ਪਰਬਤ ਦੇ ਉੱਪਰ ਗੋਰਖ ਹਟੜੀ, ਉੱਥੇ ਵਿਚਾਰ ਹੋਈ ਹੈ। ਭਾਈ ਗੁਰਦਾਸ ਜੀ ਨੇ ਜ਼ਿਕਰ ਕਰਿਆ ਵੀ ਇਹ ਅਚਲ ਬਟਾਲੇ ਦੀ ਧਰਤੀ 'ਤੇ ਹੋਈ ਹੈ, ਜਿੱਥੇ ਸ਼ਿਵਰਾਤ ਦਾ ਮੇਲਾ ਲੱਗਿਆ ਹੋਇਆ ਸੀ। ਚਲੋ ਆਪਾਂ ਸਿਰਫ ਆਪਣੀ ਜ਼ਿੰਦਗੀ ਨੂੰ ਸਫਲ ਕਰਨ ਖਾਤਰ ਉਹ ਫਲਸਫਾ ਸਮਝਣਾ ਹੈ, ਆਪਣੇ ਅੰਦਰ ਗ੍ਰਹਿਣ ਕਰਨਾ ਹੈ, ਜਿਹੜਾ ਇਸ ਵਿਚਾਰ ਦੇ ਨਾਲ ਸੰਬੰਧਿਤ ਹੈ। ਬਾਕੀ ਕੰਮ ਇਤਿਹਾਸਕਾਰਾਂ ਦਾ ਵੀ ਕਿੱਥੇ ਹੋਈ ਹੈ ਵਿਚਾਰ। ਕਿਆ ਭਵੀਐ ਸੱਚ ਸੁੱਚਾ ਹੋਏ। ਜਿਹੜਾ ਇਹ ਫਿਰਕਾ ਸੀ ਸਿੱਧਾਂ ਵਾਲਾ, ਇਹ ਤੁਰਦੇ ਫਿਰਦੇ ਰਹਿੰਦੇ ਸੀਗੇ। ਨਾਤ ਫਿਰਿਓ ਲੀਏ ਸਾਤ ਸਮੁੰਦਰਨ, ਯਾਨੀ ਦੂਰ ਦੂਰ ਤੱਕ 68 ਤੀਰਥਾਂ ਪਰ ਜਗ੍ਹਾ ਜਗ੍ਹਾ ਜਾ ਕੇ, ਪਹਾੜਾਂ 'ਚ ਕੰਦਰਾਂ 'ਚ ਇਹ ਢੂੰਡਦੇ ਸੀ ਰੱਬ ਨੂੰ।
ਤੋ ਗੁਰੂ ਮਹਾਰਾਜ ਫਰਮਾਉਂਦੇ ਆ ਵੀ ਕਿਆ ਭਵੀਏ, ਕਿਉਂ ਫਿਰਦੇ ਆਲੇ ਦੁਆਲੇ। ਸੱਚ ਵਿੱਚ ਸੁੱਚਾ ਹੋਣਾ ਹੈ, ਰੱਬ ਦੇ ਨਾਮ ਵਿੱਚ ਸੁੱਚਾ ਹੋਣਾ ਹੈ, ਨਾ ਕਿ ਭ੍ਰਮਣ ਕਰਨੇ ਦੇ ਨਾਲ ਸੁੱਚਾ ਹੋਣਾ। ਸਾਚ ਸ਼ਬਦ ਬਿਨ ਮੁਕਤ ਨਾ ਕੋਈ। ਉਸ ਸੱਚੇ ਸ਼ਬਦ ਤੋਂ ਬਿਨਾਂ, ਨਾਮ ਤੋਂ ਬਿਨਾਂ ਮੁਕਤੀ ਕਿਸੇ ਦੀ ਨਹੀਂ ਹੈ ਭਾਈ। ਜਿੰਨਾ ਮਰਜ਼ੀ ਫਿਰੀ ਜਾਓ, ਜੋ ਕੁਛ ਕਰੋ, ਨਹੀਂ ਇਸ ਤਰ੍ਹਾਂ ਕੁਛ ਵੀ ਹੁੰਦਾ। ਰਹਾਓ ਕਵਨ ਤੁਮੇ ਕਿਆ ਨਾਉ ਤੁਮਹਾਰਾ। ਹੁਣ ਸਿੱਧ ਪੁੱਛਦੇ ਆ ਬਈ ਬਾਲਕੇ ਗੁਰੂ ਨਾਨਕ ਪਾਤਸ਼ਾਹ ਨੂੰ ਕਹਿ ਰਹੇ ਹੋ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਉਮਰ ਸੀਗੀ, ਆਯੂ ਸਿੱਧਾਂ ਨਾਲੋਂ ਘੱਟ ਸੀਗੀ। ਤੇ ਸਿੱਧ ਵੈਸੇ ਵੀ ਆਪਣੀ ਸਿੱਧੀ ਦੇ ਹੰਕਾਰ ਦੇ ਵਿੱਚ ਸੀਗੇ। ਗੁਰੂ ਨਾਨਕ ਸਾਹਿਬ ਨੂੰ ਛੋਟਾ ਕਰਕੇ ਬੁਲਾ ਰਹੇ। ਕਵਨ ਤੁਮੇ ਕਿਆ ਨਾਉ ਤੁਮਹਾਰਾ, ਤੇਰਾ ਨਾਂ ਕੀ ਹੈ, ਕੌਣ ਹੈ ਤੂੰ, ਕੌਣ ਮਾਰਗ ਕੌਣ ਸੁਆਓ, ਕਿਹੜਾ ਤੇਰਾ ਮਾਰਗ ਹੈ, ਕਿਸ ਰਸਤੇ ਤੇ ਤੂੰ ਚੱਲ ਰਿਹਾ ਹੈ, ਕਿਆ ਤੇਰਾ ਪ੍ਰਯੋਜਨ ਹੈ, ਮਤਲਬ ਤੂੰ ਕਿਹੜੀ ਸਿੱਖਿਆ ਤੇ ਲਈ ਹੋਈ ਹੈ, ਉਹ ਸਾਨੂੰ ਦੱਸ। ਸਾਚ ਕਹੂੰ ਅਰਦਾਸ ਹਮਾਰੀ, ਹਉ ਸੰਤ ਜਨਾ ਬਲ ਜਾਉ। ਤੋ ਕਹਿ ਰਹੇ ਹੈ ਸਿੱਧ, ਇਹ ਸਾਡੀ ਬੇਨਤੀ ਹੈ, ਅਸੀਂ ਸੰਤ ਜਨਾਂ ਤੋਂ ਬਲ ਜਾਂਦੇ ਹਾਂ, ਪਰ ਸਾਨੂੰ ਆਪਣਾ ਮਾਰਗ ਦੱਸ, ਆਪਣਾ ਮਨੋਰਥ ਦੱਸ। ਕਹਿ ਬੈਸੋਂ ਕਹਿ ਰਹੀ ਹੈ ਬਾਲੇ, ਕਹਿ ਆਵੋ ਕਹਿ ਜਾਓ। ਉਹ ਬਲ ਕੇ ਤੂੰ ਕਿੱਥੇ ਬੈਠਣਾ ਹੈ, ਕਿੱਥੋਂ ਆਉਣਾ ਹੈ, ਕਿੱਥੇ ਤੈਂ ਜਾਣਾ ਹੈ, ਤੇਰਾ ਮਨੋਰਥ ਕਿਆ ਹੈ, ਸਾਨੂੰ ਇਹ ਗੱਲ ਸਮਝਾ। ਨਾਨਕ ਬੋਲੇ ਸੁਣ ਬੈਰਾਗੀ, ਕਿਆ ਤੁਮਾਰਾ ਰਾਹੋ। ਹੁਣ ਗੁਰੂ ਨਾਨਕ ਪਾਤਸ਼ਾਹ ਫਰਮਾ ਰਹੇ ਹੈ ਕਿ ਸਾਨੂੰ ਇਹ ਕਿਹਾ ਗਿਆ ਵੀ ਉਹ ਬੈਰਾਗੀ ਦੱਸ ਤੇਰਾ ਕਿਹੜਾ ਰਸਤਾ। ਤੋ ਸਾਧ ਸੰਗਤ ਜੀਓ, ਸੰਤ ਸਭਾ ਗੁਰੂ ਨਾਨਕ ਸਾਹਿਬ ਦੀ, ਕਿਉਂਕਿ ਉਹ ਜਿਹੜੇ ਸਿੱਧਾਂ ਦੀ ਨਿਗਾਹ ਸੀਗੀ, ਅਜੇ ਉਹਨਾਂ ਨੂੰ ਸੰਤ ਕਰਕੇ ਤਾਂ ਉਹ ਦੇਖ ਰਹੇ ਸੀਗੇ, ਲੇਕਿਨ ਗੁਰੂ ਨਹੀਂ ਸੀ ਮੰਨਣ ਨੂੰ ਤਿਆਰ ਅਜੇ। ਅਜੇ ਤਾਂ ਉਹ ਪਰਖਣਾ ਚਾਹੁੰਦੇ ਸੀਗੇ ਵੀ ਕਿਹੜਾ ਤੇਰਾ ਰਸਤਾ ਹੈ, ਕੌਣ ਤੇਰਾ ਗੁਰੂ ਹੈ, ਕਿਆ ਨਾਮ ਹੈ, ਕਿਹੜਾ ਤੇਰਾ ਮਨੋਰਥ ਹੈ। ਅਸੀਂ ਉਹ ਸਮਝਦੇ ਸੀਗੇ ਵੀ ਅਸੀਂ ਤਾਂ ਪੁੱਗੇ ਹੋਏ ਜੋਗੀ ਹਾਂ, ਅਸੀਂ ਤਾਂ ਬਹੁਤ ਪ੍ਰਾਪਤੀਆਂ ਕਰੀਆਂ ਹੋਈਆਂ ਤੇ ਸਿੱਧੀਆਂ ਸਾਡੇ ਕੋਲ ਹੈ, ਤੂੰ ਤੇਰਾ ਮਾਰਗ ਦੱਸ ਕਿਹੜਾ ਹੈ। ਉਹ ਅੱਗੇ ਸਾਰੀ ਵਿਚਾਰ 'ਚ ਫਿਰ ਚਲਦੀ ਚਲੇ ਜਾਏਗੀ। ਸਿੱਧ ਪ੍ਰਸ਼ਨ ਕਰਨਗੇ, ਗੁਰੂ ਨਾਨਕ ਪਾਤਸ਼ਾਹ ਉਹਨਾਂ ਦੇ ਉੱਤਰ ਦਿੰਦੇ ਜਾਣਗੇ। ਸੋ ਵਿਚਾਰ ਇਹੀ ਹੈ ਬਈ ਸਾਧ ਸੰਗਤ ਜੀਓ, ਜਿਵੇਂ ਈੜਾ ਪਿੰਗਲਾ ਔਰ ਸੁਖਨਾ ਦੀ ਵਿਚਾਰ ਅੱਗੇ ਵੀ ਆਉਣੀ ਹੈ, ਗੁਰਬਾਣੀ 'ਚ ਵੈਸੇ ਵੀ ਆਉਂਦੀ ਹੈ। ਉੱਥੋਂ ਸਾਨੂੰ ਕੁਛ ਸ਼ੰਕਾ ਜਿਹਾ ਹੋ ਜਾਂਦਾ ਹੈ ਵੀ ਇਹ ਬਾਣੀ ਦੇ ਵਿੱਚ ਆ ਰਹੀ ਹੈ, ਭਗਤਾਂ ਨੇ ਕਰੀ ਹੈ, ਵੀ ਸ਼ਾਇਦ ਇਹ ਮਤਲਬ ਅਸਲੀਅਤ ਹੈ, ਇਹਨੂੰ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਦੀ ਬਾਤ ਨਹੀਂ ਗੁਰਬਾਣੀ ਨੇ ਪਾਈ ਹੋਈ। ਹਵਾਲਾ ਦਿੱਤਾ ਹੈ, ਕਰਨ ਖਾਤਰ ਨਹੀਂ ਕਿਹਾ ਹੈ। ਨਾਦ ਸੱਤ ਭੇਦਿਆ, ਚੰਦ ਸੱਤ ਭੇਦਿਆ, ਨਾਦ ਸੱਤ ਪੂਰਿਆ, ਸੂਰ ਸੱਤ ਖੋਟ ਸਾ ਦੱਤ ਕੀਆ। ਜੈਦੇਵ ਜੀ ਦੇ ਸ਼ਬਦ ਵਿੱਚ ਆਉਂਦਾ ਵੀ ਖੱਬੀ ਨਾਸ ਦੇ ਰਾਹੀਂ ਸਵਾਸ ਚੜ੍ਹਾਏ, ਫਿਰ ਸੁਖਮਨਾਂ ਦੇ ਵਿੱਚ ਟਿਕਾਏ, ਫਿਰ ਸੂਰਜ ਨਾੜੀ ਯਾਨੀ ਸੱਜੀ ਨਾਸ ਦੇ ਵਿੱਚੋਂ ਦੀ 16 ਵਾਰ ਓਮ ਕਹਿ ਕੇ ਬਾਹਰ ਕੱਢ ਦਿੱਤੇ। ਉਹਨਾਂ ਦਾ ਇਹ ਮੱਤ ਸੀਗਾ। ਹੁਣ ਇਹ ਗੁਰਬਾਣੀ 'ਚ ਵੀ ਆਈ ਹੋਈ ਹੈ ਤੁਕ, ਲੇਕਿਨ ਜੇ ਗੁਰਬਾਣੀ ਨੂੰ ਆਪਾਂ ਦੀਰਘ ਦ੍ਰਿਸ਼ਟੀ ਨਾਲ ਵਾਚਾਂਗੇ, ਦੇ ਲੰਮੀ ਨਜ਼ਰ ਨਿਹਾਲੀਏ ਕਰਾਂਗੇ, ਤਾਂ ਆਪਾਂ ਨੂੰ ਸਮਝ ਆਊ ਇਸੇ ਸਿੱਧ ਗੋਸ਼ਟ ਵਿੱਚੋਂ ਸੁਖਮਨਾ ਈੜਾ ਪਿੰਗਲਾ ਬੂਝੈ, ਜਾਂ ਆਪੇ ਅਲਖ ਲਖਾਏ। ਨਾਨਕ ਤਿਹੁ ਤੇ ਉੱਪਰ ਸਾਚਾ, ਸਤਿਗੁਰ ਸ਼ਬਦ ਸਮਾਏ। ਉਹ ਭਾਈ ਈੜਾ ਪਿੰਗਲਾ ਸੁਖਮਨਾ ਕਈਆਂ ਜਾਨੀਆਂ, ਇਹਨਾਂ ਦੀ ਸਮਝ ਆਪੇ ਆ ਜਾਣੀ ਜਦ ਅਲਖ ਯਾਨੀ ਪਰਮਾਤਮਾ ਆਪਣੇ ਆਪ ਨੂੰ ਸਾਨੂੰ ਲਿਖਾਊਗਾ। ਗੁਰੂ ਦੇ ਰਾਹੀਂ ਅਸੀਂ ਹੋ ਕੇ ਪਰਮਾਤਮਾ ਨੂੰ ਲਿਖੂਗੇ ਤਾਂ ਫਿਰ ਸਾਨੂੰ ਈੜਾ ਪਿੰਗਲਾ ਦੀ ਸਮਝ ਆਊਗੀ। ਇਹ ਪਹਿਲਾਂ ਨਹੀਂ ਕਰਨੀਆਂ ਹੈ, ਇਹ ਮਾਰਗ ਨਹੀਂ ਹੈ, ਇਹ ਉਹਨਾਂ ਦੀ ਵਿਚਾਰ ਹੈ। ਉਹ ਇਹਨੂੰ ਪਵਿੱਤਰ ਸਮਝਦੇ ਸੀਗੇ ਇਸ ਤਰ੍ਹਾਂ ਕਰਨੇ ਨੂੰ। ਤਾਂ ਪਾਤਸ਼ਾਹ ਫਰਮਾਉਂਦੇ ਆ ਵੀ ਇਹਨਾਂ ਦੀ ਸਮਝ ਤਾਂ ਹੀ ਆਊਗੀ ਜੇ ਆਪਾਂ ਪਰਮਾਤਮਾ ਨਾਲ ਜੁੜੂਗੇ, ਗੁਰੂ ਦੇ ਰਾਹੀਂ ਜੁੜੂਗੇ, ਹਉਮੈ ਟੁੱਟ ਕੇ ਜੁੜਾਂਗੇ। ਨਾਨਕ ਤਿਹ ਤੇ ਉੱਪਰ ਸਾਚਾ, ਇਹਨਾਂ ਤਿੰਨਾਂ ਤੇ ਈੜਾ ਪਿੰਗਲਾ ਸੁਖਮਨਾ ਤੇ ਉੱਪਰ ਪਰਮਾਤਮਾ ਹੈ। ਤੁਸੀਂ ਇਹਨਾਂ ਦੇ ਚੱਕਰਾਂ 'ਚ ਨਾ ਪਾਓ, ਪਰਮਾਤਮਾ ਨੂੰ ਆਪਣਾ
ਜਿਹੜਾ ਸਾਡਾ ਮਰਕਜ਼ ਹੈ ਸੋਚ ਵਿਚਾਰ ਦਾ, ਉਹ ਪਰਮਾਤਮਾ ਨੂੰ ਬਣਾਓ, ਨਾ ਕਿ ਜਿਹੜਾ ਪਿੰਗਲਾ ਸੁਖਮਨਾ ਨੂੰ ਬਣਾਓ। ਤਾਂ ਬਹੁਤ ਕਰਾਰੀ ਚੋਟ ਸੀਗੀ ਉਸ ਸਮੇਂ ਦੇ ਮੁਤਾਬਕ। ਸਿੱਧਾਂ ਨੇ, ਜੋਗੀਆਂ ਨੇ, ਕੰਨ ਪਾਟਿਆਂ ਨੇ ਦੁਨੀਆ ਨੂੰ ਕਿਰਾਏ ਪਾਇਆ ਹੋਇਆ ਸੀ। ਸਭ ਲੋਕ ਉਹਨਾਂ ਦੀਆਂ ਸਿੱਧੀ ਸ਼ਕਤੀਆਂ ਤੋਂ ਜਾਣੂ ਵੀ ਸਨ ਅਤੇ ਡਰਦੇ ਵੀ ਸਨ ਉਹਨਾਂ ਤੋਂ, ਵੀ ਇਹ ਬਹੁਤ ਪੁੱਗੇ ਹੋਏ ਆ। ਤੋ ਸਹਿਜ ਦਾ ਮਾਰਗ ਗੁਰੂ ਨਾਨਕ ਸਾਹਿਬ ਨੇ ਸਿੱਧਾਂ ਨੂੰ ਦੱਸਿਆ, ਸਾਨੂੰ ਵੀ ਉਹੀ ਉਹਨਾਂ ਦੇ ਰਾਹੀਂ ਸਾਨੂੰ ਸਮਝਾ ਰਹੇ ਹਰ ਇੱਕ ਨੂੰ, ਬਈ ਹਠ ਯੋਗ ਨਹੀਂ ਕਰਨਾ ਭਾਈ, ਤੁਸੀਂ ਹਠ ਯੋਗ ਕਰਦੇ ਹੋ ਇਹ ਏੜਾ ਪਿੰਗਲਾ ਦਾ। ਸਾਡਾ ਮਾਰਗ ਹੈ ਸਹਿਜ ਮਾਰਗ, ਸਹਿਜ ਦਾ ਮਾਰਗ, ਨਾਮ ਦਾ ਮਾਰਗ। ਜ਼ਬਰਦਸਤੀ ਨਹੀਂ ਕਰਨੀ ਇੰਦਰੀਆਂ ਦੇ ਨਾਲ, ਮਨ ਨੂੰ ਸਮਝਾਉਣਾ। ਜਦ ਮਨ ਸਮਝ ਗਿਆ, ਇੰਦਰੀਆਂ ਨੇ ਆਪੇ ਮੂਹਰੇ ਹੋ ਕੇ ਲੱਗ ਲੈਣਾ ਉਹਦੇ, ਔਰ ਉਹ ਗੁਰੂ ਦੇ ਸ਼ਬਦ ਦੇ ਨਾਲ ਸਮਝਾਉਣਾ, ਨਾ ਕਿ ਹਠ ਯੋਗ ਕਰਨਾ। ਤੋ ਪਾਤਸ਼ਾਹ ਫਰਮਾਉਂਦੇ, ਨਾਨਕ ਤੇਹ ਤੇ ਉੱਪਰ ਸੱਚ ਆ। ਇਹਨਾਂ ਤਿੰਨਾਂ ਦੇ ਉੱਪਰ ਸੱਚਾ ਵਾਹਿਗੁਰੂ ਹੈ। ਸਤਿਗੁਰ ਸ਼ਬਦ ਸਮਾਏ, ਸਤਿਗੁਰੂ ਦੇ ਸ਼ਬਦ ਦੇ ਰਾਹੀਂ ਉਹਦੇ ਵਿੱਚ ਸਮਾਇਆ ਜਾਂਦਾ ਹੈ, ਯਾਨੀ ਰੱਬ ਨੂੰ ਪਾਇਆ ਜਾਂਦਾ। ਇਹ ਜਿਹੜੇ ਤੁਹਾਡੇ ਮਾਰਗ ਨੇ ਭਾਈ ਸਿੱਧੋ, ਇਹ ਠੀਕ ਨਹੀਂ ਹੈ। ਉਹਨਾਂ ਦੀ ਬੋਲੀ ਜ਼ਰੂਰ ਵਰਤੀ ਹੈ ਪਾਤਸ਼ਾਹ ਨੇ, ਜਿਵੇਂ ਸਾਰੀ ਗੁਰਬਾਣੀ 'ਚ ਹੈ ਮਿਥਿਆਸ ਦਾ ਜ਼ਿਕਰ ਆਉਂਦਾ, ਤਾਂ ਉਹਨਾਂ ਦੀ ਬੋਲੀ ਵਰਤਣੀਓ ਪੈਣੀ ਸੀ, ਕਿਉਂਕਿ ਉਹਨਾਂ ਨੂੰ ਸਮਝਾਉਣ ਖਾਤਰ ਜ਼ਰੂਰੀ ਸੀ। ਇਹ ਵਿਚਾਰ ਹੈ ਜਿਹੜੀ ਆਪਾਂ ਸੁਣਦੇ ਆਏ ਹਾਂ ਹੁਣ ਤੱਕ, ਔਰ ਹੁਣ ਵੀ ਅੱਜ ਕੱਲ੍ਹ ਦੇ ਅਜੋਕੇ ਵਿਦਵਾਨਾਂ ਨੂੰ ਵੀ ਦੱਸਦਾ ਸੁਣਦਾ ਰਹਿੰਦਾ, ਉਹ ਵੀ ਇਹੀ ਗੱਲ ਕਰਦੇ ਆ ਵੀ ਗੁਰਬਾਣੀ ਥੋੜ੍ਹਾ ਬਹੁਤ ਮਾਨਤਾ ਦਿੰਦੀ ਹੈ ਇਹਨਾਂ ਨੂੰ, ਏੜਾ ਪਿੰਗਲਾ ਨੂੰ। ਨਹੀਂ ਭਾਈ, ਐਸੀ ਬਾਤ ਨਹੀਂ ਹੈ। ਇਹ ਜਿਹੜਾ ਵਿਖਮ ਮਾਰਗ ਹੈ ਜੋਗੀਆਂ ਦਾ, ਇਹਦੇ ਨਾਲ ਪ੍ਰਾਪਤੀ ਕੁਛ ਵੀ ਨਹੀਂ ਹੁੰਦੀ। ਹਉਮੈ ਟੁੱਟਦੀ ਉਹ ਨਹੀਂ, ਸਗੋਂ ਹਉਮੈ ਹੋਰ ਵੱਧ ਜਾਂਦੀ ਹੈ। ਗੁਰਬਾਣੀ ਦਾ ਨੁਕਤਾ ਹਉਮੈ ਤੋੜਨ ਤੱਕ ਹੈ। ਇਹ ਆਸਣ ਕਰਨ ਨਾਲ ਤਾਂ ਹਉਮੈ ਹੋਰ ਵੱਧ ਜਾਂਦੀ ਹੈ ਸਗੋਂ, ਵੀ ਮੈਨੂੰ ਆ ਗਿਆ ਕੁਛ, ਹੁਣ ਮੈਂ ਪ੍ਰਾਪਤੀ ਹੋ ਗਈ। ਰੱਬ ਦਾ ਇਹਦੇ ਨਾਲ ਕੋਈ ਤਾਲੁਕ ਨਹੀਂ। ਇਹ ਸਿਰਫ ਔਰ ਸਿਰਫ ਆਪਣੇ ਆਪ ਨੂੰ ਉੱਚਾ ਕਰਨ ਦੀ ਬਾਤ ਹੈ, ਨੀਵਾਂ ਕਰਨ ਦੀ ਬਾਤ ਨਹੀਂ ਹੈ। ਗੁਰਬਾਣੀ ਨੀਵਾਂ ਕਰਦੀ, ਮੈਂ ਤੋੜਦੀ ਹੈ ਬੰਦੇ ਦੀ, ਮੈਂ ਤੋੜ ਕੇ ਪਰਮਾਤਮਾ ਦੇ ਨਾਲ ਇੱਕ ਮਿੱਕਤਾ ਕਰਾਉਂਦੀ ਹੈ। ਸੋ ਇਹ ਬਹੁਤ ਕੁਦਰਤੀ ਹੈ ਵੀ ਗੁਰੂ ਨਾਨਕ ਸਾਹਿਬ ਦਾ ਜਿਹੜਾ ਆਪਣਾ ਅਨੁਭਵ ਸੀਗਾ, ਉਹਨਾਂ ਦਾ ਅੰਦਰ ਜਿਹੜਾ ਸ਼ਬਦ ਵਸਿਆ ਵਾ ਸੀ ਨਾਮ, ਉਹ ਕਿਤੇ ਉੱਚਾ ਸੀ ਸਿੱਧਾਂ ਦੀ ਵਿਚਾਰ ਨਾਲ। ਜਗ੍ਹਾ ਜਗ੍ਹਾ ਸਿੱਧ ਉਹਨਾਂ ਨੂੰ ਪ੍ਰਸ਼ਨ ਕਰਦੇ ਆ, ਅੱਗੇ ਚੱਲ ਕੇ ਆ ਜਾਣਾ ਆਪ ਜੀ ਵੀ ਸਾਰੇ ਵਿਚਾਰੋਗੇ। ਉਹਨਾਂ ਦਾ ਉੱਤਰ ਇੰਨੇ ਸਹਿਜ ਭਾਵ ਨਾਲ ਦਿੰਦੇ ਆ ਵੀ ਉਹ ਨਿਰੁੱਤਰ ਹੁੰਦੇ, ਔਰ ਅਖੀਰ ਨੂੰ ਉਹਨਾਂ ਨੂੰ ਇਹ ਕਹਿਣਾ ਪਿਆ ਵੀ ਧੰਨ ਨਾਨਕ ਤੇਰੀ ਵੱਡੀ ਕਮਾਈ। ਬਹੁਤ ਕੁਛ ਉਹਨਾਂ ਨੇ ਕਰਕੇ ਦੇਖਿਆ ਆਪਣੀਆਂ ਸਿੱਧੀਆਂ ਰਾਹੀਂ, ਮੂੰਹ ਤੋਂ ਅੱਗ ਵੀ ਕੱਢੀ, ਕੋਈ ਪੰਛੀ ਖੰਭ ਲਾ ਕੇ ਉੜਿਆ, ਕੋਈ ਪਾਣੀ ਦੇ ਉੱਪਰ ਤੈਰ ਕੇ ਆਪਣੀਆਂ ਸਿੱਧੀਆਂ ਦਿਖਾਈਆਂ ਉਹਨਾਂ ਨੇ ਡਰਾਉਣ ਖਾਤਰ, ਔਰ ਕਿਸੇ ਨੇ ਸੱਪ ਬਣ ਕੇ ਡਰਾਇਆ। ਤੋ ਅਲੱਗ ਅਲੱਗ ਕਿਸਮ ਦੇ ਉਹਨਾਂ ਨੇ ਕੌਤਕ ਰਚੇ, ਪਰ ਗੁਰੂ ਨਾਨਕ ਸਾਹਿਬ ਦੀ ਲਿਵ ਲੱਗੀ ਸੀ, ਉਹਨਾਂ ਨੇ ਕਿੱਥੇ ਹਿੱਲਣਾ ਸੀਗਾ। ਉਹ ਡਰੇ ਨਹੀਂ, ਜਦ ਨਹੀਂ ਡਰੇ ਫਿਰ ਉਹ ਚਰਨਾਂ ਨੂੰ ਪਏ ਆ ਵੀ ਇਹ ਸਾਡੇ ਨਾਲੋਂ ਕੁਛ ਵੱਧ ਸ਼ਕਤੀ ਵਾਲਾ ਮਹਾਂਪੁਰਸ਼ ਹੈ। ਤਾਂ ਉਹਨਾਂ ਨੂੰ ਕਹਿਣਾ ਪਿਆ ਸੀਗਾ ਵੀ ਧੰਨ ਨਾਨਕ ਤੇਰੀ ਵੱਡੀ ਕਮਾਈ। ਐਵੇਂ ਨਹੀਂ ਉਹਨਾਂ ਨੇ ਕਹਿ ਦਿੱਤਾ, ਉਹਨਾਂ ਨੇ ਸਾਰੀਆਂ ਪਰਖਾਂ ਕਰੀਆਂ। ਤੋ ਸੰਸਾਰ ਦੇ ਵਿੱਚ ਜਿਹੜੀ ਤ੍ਰੈਗੁਣੀ ਬੁੱਧੀ ਹੈ, ਉਹਦੇ ਕੋਲ ਹੜੋਟੇ ਵੀ ਬਹੁਤ ਹੁੰਦੇ ਆ, ਯਾਨੀ ਉਹ ਹੁਜਤਾਂ ਵੀ ਬਹੁਤ ਕਰਦੇ ਹੁੰਦੇ। ਹੁਣ ਵੀ ਅੱਜ ਕੱਲ੍ਹ ਵੀ ਹੁੰਦਾ ਉਹ ਕੰਮ। ਤੋ ਗੁਰੂ ਨਾਨਕ ਪਾਤਸ਼ਾਹ ਹੁਣ ਨਿਰੰਕਾਰ ਰੂਪ, ਉਹ ਉਹਨਾਂ ਦੀ ਜਿਹੜੀ ਸੋਚ ਸੀਗੀ, ਜਾਂ ਜਿਹੜੀ 35 ਮਹਾਂਪੁਰਸ਼ਾਂ ਦੀ ਸੋਚ ਹੈ ਗੁਰਬਾਣੀ 'ਚ, ਉਹ ਅਟੱਲ ਸੱਚਾਈ ਹੈ, ਨਾ ਕਿ ਜਿਹੜੇ ਸੰਸਾਰ ਦੇ ਬਾਕੀ ਦੇ ਤ੍ਰੈਗੁਣੀ ਵਿਦਿਆ ਵਾਲੀਆਂ ਚੀਜ਼ਾਂ ਜਾਂ ਉਹਨਾਂ ਦੀਆਂ ਜਿਹੜੀਆਂ ਵਿਚਾਰਾਂ। ਇਹ ਤਾਂ ਬਹੁਤ ਕੁਦਰਤੀ ਬਾਤ ਹੈ ਵੀ ਜਿਹੜਾ ਸੰਤ ਮੱਤ ਹੈ, ਬੇਸ਼ੱਕ ਸ਼ਬਦ ਇਹਦੇ ਵਿੱਚ ਸੰਤ ਮੱਤ ਦੇ ਆਉਂਦੇ ਆ, ਜੋਗ ਮੱਤ ਦੇ ਵੀ ਆਉਂਦੇ ਆ, ਜੋਗੀਆਂ ਦੇ ਚਰਪਟਿਆਂ ਦੇ ਵੀ ਆਉਂਦੇ, ਜਿਹੜੇ ਚਰਪਟਨਾਥ ਵਗੈਰਾ ਕੰਨ ਪਾਟੇ, ਪਰ ਉਹਨਾਂ ਦੇ ਸ਼ਬਦਾਂ ਦੇ ਰਾਹੀਂ ਹੀ ਉਹਨਾਂ ਨੂੰ ਨਿਰੁੱਤਰ ਕਰਿਆ ਗਿਆ, ਯਾਨੀ ਉਹਨਾਂ ਨੂੰ ਉੱਤਰ ਦਿੱਤੇ ਗਏ। ਇਸ ਨੂੰ ਦੂਜੇ ਪਾਸੇ ਲਾ ਕੇ ਦੇਖਣਾ ਹੁਣ ਤਾਈਂ ਦੇਖਦੇ ਆਏ ਹਾਂ ਆਪਾਂ ਵੀ, ਆਪਣੇ ਜਿਹੜੇ ਵਿਚਾਰਕ ਹੋਏ, ਪਰ ਉਸ ਤਰ੍ਹਾਂ ਦੀ ਵਿਚਾਰ ਨਹੀਂ ਹੈ ਸਿੱਧ ਗੋਸ਼ਟ ਵਿੱਚ। ਬਲਕਿ ਸਾਰੀ ਬਾਣੀ 'ਚ ਹੀ ਨਹੀਂ ਹੈ ਉਸ ਤਰ੍ਹਾਂ ਦੀ ਵਿਚਾਰ। ਉਹਨਾਂ ਦੀ ਗੱਲ ਨੂੰ ਲੈ ਕੇ ਆਪਣੀ ਗੱਲ ਕਹੀ ਗਈ ਹੈ। ਹੁਣ ਗੁਰਬਾਣੀ 'ਚ ਜੇਕਰ ਆਉਂਦਾ ਭਗਤ ਤਲੋਚਨ ਦਾ ਇੱਕ ਸ਼ਬਦ ਹੈ ਸੈਸਕ੍ਰਿਤੀ ਦਾ, ਵਿਸ਼ਵ ਕਾ ਦੀਪਕ ਸੁਆਮੀ ਗਰੜ ਰਾਏ ਪੰਖੀ ਤਾਂਚੇ ਬੰਧਵਾ।
ਕਰਮ ਕਰ ਅਰੁਣ ਪਿੰਗਲਾਰੀ। ਇੱਕ ਮਿਸਾਲ ਹੈ ਮਿਥਿਆਸ ਦੀ ਵੀ ਸੂਰਜ ਹੈ ਜਿਹੜਾ ਦੇਵਤਾ ਸਾਰੀ ਦੁਨੀਆ ਦਾ ਵਿਸ਼ਵ ਦਾ ਦੀਪਕ ਹੈ ਉਹਨੂੰ ਇੱਕ ਰਥ ਵਾਂਗ ਉਹਨੂੰ ਘੋੜੇ ਖਿੱਚੀ ਜਾਂਦੇ ਆ ਔਰ ਉਹਨਾਂ ਘੋੜਿਆਂ ਦਾ ਜਿਹੜਾ ਰਥ ਖਿੱਚਿਆ ਜਾ ਰਿਹਾ ਹੈ ਉਹਦੇ ਉੱਪਰ ਜਿਹੜਾ ਬੈਠਾ ਉਹ ਅਰਣ ਹੈ ਦੇਵਤਾ, ਉਹ ਲੰਗੜਾ ਹੈ ਲੱਤ ਤੋਂ। ਉਹਦੀ ਪਿੱਛੇ ਵੀ ਕਹਾਣੀ ਘੜੀ ਹੋਈ ਹੈ ਵੀ ਉਹਨੇ ਪਹਿਲੀ ਉਮਰ ਦੇ ਵਿੱਚ ਕਿਸੇ ਭੰਭੀਰੀ ਦੀ ਟੰਗਾਂ ਦੇ ਵਿੱਚ ਸੂਲ ਮਾਰਤੀ ਸੀਗੀ ਤਾਂ ਉਹ ਲੰਗੜਾ। ਫਿਰ ਜਿਹੜਾ ਪੰਖੀਆਂ ਦਾ ਰਾਜਾ ਗਰੜ ਹੈ ਉਹ ਉਹਦਾ ਚਚੇਰਾ ਭਾਈ ਹੈ ਅਰੁਣ ਦਾ, ਲੰਗੜੇ ਦਾ। ਪਹਿਲੀ ਗੱਲ ਤਾਂ ਇਹ ਵੀ ਸੂਰਜ ਦਾ ਸਾਰੀ ਦੁਨੀਆ ਦੇ ਦੀਪਕ ਹੋਣਾ ਔਰ ਉਹਦਾ ਰਥਵਾਰਥੀ ਹੋਣਾ ਅਰੁਣ ਦਾ ਕਿੱਡੀ ਬੜੀ ਗੱਲ ਹੈ। ਇੱਕ ਕਿਸੇ ਵਜ਼ੀਰ ਦਾ ਚਪੜਾਸੀ ਮਾਣ ਨਹੀਂ ਹੁੰਦਾ, ਤੋ ਸਾਰੀ ਦੁਨੀਆ ਦੇ ਦੀਪਕ ਦਾ, ਦੀਵੇ ਦਾ, ਚਾਨਣ ਕਰਨ ਵਾਲੇ ਦਾ ਰਥਵਾਰਥੀ ਹੋਣਾ ਬਹੁਤ ਬੜੀ ਗੱਲ ਹੈ। ਦੂਜੀ ਗੱਲ ਹੈ ਸਾਰੇ ਪੰਛੀਆਂ ਦਾ ਰਾਜਾ ਗਰੜ, ਉਹ ਉਹਦਾ ਭਰਾ ਹੋਵੇ ਚਚੇਰਾ। ਕਰਮ ਕਰ ਅਰੁਣ ਪਿੰਗਲਾਰੀ। ਆਪਣੀ ਤ੍ਰੀਮਤ ਨੂੰ ਸਮਝਾ ਰਹੇ ਭਗਤ ਜੀ, ਭਗਤ ਤਲੋਚਨ ਜੀ ਵੀ ਹੇ ਤ੍ਰੀਮਤ, ਇੰਨਾ ਕੁਛ ਮਾਣ ਹੁੰਦੇ ਹੋਏ ਵੀ ਅਰੁਣ ਲੰਗੜਾ ਹੈ, ਤੂੰ ਮੈਨੂੰ ਕਿਉਂ ਜਿੱਦ ਕਰਦੀ ਹੈ ਵੀ ਮੁੰਡਾ ਮੰਗ ਲੈ, ਰੱਬ ਤੋਂ ਮੁੰਡਾ ਮੰਗ ਲੈ, ਆਪਣੇ ਕਰਮਾਂ 'ਚ ਨਹੀਂ ਹੈ। ਭਗਤ ਜੀ ਨੇ ਕਰਮ ਥਿਊਰੀ ਨੂੰ ਉੱਥੇ ਬਹੁਤ ਵਧੀਆ ਐਕਸਪਲੇਨ ਕਰਿਆ ਹੋਇਆ। ਪਰ ਉਹ ਕਰਮ ਥਿਊਰੀ ਦੇ ਨਾਲ ਨਾਲ ਗੁਰਬਾਣੀ ਦੇ ਵਿੱਚ ਫਿਰ ਬਖਸ਼ਿਸ਼ ਦੀ ਥਿਊਰੀ ਵੀ ਹੈ ਵੀ ਨੋਰਮਲੀ ਤਾਂ ਇਸ ਤਰ੍ਹਾਂ ਹੀ ਹੁੰਦਾ 99%, ਪਰ 1% ਗੁਰੂ ਦੀ ਬਖਸ਼ਿਸ਼ ਵੀ ਹੁੰਦੀ ਹੈ, ਕਲਾ ਵੀ ਵਰਤਦੀ ਹੈ। ਉੱਥੇ ਸਾਰੇ ਕਰਮ ਟੁੱਟ ਜਾਂਦੇ, ਕਰਮਾਂ ਨੂੰ ਭੰਗ ਕਰਕੇ ਪਰਮਾਤਮਾ ਆਪਣੇ ਨਾਲ ਜੋੜ ਲੈਂਦਾ। ਕੁਕਰਮੀਆਂ ਦਾ ਜ਼ਿਕਰ ਇਸੇ ਕਰਕੇ ਆਉਂਦਾ, ਗਨਕਾਂ ਦਾ, ਜਾਮਲ ਦਾ, ਵਾਲਮੀਕ ਜੀ ਦਾ, ਉਹ ਸਾਰੇ ਹੀ ਪਰਮਾਤਮਾ ਨੂੰ ਪ੍ਰਾਪਤ ਹੋਏ ਕੁਕਰਮ ਕਰਦੇ ਹੋਏ, ਕਿਉਂਕਿ ਇਹ ਬਖਸ਼ਿਸ਼ ਵੀ ਹੈ ਨਾਲ। ਨੋਰਮਲੀ ਸਿਧਾਂਤ ਹੈ ਕਰਮ ਦਾ, ਪਰ ਕਰਮਾਂ ਨੂੰ ਬਣਾਉਣ ਵਾਲਾ ਵੀ ਕੋਈ ਹੈ, ਇਹ ਥਿਊਰੀ ਹੈ ਗੁਰਬਾਣੀ ਦੀ। ਤੋ ਸਾਧ ਸੰਗਤ ਜੀਓ, ਹੁਣ ਜੇ ਆਪਾਂ ਕਹੀਏ 10,000 ਡਿਗਰੀ ਸੈਂਟੀਗ੍ਰੇਡ ਜਾਂ ਸੈਲਸੀਅਸ ਸੂਰਜ ਦਾ ਤਾਪਮਾਨ ਹੈ, ਕਿਹੜਾ ਉਹਨੂੰ ਘੋੜਾ ਜੁੜਿਆ ਵਾ ਹੋਊਗਾ ਇੰਨੇ ਤਾਪਮਾਨ ਦੇ ਉੱਤੇ, ਕਿਹੜਾ ਉਹਨੂੰ ਰੱਥ ਚਲਾਉਂਦਾ ਹੋਊਗਾ। ਇਹ ਸੋਚਣ ਵਾਲੀਆਂ ਗੱਲਾਂ, ਇਹ ਮਿਥਿਹਾਸ ਹੈ। ਮਿਥਿਹਾਸ ਤੋਂ ਗਿਆਨ ਲੈਣਾ ਆਪਾਂ ਨੇ। ਭਗਤ ਜੀ ਇਹੀ ਸਮਝਾਉਣਾ ਚਾਹੁੰਦੇ ਆ ਵੀ ਜਦ ਇਹਨਾਂ ਦੇਵਤਿਆਂ ਦਾ ਮਾਣ ਇਹਨਾਂ ਦੇਵਤਿਆਂ ਦੇ ਨਾਲ ਹੁੰਦੇ ਹੋਏ ਉਹਦੇ ਕਰਮ ਨਹੀਂ ਬਦਲੇ, ਉਹਦਾ ਲੰਗੜਾਪਣ ਦੂਰ ਨਹੀਂ ਹੋਇਆ, ਵੀ ਆਪਾਂ ਕਿਵੇਂ ਆਸ ਕਰ ਸਕਦੇ। ਜੇ ਆਸ ਕਰਨੀ ਹੈ ਤਾਂ ਕੇਵਲ ਇੱਕ ਗੁਰੂ ਦੀ ਕਰੋ, ਪਰਮਾਤਮਾ ਦੀ ਕਰੋ। ਇਹ ਜਿਹੜੀਆਂ ਦੇਵੀ ਦੇਵਤਿਆਂ ਦੀਆਂ ਸਾਖੀਆਂ ਘੜੀਆਂ ਗਈਆਂ ਉਸ ਟਾਈਮ ਦੇ ਮੁਤਾਬਕ ਸ਼ਾਇਦ ਅੱਛੀਆਂ ਹੋਣ, ਕਿਉਂਕਿ ਲੋਕਾਂ ਦੀ ਸਮਝ ਚੇਤਨਾ ਇੰਨੀ ਸੀਗੀ, ਉਹਨਾਂ ਨੂੰ ਇਸ ਤਰ੍ਹਾਂ ਹੀ ਸਮਝਾਉਣਾ ਪੈਂਦਾ ਹੁੰਦਾ ਸੀ ਪੂਰਨੇ ਪਾ ਕੇ। ਅੱਜ ਕੱਲ੍ਹ ਦਾ ਜਿਹੜਾ ਮਨੁੱਖ ਹੈ ਉਹ ਵਿਗਿਆਨਕ ਹੈ, ਉਹ ਇਹਨਾਂ ਚੀਜ਼ਾਂ ਨੂੰ ਨਾ ਮੰਨੇਗਾ ਨਾ ਕੋਈ ਬਾਤ ਹੈ। ਇਹ ਸਿਰਫ ਔਰ ਸਿਰਫ ਹਵਾਲੇ ਹੈ ਮਿਥਿਹਾਸ ਦੇ, ਸਾਨੂੰ ਉਸ ਤਰ੍ਹਾਂ ਹੀ ਅਨੁਸਰਨ ਕਰਨਾ ਪੈਣਾ। ਇਹਨਾਂ ਦਾ ਸ਼ਬਦ ਜਿਹੜੇ ਆਉਂਦੇ ਗੁਰਬਾਣੀ ਦੇ ਵਿੱਚ, ਉਹ ਗੱਲ ਕੁਛ ਦੇਖਣ ਨੂੰ ਹੋਰ ਲੱਗਦੀ ਹੁੰਦੀ ਹੈ, ਬਾਤ ਵਿੱਚ ਕੁਛ ਹੋਰ ਹੁੰਦੀ ਹੈ। ਪ੍ਰਭ ਕੀ ਅਗੰਮ ਅਗਾਧ ਕਥਾ ਸੁਣੀਐ ਅਵਰ ਵਿਦ ਬੁੱਝੀਐ ਬਕਨ ਕਥਨ ਰਹਿਤਾ। ਫਰਮਾਨ ਹੈ ਵੀ ਪ੍ਰਭੂ ਦੀ ਅਗੰਮ ਅਗਾਧ ਕਥਾ, ਇਹ ਇਕੱਥ ਹੈ। ਜੋ ਸੁਣਦੇ ਹੈ ਤਾਂ ਗੱਲ ਹੋਰ ਹੈ, ਜਦ ਬੁੱਝਦੇ ਹੈ ਤਾਂ ਬਾਤ ਹੋਰ ਹੈ। ਸਾਰੀ ਗੁਰਬਾਣੀ ਇਸ ਤਰ੍ਹਾਂ ਦੀ ਉਹ ਬੁਝਾਰਤ ਹੈ। ਇਹ ਮੁੰਦਾਵਣੀ ਸਤਿਗੁਰੂ ਪਾਈ ਗੁਰਸਿੱਖਾਂ ਲੱਧੀ ਭਾਰ। ਗੁਰਸਿੱਖ ਇਹਨੂੰ ਲੱਭ ਲੈਂਦੇ, ਇਹ ਬੁਝਾਰਤ ਹੈ, ਇਹਨੂੰ ਬੁੱਝ ਲੈਂਦੇ। ਸੋ ਜੋ ਸ਼ਬਦ ਕਹਿ ਰਹੇ ਹੁੰਦੇ ਆ ਉਹ ਅੱਖਰੀ ਅਰਥ ਹੋਰ ਹੁੰਦਾ ਹੈ, ਤੇ ਜਿਹੜਾ ਅਸਲੀ ਅਰਥ ਹੈ ਉਹ ਹੋਰ ਹੁੰਦਾ। ਸਾਰੀ ਗੁਰਬਾਣੀ 'ਚ ਇੱਕ ਨੇ ਬੁਝਾਰਤਾਂ ਪਾਈਆਂ ਹੋਈਆਂ। ਕਹੋ ਕਬੀਰ ਪ੍ਰਗਟ ਭਈ ਖੇਡ, ਲੇਲੇ ਕੋ ਚੁੰਘੈ ਨਿਤ ਭੇੜ, ਇਹ ਵੀ ਬੁਝਾਰਤ ਹੈ। ਬਹੁਤ ਸਾਰੀ ਗੁਰਬਾਣੀ ਬੁਝਾਰਤ ਹੈ ਅਸਲ ਵਿੱਚ ਸਾਡੀ ਬੁੱਧੀ ਖਾਤਰ। ਬੁੱਧੀ ਖਾਤਰ ਬੁਝਾਰਤ ਹੈ। ਜਿਹੜੀ ਸਦਬੁੱਧੀ ਹੈ ਜਾਂ ਵਿਵੇਕ ਗਿਆਨ ਜਦੋਂ ਗੁਰੂ ਦੇ ਦੇਵੇ ਫਿਰ ਇਹ ਸਮਝ ਆਉਂਦੀ ਹੈ, ਫਿਰ ਇਹ ਹੋਰ ਨੂੰ ਵੀ ਸਮਝਾਈ ਜਾਂਦੀ ਹੈ। ਇਹ ਫਰਕ ਹੈ ਬੁੱਧੀ ਦੇ ਗਿਆਨ ਦਾ ਤੇ ਵਿਵੇਕ ਗਿਆਨ ਦਾ। ਤੋ ਸਾਧ ਸੰਗਤ ਜੀ, ਇਸ ਐਂਗਲ ਤੋਂ ਆਪਾਂ ਨੇ ਇਸ ਬਾਣੀ ਨੂੰ ਵਿਚਾਰਨਾ। ਵੈਸੇ ਤਾਂ ਸਾਰੀ ਬਾਣੀ ਹੀ ਇਸ ਐਂਗਲ ਤੋਂ ਵਿਚਾਰਨੀ ਚਾਹੀਦੀ ਹੈ, ਫਿਰ ਕੁਛ ਨਾ ਕੁਛ ਸਾਨੂੰ ਸਮਝ ਆਊਗੀ ਸਿੱਧ ਗੋਸ਼ਟ ਦੀ। ਅਦਰਵਾਈਜ਼ ਜੇ ਆਪਾਂ ਪਿਛਲਾ ਮਾਰਗ ਪਕੜ ਕੇ ਬੈਠੇ ਰਹੇ ਸਿੱਧਾਂ ਵਾਲਾ, ਤਾਂ ਗੁਰਬਾਣੀ ਦੀ ਸਮਝ ਨਹੀਂ ਆਉਣੀ, ਚੱਲਣਾ ਤਾਂ ਬਹੁਤ ਦੂਰ ਦੀ ਗੱਲ ਰਹਿ ਜਾਊਗੀ। ਕਿਆ ਭਵੀਐ ਸੱਚ ਸੂਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਇ, ਇਹ ਰਹਾਉ ਦੀ ਤੁਕ ਹੈ। ਔਰ ਇਹ ਵੀ ਪਾਤਸ਼ਾਹ ਨੂੰ ਖੂਬੀ ਹੈ, ਉਹਨਾਂ ਦੀ ਜਾਂਦੀ ਹੈ ਉਹਨਾਂ ਦੇ ਹੱਕ ਵਿੱਚ ਗੱਲ
ਬਈ ਕਈ ਲੰਬੀਆਂ ਬਾਣੀਆਂ ਦੇ ਵਿੱਚ ਇੱਕੋ ਹੀ ਰਹਾਓ ਹੈ, ਕਈ ਛੋਟੀਆਂ ਬਾਣੀਆਂ 'ਚ ਚਾਰ ਚਾਰ ਰਹਾਓ ਵੀ ਹੈ। ਇਹਦੇ ਬਾਰੇ ਆਪਣੀ ਬੁੱਧੀ ਕੁਝ ਨਹੀਂ ਕਹਿ ਸਕਦੀ, ਇਹ ਗੁਰੂ ਮਹਾਰਾਜ ਜਾਣਨ ਆਪ, ਕਿਉਂਕਿ ਗੁਰੂ ਹੈ ਸੁਪਰੀਮ ਹੈ, ਗੁਰ ਪਰਮੇਸ਼ਰ ਪਾਰ ਬ੍ਰਹਮ ਸੋਏ, ਉਹ ਪਰਮੇਸ਼ਰ ਦਾ ਰੂਪ ਹੈ ਗੁਰੂ ਹੈ ਜਿਹੜਾ, ਉਹ ਸੱਚੋ ਸੱਚਾ ਹੈ। ਜੋ ਵੀ ਉਹ ਫਰਮਾਉਂਦਾ ਹੈ ਸਾਨੂੰ ਸਿਰ ਝੁਕਾ ਕੇ ਉਹਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ। ਤ੍ਰੈਗੁਣੀ ਬੁੱਧੀ ਦੇ ਉੱਪਰ ਕਿੰਤੂ ਪਰੰਤੂ ਹੋ ਸਕਦੀ ਹੈ, ਲੇਕਿਨ ਵਿਵੇਕ ਬੁੱਧੀ ਜਿਹੜੀ ਹੈ, ਵਿਵੇਕ ਗਿਆਨ ਹੈ, ਉਹਦੇ ਉੱਪਰ ਕੋਈ ਕਿੰਤੂ ਪਰੰਤੂ ਨਹੀਂ, ਕਿਉਂਕਿ ਉਹ ਸਾਡੀ ਸਮਝ ਤੋਂ ਉੱਚੀ ਬਾਤ ਹੈ। ਕਿਉਂ ਭਾਈ ਇੱਧਰ ਉੱਧਰ ਭਟਕਦੇ ਫਿਰਦੇ ਆ, ਆਹ ਮੇਨ ਵਿਚਾਰ ਹੈ। ਕਿਉਂਕਿ ਸਿੱਧ ਇਸ ਤਰ੍ਹਾਂ ਕਰਦੇ ਸੀਗੇ, ਤੀਰਥਾਂ ਦੇ ਉੱਤੇ ਇਸ਼ਨਾਨ ਕਰਨਾ, ਜਗ੍ਹਾ ਜਗ੍ਹਾ ਦਰਿਆਵਾਂ ਦੇ ਕੰਢਿਆਂ ਪਰ ਜਾਣਾ, ਇਹ ਉਹਨਾਂ ਦੇ ਸੁਭਾਅ 'ਚ ਸੀਗਾ, ਉਹਨਾਂ ਦੀ ਸੋਚ ਵਿੱਚ ਸੀਗਾ। ਉਹਨਾਂ ਨੇ ਇੱਕ ਅੱਗੇ ਜਾ ਕੇ ਸਵਾਲ ਵੀ ਕਰਿਆ ਹੋਇਆ ਗੁਰੂ ਨਾਨਕ ਪਾਤਸ਼ਾਹ ਨੂੰ, ਵੀ ਤੀਰਥ ਨਹਾਈਏ ਸੁੱਖ ਫਲ ਪਾਈਏ, ਮੈਲ ਨਾ ਲੱਗੇ ਕਾਈ। ਇਹ ਗੁਰਬਾਣੀ ਦੀ ਤੁਕ ਹੈ। ਜੇ ਆਪਾਂ ਇਹਨੂੰ ਕੰਟੈਕਸਟ ਤੋਂ ਬਾਹਰ ਜਾ ਕੇ ਵਿਚਾਰੀਏ, ਤੁਕ ਤਾਂ ਗੁਰਬਾਣੀ ਦੀ ਹੈ, ਤਾਂ ਇਸ ਤੋਂ ਇਹ ਲੱਗਦਾ ਹੈ ਵੀ ਤੀਰਥ ਨਹਾਉਣ ਨਾਲ ਸੁੱਖ ਫਲ ਯਾਨੀ ਆਨੰਦ ਪ੍ਰਾਪਤ ਹੁੰਦਾ, ਮੈਲ ਨਹੀਂ ਰਹਿੰਦੀ ਕੋਈ ਵੀ। ਪਰ ਇਹ ਸਿੱਧਾਂ ਦਾ ਆਪਣੀ ਸੋਚ ਹੈ, ਇਹ ਸਵਾਲ ਕਰਿਆ ਗਿਆ ਹੈ। ਗੁਰੂ ਨਾਨਕ ਸਾਹਿਬ ਦਾ ਜਵਾਬ ਇਹ ਨਹੀਂ ਹੈ, ਉਹ ਤਾਂ ਇਹ ਫਰਮਾਉਂਦੇ ਆ ਵੀ ਤੀਰਥ ਨਹਾਏ ਨਾ ਉਤਰਸ ਮੈਲ, ਕਰਮ ਧਰਮ ਸਭ ਹਉਮੈ ਫੈਲ। ਤੀਰਥ ਨਹਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਸੋ ਗੁਰਬਾਣੀ ਦੀ ਇੱਕ ਤੁਕ ਨੂੰ ਲੈ ਕੇ ਪਕੜ ਕੇ ਉਹਦੀ ਵਿਆਖਿਆ ਕਰਨੀ ਅਨਾੜੀਪੁਣਾ ਹੁੰਦਾ। ਫਿਰ ਸਮਝ ਹੋਣੀ ਚਾਹੀਦੀ ਹੈ ਵੀ ਕੰਟੈਕਸਟ ਕਿਹੜੇ ਵਿੱਚ ਬਾਤ ਆਈ ਹੈ, ਉਹੀ ਕਹਿਣਾ ਚਾਹੀਦਾ। ਜੇ ਆਊਟ ਆਫ ਕੰਟੈਕਸਟ ਬਾਤ ਕਰੂੰਗੇ ਜਾ ਕੇ, ਗੁਰਬਾਣੀ ਦੀ ਸਮਝ ਨਹੀਂ ਆ ਸਕਦੀ। ਤੁਕ ਗੁਰਬਾਣੀ ਦੀ ਹੁੰਦੀ ਹੈ, ਲੇਕਿਨ ਸਾਨੂੰ ਇੱਕ ਤੁਕ ਤੋਂ ਨਹੀਂ, ਸਾਰੇ ਸ਼ਬਦ ਤੋਂ, ਸਾਰੇ ਸਮਗਰ ਵਿਚਾਰ ਤੋਂ ਗੁਰਬਾਣੀ ਦੀ ਵਿਚਾਰ ਸਮਝ ਆਉਂਦੀ ਹੈ ਵੀ ਅਸਲ 'ਚ ਗੁਰਬਾਣੀ ਕਹਿਣਾ ਫਰਮਾਉਣਾ ਕਿਆ ਚਾਹੁੰਦੀ ਹੈ। ਤਾਂ ਚਲੋ ਸਾਧ ਸੰਗਤ ਜੀਓ, ਮਹਾਰਾਜ ਬਲ ਦੇਵੇ, ਬੁੱਧੀ ਵੀ ਦੇਵੇ, ਭਾਵੇਂ ਮਹਿੰਗੀ ਬਾਣੀ ਹੈ, ਔਖੀ ਬਾਣੀ ਹੈ, ਪਰ ਕੋਈ ਐਸੀ ਵੀ ਬਾਤ ਨਹੀਂ ਜੇ ਗੁਰੂ ਸਾਹਿਬ ਦਾ ਹੱਥ ਸਿਰ ਦੇ ਉੱਤੇ ਰਹੇ, ਕਹਿਣ ਦਾ ਵੀ ਅਤੇ ਸੁਣਨ ਦਾ ਵੀ। ਸੁਣਨਾ ਵੀ ਸਿਰ ਦੇ ਉੱਤੇ ਹੱਥ ਰੱਖੇ ਬਿਨਾਂ ਨਹੀਂ ਸਹੀ ਬਣਨਾ, ਕਿਉਂਕਿ ਆਪਣੀ ਪਿਛਲੀ ਵਿਚਾਰ ਛੱਡਣੀ ਬੜੀ ਮੁਸ਼ਕਿਲ ਹੁੰਦੀ ਹੈ। ਗੱਠ ਬਣੀ ਪਈ ਹੁੰਦੀ ਹੈ ਅੰਦਰ ਵਿਚਾਰਾਂ ਦੀ, ਗੰਢ ਵੱਜੀ ਵੀ ਹੁੰਦੀ ਹੈ, ਉਹਨੂੰ ਪਾਸੇ ਕਰਨਾ ਬੜਾ ਮੁਸ਼ਕਿਲ ਕੰਮ ਹੈ। ਔਰ ਇਹੀ ਇੱਕ ਭੇਦ ਹੈ ਸੰਸਾਰੀ ਟੀਚਰ ਦਾ ਅਤੇ ਗੁਰੂ ਦਾ। ਸੰਸਾਰੀ ਟੀਚਰ ਨੇ ਸਾਨੂੰ ਗਿਆਨ ਨਾਲ ਭਰਨਾ, ਗੁਰੂ ਨੇ ਸਾਨੂੰ ਉਸੇ ਗਿਆਨ ਤੋਂ ਖਾਲੀ ਕਰਨਾ। ਦੇਖੋ ਕਿੱਡੀ ਅਜੀਬ ਗੱਲ ਹੈ, ਗੁਰੂ ਨੇ ਸਾਨੂੰ ਦੁਨਿਆਵੀ ਗਿਆਨ ਤੋਂ ਖਾਲੀ ਕਰਨਾ, ਇਹਨੂੰ ਬਾਹਰ ਕੱਢਣਾ, ਕਿਉਂਕਿ ਇਹ ਹਉਮੈ ਵਾਲਾ ਸਾਰਾ ਕੁਛ ਜਿਹੜਾ ਦੁਨਿਆਵੀ ਟੀਚਰ ਸਾਨੂੰ ਦਿੰਦਾ। ਗੁਰੂ ਨੇ ਸਾਨੂੰ ਖਾਲੀ ਕਰਕੇ ਫਿਰ ਆਪਣੀ ਬਖਸ਼ਿਸ਼ ਕਰਕੇ ਉਹ ਜਿਹੜਾ ਵਿਵੇਕ ਗਿਆਨ ਹੈ ਉਹ ਦੇਣਾ, ਜਿਹਦੇ ਵਿੱਚ ਮੋਟੇ ਤੌਰ 'ਤੇ ਸਤਿਨਾਮ ਵਾਹਿਗੁਰੂ, ਚਾਹੇ ਪੜ੍ਹਿਆ ਚਾਹੇ ਅਨਪੜ੍ਹਿਆ, ਜਿਹਨੂੰ ਇਸ ਗੱਲ ਦੀ ਸਮਝ ਆ ਗਈ ਉਹਦੇ ਕੋਲ ਸਾਰਾ ਹੀ ਗਿਆਨ ਦੁਨੀਆ ਦਾ ਆ ਜਾਊਗਾ। ਆ ਜਿਹੜਾ ਬੁੱਧੀ ਵਾਲਾ ਗਿਆਨ ਹੈ ਕਿੱਡਾ ਹੀ ਭਾਰੀ, ਕਿੰਨੇ ਹੀ ਗ੍ਰੰਥਾਂ ਦਾ, ਕਿੰਨੀਆਂ PhDs ਹੋਣ, ਇਹ ਨਹੀਂ ਉੱਥੇ ਸਾਰਥਕ ਹੈ। ਉੱਥੇ ਕੇਵਲ ਵਾਹਿਗੁਰੂ ਦਾ ਨਾਂ, ਜਿਹਨੂੰ ਅੱਜ ਕੱਲ੍ਹ ਦੇ ਦਾਨੇ ਜਿਹੜੇ ਸੋ ਕਾਲ ਕਥਾਕਾਰ ਵੀ ਹੈ ਵਿੱਚ, ਜਾਂ ਗੁਰਬਾਣੀ ਦਾ ਵਿਆਕਰਨ, ਗੁਰਬਾਣੀ ਦੀ ਵਿਆਖਿਆ ਵੀ ਕਰਨ ਲੱਗੇ ਹੋਏ ਆਪਣੀ ਬੁੱਧੀ ਨਾਲ, ਉਹ ਕਹਿੰਦੇ ਵੀ ਨਹੀਂ ਜੀ ਨਹੀਂ, ਜਪਣ ਦੀ ਤਾਂ ਲੋੜ ਹੀ ਨਹੀਂ ਹੈ ਗੁਰਬਾਣੀ 'ਚ, ਬਸ ਚੰਗੇ ਕੰਮ ਕਰੋ, ਇਹੀ ਨਾਮ ਹੈ ਤੁਹਾਡਾ ਭਲਾ ਹੋ ਜਾਏ। ਗੁਰਬਾਣੀ ਦੇ ਵਿੱਚ ਉਤਰੇ ਬਿਨਾਂ ਗੁਰਬਾਣੀ ਦੀ ਸਮਝ ਕਿਵੇਂ ਆਊ ਭਾਈ? ਮੈਂ ਟੁੱਟੇ ਬਿਨਾਂ ਗੁਰਬਾਣੀ ਦੀ ਸਮਝ ਨਹੀਂ ਆਉਣੀ, ਬੁੱਧੀ ਨਹੀਂ ਸਮਝ ਸਕਦੀ ਇਹਨੂੰ। ਹੁਣ ਦੇਖੋ ਪ੍ਰੋਫੈਸਰ ਜਿਹੜੇ ਅੱਜ ਕੱਲ੍ਹ ਦੇ ਬੁੱਧੀ ਵਾਲੇ ਹੈ, ਉਹ ਵੀ ਗੁਰਬਾਣੀ ਨੂੰ ਆਪਣੇ ਐਂਗਲ ਤੋਂ ਅਰਥ ਕਰਨ ਲੱਗੇ ਹੋਏ। ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਹੱਥ ਪਾਉ ਦੇ ਕੰਮ ਕਰਨ ਦੀ ਗੱਲ ਫਕੜ ਲੈਣੀ, ਜਿਹੜੀ ਨਿਰੰਜਨ ਨਾਲ ਚਿੱਤ ਲਾਉਣੇ ਦੀ ਗੱਲ ਹੈ ਉਹਨੂੰ ਉਹ ਗੌਰਦੇ ਹੀ ਨਹੀਂ, ਉੱਧਰ ਨੂੰ ਜਾਂਦੇ ਹੀ ਨਹੀਂ, ਕਿਉਂਕਿ ਆਪ ਕਦੇ ਉਹਨਾਂ ਨੇ ਸਤਿਨਾਮ ਵਾਹਿਗੁਰੂ ਇਹੀ ਨਹੀਂ ਮੂੰਹ ਤੋਂ ਅੰਦਰ ਤੋਂ। ਸਿਰਫ ਗੁਰਬਾਣੀ ਦੀਆਂ ਬਾਹਰਲੀਆਂ ਗੱਲਾਂ ਨੂੰ ਲੈ ਕੇ ਜਾਂ ਅੱਧ ਬਚੱਧ ਨੂੰ ਤੋੜ ਮਰੋੜ ਕੇ ਆਪਣੇ ਨਾਲ ਪੇਸ਼ ਕਰ ਲੈਂਦੇ। ਸਾਧ ਸੰਗਤ ਜੀਓ, ਡਿਊਟੀ ਇਮਾਨਦਾਰੀ ਨਾਲ ਕਰਨਾ ਇਖਲਾਕੀ ਗੁਣ ਹੈ ਸਾਡਾ, ਮੋਰੈਲਿਟੀ ਆ, ਉਹ ਚੰਗੀ ਗੱਲ ਹੈ। ਪਰ ਉਸੇ ਨੂੰ ਨਾਮ ਕਹਿ ਦੇਣਾ, ਇਹ ਤਾਂ ਬਹੁਤ ਗੁਰਬਾਣੀ ਦੇ ਪ੍ਰਤੀ ਅਤਿਆਚਾਰ ਹੈ, ਪਰਮਾਤਮਾ ਪ੍ਰਤੀ ਵੀ ਅਤਿਆਚਾਰ ਹੈ। ਡਿਊਟੀ ਇਖਲਾਕ ਬਣਦਾ ਸਾਡਾ ਕਰੋ, ਇਮਾਨਦਾਰੀ ਨਾਲ ਕਰੋ, ਰਿਸ਼ਵਤ ਨਾ ਲਓ, ਠੱਗੀ ਨਾ ਕਰੋ, ਪਰ ਇਹ ਨਾਮ ਨਹੀਂ ਹੈ। ਨਾਮ ਤਾਂ ਸਤਿਨਾਮ ਵਾਹਿਗੁਰੂ ਜਿਹੜਾ ਹੈ, ਜਾਂ ਰਾਮ ਅੱਲਾ ਕੁਛ ਵੀ ਕਹਿੰਦਾ ਬੰਦਾ, ਉਹ ਤਾਂ ਹਉਮੈ ਟੁੱਟੇ ਤੋਂ ਅੰਦਰ ਤੋਂ ਪ੍ਰਗਟ ਹੋਣਾ ਹੈ।
ਫਿਰ ਜਿਹੜਾ ਇਹ ਇਖਲਾਕੀ ਫਰਜ਼ ਹੈ ਸਾਡਾ, ਉਹਦੇ ਵਿੱਚੋਂ ਆਪੇ ਨਿਕਲ ਆਉਣਾ। ਇਖਲਾਕ ਜਿੰਨਾ ਮਰਜ਼ੀ ਗ੍ਰਹਿਣ ਕਰ ਲਓ, ਤਿੰਨਾਂ ਗੁਣਾਂ ਦੇ ਵਿੱਚ ਸਤੋ ਗੁਣ ਹੀ ਹੁੰਦਾ। ਵੈਸੇ ਇਖਲਾਕ ਹੋਣਾ ਵੀ ਬੜੀ ਅੱਛੀ ਗੱਲ ਹੈ ਆਮ ਲੋਕਾਂ ਨਾਲੋਂ, ਪਰ ਇਖਲਾਕ ਤੋਂ ਬਹੁਤ ਉੱਚੀ ਹੈ ਡਿਵਿਨਿਟੀ ਹੈ ਜਿਹੜੀ, ਜਿਹਨੂੰ ਆਪਾਂ ਰੂਹਾਨੀਅਤ ਜਾਂ ਨੂਰਾਨੀਅਤ ਕਹਿੰਦੇ। ਉਹ ਚੀਜ਼ ਹੋਰ ਹੈ, ਉਹ ਹਉਮੈ ਟੁੱਟੇ ਬਿਨਾਂ ਆ ਹੀ ਨਹੀਂ ਸਕਦੀ ਹੈ। ਉੱਧਰ ਨੂੰ ਬੰਦਾ ਸੋਚ ਹੀ ਨਹੀਂ ਸਕਦਾ, ਕਿਉਂਕਿ ਬੁੱਧੀ ਉੱਥੇ ਜਾਂਦੀ ਨਹੀਂ ਸਾਡੀ, ਵਿਵੇਕ ਹੈ ਨਹੀਂ। ਤਾਂ ਦਿਓ ਆਗਿਆ। ਕੋਈ ਵੀ ਅਪਸ਼ਬਦ ਸਾਧ ਸੰਗਤ ਜੀ ਬਾਰ-ਬਾਰ ਦਾਸਰਾ ਬੇਨਤੀ ਕਰਦਾ ਰਹਿੰਦਾ, ਕਿਉਂਕਿ ਦੇਖੋ ਇੱਕ ਹਕੀਰ ਬੁੱਧੀ, ਇੱਕ ਤੁੱਛ ਬੁੱਧੀ ਐਡੀ ਉੱਚੀ ਵਿਚਾਰ ਨੂੰ, ਪਰਮਾਤਮਾਈ ਵਿਚਾਰ ਨੂੰ ਆਪਣੇ ਅੰਦਰ ਸਮਾ ਲਵੇ, ਇਹ ਗੱਲ ਔਖੀ ਹੈ। ਤਾਂ ਕਿਤੇ ਨਾ ਕਿਤੇ ਤਾਂ ਜ਼ਰੂਰ ਸੋਚਣ ਵਿੱਚ, ਬੋਲਣ 'ਚ ਔਕਾਈ ਹੁੰਦੀ ਹੈ। ਤਾਂ ਉਹਦੇ ਵਾਸਤੇ ਇਹੀ ਹੈ ਵੀ ਅਸੀਂ ਹੁਣ ਹੈਓ ਜਦ ਪਰਮਾਤਮਾ ਤੇ ਸਾਨੂੰ ਬਣਾਇਆ ਬਈ ਤ੍ਰੈ ਗੁਣਾਂ 'ਚ ਹੈ, ਅਸੀਂ ਹੋਰ ਕਰ ਵੀ ਕਿਆ ਸਕਦੇ। ਤੇਰੀ ਰਹਿਮਤ ਹੋ ਜਾਏ ਤਾਂ ਸਭ ਕੁਛ ਹੈ, ਨਹੀਂ ਕੁਛ ਵੀ ਨਹੀਂ ਹੈ। ਤੂੰ ਆਪ ਸਿਰ ਦੇ ਉੱਤੇ ਹੱਥ ਧਰ ਕੇ ਵਿਚਾਰ ਕਰਵਾ ਲੈ, ਚੰਗੀ ਬਾਤ ਹੈ। ਨਹੀਂ ਤਾਂ ਸਾਡੇ ਵੱਲੋਂ ਤਾਂ ਹਰ ਵਕਤ ਗਲਤੀ ਹੋਣ ਦੀ ਸੰਭਾਵਨਾ ਹੈ ਹੀ ਹੈ। ਦਿਓ ਅਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਘਟ ਘਟ ਬੈਸ ਨਿਰੰਤਰ ਰਹੀਐ, ਚਾਲੈ ਸਤਿਗੁਰ ਭਾਏ। ਸਹਿਜੇ ਆਏ ਹੁਕਮ ਸਿਧਾਏ, ਨਾਨਕ ਸਦਾ ਰਜਾਏ। ਆਸਣ ਬੈਸਣ ਥਿਰ ਨਾਰਾਇਣ, ਐਸੀ ਗੁਰਮਤਿ ਪਾਏ। ਗੁਰਮੁਖ ਬੂਝੈ ਆਪ ਪਛਾਣੈ, ਸੱਚੇ ਸੱਚ ਸਮਾਏ। ਦੁਨੀਆ ਸਾਗਰ ਦੁੱਤਰ ਕਹੀਐ, ਕਿਉ ਕਰ ਪਾਈਐ ਪਾਰੋ। ਚਰਪਟ ਬੋਲੇ ਔਧੂ ਨਾਨਕ, ਦੇਹ ਸੱਚਾ ਵਿਚਾਰੋ। ਆਪੇ ਆਖੈ ਆਪੇ ਸਮਝੈ, ਤਿਸ ਕਿਆ ਉਤਰ ਦੀਜੈ। ਸਾਚ ਕਹੋ ਤੁਮ ਪਾਰ ਗ੍ਰਾਮੀ, ਤੁਝ ਕਿਆ ਬੈਸਣ ਦੀਜੈ। ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੈ ਸਾਣੇ। ਸੁਰਤ ਸ਼ਬਦ ਪਵ ਸਾਗਰ ਤਰੀਐ, ਨਾਨਕ ਨਾਮ ਵਖਾਣੇ। ਰਹੈ ਇਕਾਂਤ ਏਕੋ ਮਨ ਵਸਿਆ, ਆਸਾ ਮਾਹਿ ਨਿਰਾਸੋ। ਅਗੰਮ ਅਗੋਚਰ ਦੇਖ ਦਿਖਾਏ, ਨਾਨਕ ਤਾਂ ਕਾ ਦਾਸੋ। ਰਹੈ ਇਕਾਂਤ ਏਕੋ ਮਨ ਵਸਿਆ, ਆਸਾ ਮਾਹਿ ਨਿਰਾਸੋ। ਅਗੰਮ ਅਗੋਚਰ ਦੇਖ ਦਿਖਾਏ, ਨਾਨਕ ਤਾਂ ਕਾ ਦਾਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਸਤਿਗੁਰਾਂ ਦੇ ਪਾਵਨ ਚਰਨਾਂ ਨਾਲ ਜੁੜੀ ਹੋਈ ਸਾਧ ਸੰਗਤ ਜੀਓ, ਗੁਰੂ ਖਾਲਸਾ ਜੀਓ ਤੇ ਗੁਰਬਾਣੀ ਵਿਚਾਰਦੇ ਗੁਰਮੁਖ ਸੱਜਣੋ, ਆਪਣੀ ਤੁੱਛ ਬੁੱਧੀ ਅਨੁਸਾਰ ਸਿੱਧ ਗੋਸ਼ ਦੀ ਵਿਚਾਰ ਕੱਲ੍ਹ ਤੋਂ ਸ਼ੁਰੂ ਹੋਈ ਸੀਗੀ, ਉਹਨੂੰ ਅੱਗੇ ਲੜੀਵਾਰ ਗੁਰੂ ਮਹਾਰਾਜ ਦੇ ਹੁਕਮ ਦੇ ਵਿੱਚ ਉਹਦੀ ਅਸੀਸ ਲੈ ਕੇ ਅੱਗੇ ਜਾਰੀ ਹੈ। ਪ੍ਰਸ਼ਨ ਸਿੱਧਾਂ ਦੇ ਹੈ, ਉੱਤਰ ਗੁਰੂ ਨਾਨਕ ਪਾਤਸ਼ਾਹ ਦੇ ਹੈ। ਘਟ ਘਟ ਬੈਸ ਨਿਰੰਤਰ ਰਹੀਐ, ਚਾਲੈ ਸਤਿਗੁਰ ਪਾਏ। ਗੁਰੂ ਨਾਨਕ ਸਾਹਿਬ ਫਰਮਾ ਰਹੇ ਹੈ ਵੀ ਜਿਹੜਾ ਪਰਮਾਤਮਾ ਘਟ ਘਟ ਵਿੱਚ ਰਵਿਆ ਹੋਇਆ ਹੈ, ਅਸੀਂ ਉਹਦੇ ਵਿੱਚ ਰਹਿੰਦੇ ਹਾਂ, ਉਹਦੇ ਵਿੱਚ ਸਾਡੀ ਆਸਥਾ ਹੈ, ਹੋਰ ਕਿਸੇ ਪਾਸੇ ਨਹੀਂ ਹੈ। ਸਤਿਗੁਰੂ ਦੇ ਪ੍ਰੇਮ ਦੇ ਵਿੱਚ ਅਸੀਂ ਚੱਲਦੇ ਹਾਂ, ਉਹਦੇ ਹੁਕਮ ਵਿੱਚ ਚੱਲਦੇ। ਸਹਿਜੇ ਆਏ ਹੁਕਮ ਸਿਧਾਏ, ਨਾਨਕ ਸਦਾ ਰਜਾਏ। ਸਹਿਜ ਵਿੱਚ ਆਏ ਹੈ, ਹੁਕਮ ਵਿੱਚ ਚਲੇ ਜਾਂਦੇ ਹਾਂ, ਨਾਨਕ ਸਦਾ ਉਹਦੀ ਰਜਾ ਵਿੱਚ ਰਹਿੰਦਾ। ਇਹ ਪਾਤਸ਼ਾਹ ਫਰਮਾ ਰਹੇ। ਆਸਣ ਬੈਸਣ ਥਿਰ ਨਾਰਾਇਣ, ਐਸੀ ਗੁਰਮਤਿ ਪਾਏ। ਅਸੀਂ ਐਸੀ ਗੁਰਮਤਿ ਪਾਈ ਹੈ, ਸਾਡੇ ਅੰਦਰ ਐਸਾ ਗੁਰਮਤਿ ਨੇ ਗਿਆਨ ਦਿੱਤਾ ਹੈ ਬਈ ਪਰਮਾਤਮਾ ਹੀ ਸਦਾ ਥਿਰ ਹੈ। ਉਹ ਨਹੀਂ ਰਹਿਣਾ ਹੈ, ਉਹੀ ਆਸਣ ਬੈਸਣ ਵਾਲਾ ਹੈ, ਬਾਕੀ ਸਾਰੀ ਦੁਨੀਆ ਆਵਣ ਜਾਵਣੀ। ਗੁਰਮੁਖ ਬੂਝੈ ਆਪ ਪਛਾਣੈ, ਸੱਚੇ ਸੱਚ ਸਮਾਏ। ਗੁਰੂ ਦੇ ਰਾਹੀਂ ਜਿਹੜਾ ਬੰਦਾ ਬੁੱਝਦਾ ਹੈ, ਆਪਣੇ ਆਪ ਨੂੰ ਪਛਾਣਦਾ, ਯਾਨੀ ਹਉਮੈ ਦੀ ਪਛਾਣ ਕਰਦਾ ਹੈ,
ਉਹ ਹੀ ਸੱਚੇ ਦੇ ਵਿੱਚ ਸਮਾਉਂਦਾ ਹੈ। ਕਿਸੇ ਕਿਰਿਆ ਵਿਸ਼ੇਸ਼ ਤੋਂ ਇਨਕਾਰ ਹੈ ਗੁਰੂ ਪਾਤਸ਼ਾਹ ਦਾ। ਸਿਰਫ ਇਹ ਸੋਚ ਹੈ ਵੀ ਜਿਹੜਾ ਆਪਣੇ ਆਪ ਨੂੰ ਬੁੱਝਦਾ, ਹਉਮੈ ਨੂੰ ਬੁੱਝਦਾ, ਗੁਰੂ ਦੇ ਰਾਹੀਂ, ਗੁਰਮੁਖ ਖੱਖੇ ਨੂੰ ਸਿਹਾਰੀ ਹੈ, ਇਸ ਕਰਕੇ ਗੁਰੂ ਦੇ ਰਾਹੀਂ ਉਹੀ ਸੱਚ ਵਿੱਚ ਸਮਾ ਸਕਦਾ ਹੈ, ਹੋਰ ਕੋਈ ਨਹੀਂ। ਦੁਨੀਆ ਸਾਗਰ ਦੁੱਤਰ ਕਹੀਐ, ਕਿਉਂ ਕਰ ਪਾਈਐ ਪਾਰੋ। ਹੁਣ ਚਰਪਟ ਜੋਗੀ ਬੋਲ ਰਿਹਾ ਸਿੱਧ ਵੀ ਦੁਨੀਆ ਨੂੰ ਦੁੱਤਰ ਕਿਹਾ ਜਾਂਦਾ ਹੈ, ਜਿਹੜੀ ਨਾ ਤਰੀ ਜਾ ਸਕੇ, ਐਸਾ ਸਾਗਰ ਹੈ ਭਵ ਸਾਗਰ। ਇਹ ਤੋਂ ਪਾਰ ਕਿਵੇਂ ਪਾਇਆ ਜਾਵੇ, ਇਹ ਸਵਾਲ ਹੈ। ਚਰਪਟ ਬੋਲੇ ਅਵਧੂ ਨਾਨਕ ਦੇ ਸੱਚਾ ਵਿਚਾਰੋ। ਚਰਪਟ ਬੋਲ ਰਿਹਾ ਹੈ ਵੀ ਹੇ ਨਾਨਕ, ਹੇ ਅਵਧੂਤ ਨਾਨਕ। ਅਵਧੂ ਸ਼ਬਦ ਬੁੱਧ ਧਰਮ ਦੀ ਫਿਲਾਸਫੀ ਦੇ ਵਿੱਚ ਇਸ ਤਰ੍ਹਾਂ ਹੈ ਜਿਵੇਂ ਕੋਈ ਪੁੱਗੇ ਹੋਏ ਜੋਗੀ ਹੁੰਦੇ ਨਾ, ਉਹਨਾਂ ਨੂੰ ਅਵਧੂ ਕਿਹਾ ਜਾਂਦਾ ਹੈ। ਵੀ ਆਪਣਾ ਸੱਚਾ ਵਿਚਾਰ ਦੇ ਵੀ ਇਹ ਦੁੱਤਰ ਸਾਗਰ ਨੂੰ ਕਿਉਂ ਤਰੀਏ। ਆਪੇ ਆਖੇ ਆਪੇ ਸਮਝੈ, ਤਿਸ ਕਿਆ ਉੱਤਰ ਦੀਜੈ। ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਹੈ ਵੀ ਆਪੇ ਤਾਂ ਤੂੰ ਆਖ ਰਿਹਾ ਵੀ ਦੁੱਤਰ ਹੈ, ਇਸ ਗੱਲ ਨੂੰ ਸਮਝ ਰਿਹਾ ਹੈ, ਤੈਨੂੰ ਕਿਆ ਉੱਤਰ ਦਈਏ। ਤੂੰ ਪਹਿਲਾਂ ਹੀ ਤਾਂ ਕਹਿ ਰਿਹਾ ਵੀ ਇਹ ਦੁੱਤਰ ਹੈ। ਸਾਚ ਕਹੋ ਤੁਮ ਪਾਰਗ੍ਰਾਮੀ, ਤੁਝ ਕਿਆ ਬੈਸਣ ਦੀਜੈ। ਹੇ ਪਾਰਗ੍ਰਾਮੀ ਸੱਚੇ ਪਾਤਸ਼ਾਹ ਜੀਓ, ਇਹਦਾ ਜਵਾਬ ਦੇ ਬਈ ਦੁੱਤਰ ਜਿਹੜਾ ਭਵ ਜਲ ਹੈ ਉਹਨੂੰ ਕਿਵੇਂ ਤਰਿਆ ਜਾਵੇ। ਤੋ ਪਾਤਸ਼ਾਹ ਫਰਮਾਉਂਦੇ ਆ ਵੀ ਤੈਨੂੰ ਉਰੇ ਤਾਂ ਬੈਠਣ ਦੇਣਾ ਨਹੀਂ ਚਾਹੀਦਾ ਸਭਾ 'ਚ, ਕਿਉਂਕਿ ਤੂੰ ਤਾਂ ਆਪੇ ਉਹਨੂੰ ਸਮਝ ਰਿਹਾ ਵੀ ਇਹ ਦੁੱਤਰ ਹੈ, ਫਿਰ ਤੂੰ ਉਹਦਾ ਜਵਾਬ ਮੰਗਦਾ, ਸਵਾਲ ਜਵਾਬ ਦੋਵੇਂ ਕਰਦਾ। ਤੇ ਉੱਤਰ ਉਸੇ ਨੂੰ ਦਿੱਤਾ ਜਾਂਦਾ ਜਿਹੜਾ ਉਹਦਾ ਗਾਹਕ ਹੋਵੇ, ਉਹਨੂੰ ਸੁਣਨਾ ਚਾਹੁੰਦਾ ਹੋਵੇ ਜਵਾਬ। ਜਿਹੜੇ ਨੂੰ ਪਤਾ ਹੁੰਦਾ ਉਹ ਹੁਜਤ ਹੁੰਦੀ ਹੈ, ਦਲੀਲਬਾਜ਼ੀ ਕਰਦਾ ਹੁੰਦਾ ਵਾ। ਸਾਧ ਸੰਗਤ ਜੀ, ਉਹ ਇੱਕ ਸ਼ਬਦ ਹੁੰਦਾ ਪਾਰਗ੍ਰਾਮੀ, ਇੱਕ ਹੁੰਦਾ ਪਾਰਦਰਸ਼ੀ। ਪਾਰਦਰਸ਼ੀ ਹੁੰਦਾ ਜਿਵੇਂ ਦਰਿਆ ਦੇ ਦੂਜੇ ਕੰਢੇ ਤੋਂ ਪਾਰ ਜੋ ਕੁਛ ਦਰਖਤ ਵਗੈਰਾ ਖੜੇ ਹੁੰਦੇ ਉਹ ਆਪਾਂ ਨੂੰ ਨਜ਼ਰ ਆਉਂਦੇ ਹੋਣਗੇ। ਪਾਰਗ੍ਰਾਮੀ ਹੁੰਦਾ ਜਿਹੜਾ ਦਰਿਆ ਟੱਪ ਕੇ ਉਸ ਦੇਸ਼ ਵਿੱਚ ਪਹੁੰਚ ਗਿਆ ਹੋਵੇ। ਦੋਹਾਂ ਦੇ ਵਿੱਚ ਅੰਤਰ ਹੈ। ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੈ ਸਾਣੇ। ਹੁਣ ਪਾਤਸ਼ਾਹ ਦਾ ਉੱਤਰ ਹੈ ਜਿਵੇਂ ਜਲ ਦੇ ਵਿੱਚ ਜਿੱਥੇ ਸ਼ਹਿਰ ਦੀ ਗੰਦਗੀ ਹੁੰਦੀ ਹੈ, ਉੱਥੇ ਕਮਲ ਦਾ ਫੁੱਲ ਖੜਾ ਹੁੰਦਾ ਨਿਰਲੇਪ, ਨਿਰਾਲਮ, ਉਹਨੂੰ ਕੋਈ ਗੰਦਗੀ ਨਹੀਂ ਲੱਗਦੀ। ਔਰ ਮੁਰਗਾਈ ਦਰਿਆ ਨੂੰ ਤੈਰਦੀ ਰਹਿੰਦੀ ਹੈ, ਉਹਦੇ ਖੰਭ ਗਿੱਲੇ ਨਹੀਂ ਹੁੰਦੇ। ਨੈ ਕਹਿੰਦੇ ਦਰਿਆ ਨੂੰ। ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਬਖਾਣੇ। ਇਹ ਰਸਤਾ ਹੈ ਪਾਤਸ਼ਾਹ ਦਾ। ਜਿਵੇਂ ਜਲ ਦੇ ਵਿੱਚ ਕਮਲ ਖੜਦਾ ਹੈ ਗੰਦਗੀ ਦੇ ਵਿੱਚ, ਮੁਰਗਾਈ ਦੇ ਖੰਭ ਨਹੀਂ ਭਿੱਜਦੇ ਪਾਣੀ 'ਚ ਤੈਰਦੀ ਦੇ, ਤਿਵੇਂ ਹੀ ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਬਖਾਣੇ। ਸਾਧ ਸੰਗਤ ਜੀਓ, ਇਹ ਜਿਹੜਾ ਮਾਂ ਵਾਕ ਹੈ ਇਹ ਗੁਰਬਾਣੀ ਦਾ ਬੇਸਿਕ ਅਸੂਲ ਹੈ ਬਈ ਸ਼ਬਦ ਦੇ ਵਿੱਚ ਸੁਰਤ ਜੋੜਨੀ ਹੈ, ਫਿਰ ਇਹ ਜਿਹੜਾ ਸੰਸਾਰ ਦਾ ਭਵ ਜਲ ਹੈ ਇਹ ਤਰਿਆ ਜਾਂਦਾ। ਔਰ ਗੁਰੂ ਨਾਨਕ ਪਾਤਸ਼ਾਹ ਇਹ ਨਾਮ ਨੂੰ ਵਿਖਾਣਦੇ ਆ, ਇਹ ਨਾਮ ਹੈ ਬਈ ਸੁਰਤ ਸ਼ਬਦ ਨਾਲ ਭਵ ਸਾਗਰ ਨੇ ਤਰਨਾ ਹੈ। ਇਹ ਨਾਮ ਦਾ ਮਾਰਗ ਹੈ, ਕਿਰਿਆ ਵਿਸ਼ੇਸ਼ ਦਾ ਮਾਰਗ ਨਹੀਂ ਹੈ। ਸੋ ਸੁਰਤ ਵਿੱਚ ਸ਼ਬਦ ਜਾਂ ਸ਼ਬਦ ਵਿੱਚ ਸੁਰਤ। ਜੀ ਮੈਂ ਪੀ ਕੇ ਪੀ ਮੈਂ ਜੀ। ਭਵ ਸਾਗਰ ਵੈਸੇ ਦੁੱਤਰ ਲੱਗਦਾ ਜ਼ਰੂਰ ਹੈ, ਪਰ ਇਹ ਤਰਿਆ ਜਾਂਦਾ ਗੁਰੂ ਦੇ ਰਾਹੀਂ। ਗੁਰੂ ਨੂੰ ਅਰਪਣ ਹੋ ਕੇ ਤਨ ਮਨ ਧਨ ਤੋਂ ਫਿਰ ਇਹਨੂੰ ਤਰਿਆ ਜਾ ਸਕਦਾ, ਫਿਰ ਪਰਮਾਤਮਾ 'ਚ ਲੀਨ ਹੋਇਆ ਜਾ ਸਕਦਾ। ਰਹਿ ਇਕਾਂਤ ਏਕੋ ਮਨ ਵਸਿਆ, ਆਸਾ ਮਾਹੇ ਨਿਰਾਸੋ। ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਆ ਵੀ ਸਾਡੇ ਮਨ 'ਚ ਇੱਕ ਵਸਿਆ ਹੋਇਆ, ਅਸੀਂ ਇਕਾਂਤ ਰਹਿੰਦੇ ਹਾਂ ਦੁਨੀਆ ਤੋਂ, ਅਲੱਗ ਰਹਿੰਦੇ ਭਾਵੇਂ ਵਿੱਚ ਹੀ ਮੁਰਗਾਈ ਦੀ ਤਰ੍ਹਾਂ। ਆਸਾ ਮਾਹੇ ਨਿਰਾਸੋ, ਆਸ਼ਾ ਵਿੱਚ ਵੀ ਅਸੀਂ ਨਿਰਾਸ਼ ਰਹਿੰਦੇ। ਇਹ ਬੜੇ ਗੰਭੀਰ ਕਨਸੈਪਟ ਨੇ ਗੁਰਬਾਣੀ ਦੇ। ਆਸ਼ਾ ਵੀ ਕਰਨੀ ਹੈ ਪਰ ਅੰਦਰੋਂ ਅੰਦਰੀ ਨਿਰਾਸ਼ ਵੀ ਰਹਿਣਾ, ਸੰਸਾਰ ਦੇ ਵਿੱਚ ਮਾਇਆ ਦੇ ਵਿੱਚ ਵੀ ਰਹਿਣਾ, ਪਰ ਆਪਣੇ ਆਪ ਨੂੰ ਅਲੱਗ ਵੀ ਰੱਖਣਾ। ਮਨਸ਼ਾ, ਆਸ਼ਾ ਔਰ ਤ੍ਰਿਸ਼ਨਾ, ਇਹ ਤਿੰਨੇ ਇੱਕੋ ਸੈਂਸ ਵਿੱਚ ਵੀ ਵਰਤੀਆਂ ਜਾਂਦੀਆਂ ਗੁਰਬਾਣੀ 'ਚ, ਪਰ ਤਿੰਨਾਂ 'ਚ ਭੇਦ ਵੀ ਹੈ। ਮਨਸ਼ਾ ਹੁੰਦੀ ਹੈ ਜਦੋਂ ਮਨ ਦੇ ਵਿੱਚ ਕੋਈ ਖਿਆਲ ਜਿਹਾ ਪੈਦਾ ਹੋ ਜਾਏ, ਕੋਈ ਆਸ ਜੀ ਪੈਦਾ ਹੋ ਜਾਏ, ਅਜੇ ਬਾਹਰ ਨਾ ਆਵੇ। ਆਸਾ ਜਦੋਂ ਆਪਾਂ ਕਿਸੇ ਚੀਜ਼ ਦੀ ਆਸ ਕਰੀਏ ਵਿਵਡਲੀ,
ਕਾਫੀ ਸ਼ਿੱਦਤ ਦੇ ਨਾਲ। ਤੇ ਜਿਹੜੀ ਤ੍ਰਿਸ਼ਨਾ ਹੈ ਉਹ ਹੁੰਦੀ ਹੈ ਜਦੋਂ ਆਸਾ ਬਹੁਤ ਵੱਧ ਜਾਵੇ, ਐਕਸਟ੍ਰੀਮ ਪਰ ਪਹੁੰਚ ਜਾਵੇ, ਜਿਹਨੂੰ ਬੁਰਾ ਗਿਣਿਆ ਗਿਆ ਹੈ। ਮਨਸਾ ਔਰ ਆਸਾ ਨੂੰ ਇੰਨਾ ਬੁਰਾ ਨਹੀਂ ਗਿਣਿਆ ਜਾਂਦਾ ਜਿੰਨਾ ਤ੍ਰਿਸ਼ਨਾ ਨੂੰ ਗਿਣਿਆ ਜਾਂਦਾ। ਇਸੇ ਤ੍ਰਿਸ਼ਨਾ ਵਾਸਤੇ ਮਹਾਤਮਾ ਬੁੱਧ ਨੇ ਤਨਾ ਸ਼ਬਦ ਵਰਤਿਆ ਵੀ ਸਭ ਰੋਗਾਂ ਦੀ ਜਿਹੜੀ ਜੜ ਹੈ, ਸੰਸਾਰ ਦੁੱਖਾਂ ਦਾ ਘਰ ਹੈ, ਦੁੱਖਾਂ ਦਾ ਕਾਰਨ ਤ੍ਰਿਸ਼ਨਾ ਹੈ। ਤਨੋ ਤਨਾ ਇਹ ਪਾਲੀ ਸ਼ਬਦ ਹੈ, ਪਾਲੀ ਬੋਲੀ ਦਾ। ਤੋ ਗੁਰੂ ਨਾਨਕ ਪਾਤਸ਼ਾਹ ਫਰਮਾਨੇ ਹੈ ਆਸਾ ਦੇ ਵਿੱਚ ਨਿਰਾਸ਼ ਰਹਿਣਾ, ਦੁਨੀਆ ਦੇ ਵਿੱਚ, ਦੁਨੀਆ ਦੀ ਜਿਹੜੀ ਚਕਾ ਚੌਂਧ ਹੈ ਉਹਦੇ ਵਿੱਚ ਇਕਾਂਤ ਵਿੱਚ ਰਹਿਣਾ, ਆਪਣੇ ਮਨ ਦੇ ਵਿੱਚ ਤੇ ਮਨ ਵਿੱਚ ਇੱਕ ਦਾ ਵਸਿਆ ਹੋਣਾ। ਅਗੰਮ ਅਗੋਚਰ ਦੇਖ ਦਿਖਾਏ ਨਾਨਕ ਤਾਂ ਕਾ ਦਾਸੋ। ਨਾਨਕ ਉਹਦਾ ਦਾਸ ਹੈ ਜਿਹੜਾ ਉਸ ਅਗੰਮ ਅਗੋਚਰ ਨੂੰ ਆਪ ਵੀ ਦੇਖਦਾ ਹੈ ਤੇ ਸਾਨੂੰ ਦਿਖਾ ਸਕਦਾ ਹੈ। ਜਿਹੜਾ ਆਪ ਉਹਨੂੰ ਪਹੁੰਚ ਗਿਆ, ਗੁਰਮੁਖ ਦੀ ਬਾਤ ਹੋ ਰਹੀ ਹੈ, ਸੰਤ ਦੀ ਬਾਤ ਹੋ ਰਹੀ ਹੈ, ਜਿਹੜਾ ਉਸ ਅਗੰਮ ਅਗੋਚਰ ਨੂੰ ਦੇਖ ਲਵੇ ਔਰ ਸਾਨੂੰ ਦਿਖਾ ਸਕੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਅਸੀਂ ਉਹਦੇ ਦਾਸ ਹਾਂ। ਸੋ ਸਾਧ ਸੰਗਤ ਜੀਓ, ਰੱਬ ਦੇ ਦਾਸਾਂ ਦਾ ਦਾਸ ਹੋ ਜਾਣਾ ਇਹ ਵੀ ਗੁਰਮਤਿ ਦਾ ਇੱਕ ਕਨਸੈਪਟ ਹੈ। ਕਿਉਂਕਿ ਕਿਸੇ ਕਿਰਿਆ ਵਿਸ਼ੇਸ਼ ਨਾਲ, ਕਿਸੇ ਪਾਠ ਵਿਸ਼ੇਸ਼ ਨਾਲ ਉਧਾਰ ਨਹੀਂ ਹੋ ਸਕਦਾ। ਗੁਰਮੁਖ ਦੇ ਨਾਲ ਜੁੜਨਾ ਪਊਗਾ। ਸੰਗਤ ਦੇ ਵਿੱਚ ਗੁਰਮੁਖ ਹੁੰਦਾ ਹੈ। ਸੰਗਤ ਵੀ ਗੁਰਮੁਖ ਦਾ ਹੀ ਇੱਕ ਵਾਈਡ ਟਰਮ ਹੈ, ਕਿਉਂਕਿ ਸੰਗਤ ਦੇ ਵਿੱਚ ਗੁਰਮੁਖ ਵੀ ਹੁੰਦਾ ਹੈ। ਦੂਜੀ ਅਵਸਥਾ ਵਾਲੇ ਵੀ ਹੁੰਦੇ ਜਿਹੜੇ ਅਜੇ ਸਿੱਖਣਾ ਚਾਹੁੰਦੇ ਆ ਜਾਂ ਤੁਰਨਾ ਚਾਹੁੰਦੇ ਜਾਂ ਤੁਰੇ ਹੋਏ ਹੁੰਦੇ, ਅਧਵਾਟੇ ਹੁੰਦੇ। ਵਿੱਚ ਗੁਰਮੁਖ ਵੀ ਹੁੰਦਾ ਜਿਹੜਾ ਪਹੁੰਚਿਆ ਹੋਇਆ ਹੁੰਦਾ। ਸੋ ਗੁਰੂ ਤੋਂ ਬਿਨਾਂ, ਗੁਰਮੁਖ ਤੋਂ ਬਿਨਾਂ ਇਸ ਸੰਸਾਰ ਨੂੰ ਤਰਿਆ ਨਹੀਂ ਜਾ ਸਕਦਾ। ਸੇਧ ਜਿਹੜੀ ਲੈਣੀ ਹੈ ਉਹ ਗੁਰਮੁਖ ਤੋਂ ਲੈਣੀ ਹੈ। ਗੁਰਬਾਣੀ ਗੁਰੂ ਹੈ, ਗੁਰਬਾਣੀ ਤੋਂ ਲੈਣੀ ਹੈ। ਗੁਰਮਤਿ ਦੇ ਇਹ ਕਨਸੈਪਟ ਬੜੇ ਨਿਰੋਲ ਹੈ ਜਾਂ ਨਵੇਕਲੇ ਹੈ। ਇਹਨਾਂ ਨੂੰ ਸਮਝਣਾ ਸੰਸਾਰ ਦੀ ਬੁੱਧੀ 'ਚ ਬਹੁਤ ਮੁਸ਼ਕਿਲ ਹੈ। ਕਈ ਲੋਕ ਫਿਰ ਇਹੀ ਸਮਝ ਕੇ ਬਹਿ ਜਾਂਦੇ ਵੀ ਗੁਰਮੁਖ ਦੀ ਉਹ ਲੋੜ ਹੈ, ਬਾਣੀ ਦੀ ਲੋੜ ਨਹੀਂ ਹੈ। ਕਈ ਕਹਿੰਦੇ ਜੀ ਬਾਣੀ ਦੀ ਉਹ ਲੋੜ ਹੈ, ਵਿਚੋਲਾ ਕੋਈ ਨਹੀਂ ਹੈ। ਇਹ ਸਭ ਆਪਣੇ ਆਪਣੇ ਮੱਤ ਹੈ, ਖਿਆਲ ਹੈ, ਇੱਕਣ ਦੀ ਨਹੀਂ ਹੈ ਗੱਲ ਗੁਰਬਾਣੀ 'ਚ। ਗੁਰਬਾਣੀ ਗੁਰੂ ਹੈ, ਕੋਈ ਡਾਊਟ ਨਹੀਂ, ਪਰ ਗੁਰਬਾਣੀ ਵਰਤਦੀ ਗੁਰਮੁਖਾਂ ਵਿੱਚ ਹੈ। ਜਿਹੜਾ ਵੀ ਗੁਰਮੁਖ ਹੋਊਗਾ ਉਹ ਗੁਰਬਾਣੀ ਤੋਂ ਬਾਹਰ ਨਹੀਂ ਜਾਂਦਾ। ਜੇ ਕੋਈ ਗੁਰਬਾਣੀ ਤੋਂ ਬਾਹਰ ਆਪਣੇ ਆਪ ਨੂੰ ਗੁਰਮੁਖਤਾ ਹੀ ਦਿਖਾਉਂਦਾ ਤਾਂ ਉਹਨੂੰ ਸਮਝ ਲਓ ਵੀ ਇਹ ਢੋਂਗੀ ਹੈ, ਫਰੇਬੀ ਹੈ। ਉਹ ਉਹਦੀ ਹਉਮੈ ਹੁੰਦੀ ਜਿਹੜੀ ਉਹਨੂੰ ਆਪਣੇ ਆਪ ਨੂੰ ਬੜਾ ਕਰੀ ਰੱਖਦੀ ਹੈ। ਸੰਤ ਉਹ ਹੁੰਦਾ ਹੈ, ਗੁਰਮੁਖ ਉਹ ਹੁੰਦਾ ਜਿਹੜਾ ਸੰਗਤ ਦੇ ਚਾਨੀ ਪਵੇ, ਸੰਗਤ ਨੂੰ ਬੜਾ ਕਰੇ। ਪਾਤਸ਼ਾਹ ਖੁਦ ਨਿਰੰਕਾਰ ਹੁੰਦੇ ਹੋਏ ਸੰਗਤ ਦੇ ਉੱਪਰ ਪੱਖਾ ਝੱਲਦੇ ਰਹੇ, ਭਾਂਡੇ ਮਾਂਜਦੇ ਰਹੇ। ਜਿਹੜੇ ਸ਼ਹੀਦ ਹੋਣ ਵਾਲੇ ਸੀ ਅਗਲੇ ਦਿਨ ਉਹਨਾਂ ਦੇ ਚਰਨਾਂ ਨੂੰ ਚੁੰਮਣ ਤੱਕ ਦੀ ਬਾਤ ਵੀ ਆ ਰਹੀ ਹੈ। ਨਹੀਂ ਤਾਂ ਗੁਰੂ ਗੁਰੂ ਹੁੰਦਾ, ਚੇਲਾ ਚੇਲਾ ਹੁੰਦਾ। ਲੇਕਿਨ ਗੁਰਮਤਿ ਵਿੱਚ ਚੇਲਾ ਵੀ ਗੁਰੂ ਨੂੰ ਪਿਆਰਾ ਹੋ ਜਾਂਦਾ ਔਰ ਮੁੜ ਕੇ ਗੁਰੂ ਬਣ ਜਾਂਦਾ ਚੇਲਾ ਜੀ। ਚਾਹੇ ਗੁਰੂ ਅੰਗਦ ਦੇਵ ਜੀ ਬਣੇ ਗੁਰੂ ਨਾਨਕ ਦੀ ਜਗ੍ਹਾ, ਸੇਵਾ ਕਰਕੇ, ਗੁਰਬਾਣੀ ਨਾਲ ਜੁੜ ਕੇ, ਗੁਰੂ ਦੇ ਬਚਨਾਂ ਨਾਲ ਜੁੜ ਕੇ। ਇਹ ਸਾਰੇ ਕਨਸੈਪਟ ਇੱਕ ਦੂਜੇ ਨਾਲ ਰਲੇ ਮਿਲੇ ਹੋਏ ਹੈ। ਜੇ ਇਹਨਾਂ ਨੂੰ ਨਿਖੇੜ ਕੇ ਕੋਈ ਇੱਕ ਬਣਾਉਣ ਦੀ ਕੋਸ਼ਿਸ਼ ਕਰੇ ਵੀ ਨਹੀਂ ਜੀ ਗੁਰਬਾਣੀ ਹੀ ਸਾਡਾ ਉਧਾਰ ਕਰੂਗੀ, ਸਾਨੂੰ ਲੋੜ ਨਹੀਂ ਕਿਸੇ ਵਿਚੋਲੇ ਦੀ, ਇਹ ਗਲਤ ਖਿਆਲੀ ਹੈ। ਗੁਰਬਾਣੀ ਬਸਣੀ ਹੀ ਗੁਰਮੁਖਾਂ ਦੇ ਅੰਦਰ ਹੈ। ਗੁਰਮੁਖਾਂ ਨੇ ਹੀ ਐਕਸਪਲੇਨ ਕਰਨੀ ਹੈ ਇਹਨੂੰ, ਨਹੀਂ ਤਾਂ ਅਸੀਂ ਫਿਰ ਬੁੱਧੀ ਦੇ ਨਾਲ ਉਹਨੂੰ ਗਲਤ ਅਰਥ ਲਾ ਲਾਂਗੇ। ਕੱਲ੍ਹ ਦੀ ਪਰਸੋਂ ਦੀ ਇਹ ਵਿਚਾਰ ਹੋਈ ਵੀ ਹੈ ਬਈ ਜਿਹੜੀ ਗੋਹਜ ਚੀਜ਼ ਹੈ ਉਹਨੂੰ ਬੁੱਧੀ ਨਹੀਂ ਸਮਝ ਸਕਦੀ ਹੈ। ਜਿਹੜੀ ਚੀਜ਼ ਈਸੋਟੈਰਿਕ ਹੈ ਉਹਨੂੰ ਅਸੀਂ ਐਕਸੋਟੈਰਿਕ ਬਣਾ ਕੇ ਪੇਸ਼ ਕਰਨ ਲੱਗੇ ਹੋਏ ਵਿਦਵਾਨ ਅੱਜ ਕੱਲ੍ਹ ਦੇ। ਬੁੱਧੀ ਨਾਲ ਇੱਕਣ ਦੀ ਬਾਤ ਨਹੀਂ। ਜਪ ਵੀ ਕਰਨਾ ਮਸਟ ਹੈ, ਗੁਰਮੁਖਾਂ ਦਾ ਮਿਲਾਪ ਵੀ ਮਸਟ ਹੈ। ਗੁਰਬਾਣੀ ਉਹਨਾਂ ਦੇ ਅੰਦਰ ਵਸੀ ਹੋਈ ਹੈ, ਇਸ ਕਰਕੇ ਜਿਹੜਾ ਅਲਟੀਮੇਟ ਹੈ ਉਹ ਗੁਰਬਾਣੀ ਗੁਰੂ ਹੈ। ਕਿਉਂਕਿ ਜਿਹੜਾ ਵੀ ਕੋਈ ਗੁਰਮੁਖ ਹੋਊਗਾ ਉਹ ਗੁਰਬਾਣੀ ਤੋਂ ਬਾਹਰ ਹੋਏਗਾ ਹੀ ਨਹੀਂ ਕਦੇ ਵੀ। ਸਭ ਨਾਦ ਵੇਦ ਗੁਰਬਾਣੀ ਮਨ ਰਾਤਾ ਸਾਰੰਗ ਪਾਣੀ। ਬਾਬਾ ਜੀ ਨਦਮਲਪੁਰ ਵਾਲੇ ਇਹ ਅਕਸਰ ਬੋਲਿਆ ਕਰਦੇ ਸੀ, ਭਾਈ ਗੁਰਬਾਣੀ ਤੋਂ ਉੱਪਰ ਨਾ ਕੁਛ ਹੈ, ਨਾ ਪਹਿਲਾਂ ਸੀ, ਨਾ ਹੁਣ, ਨਾ ਕੋਈ ਹੋਊਗਾ।
ਗੁਰਬਾਣੀ ਹੀ ਸਭ ਕੁਛ ਹੈ। ਹੁਣ ਇਸ ਚੀਜ਼ ਨੂੰ ਐਕਸਪਲੇਨ ਕਰਨ ਲੱਗਿਆ ਫਿਰ ਜਦੋਂ ਬੰਦਾ ਬੁੱਧੀ ਨਾਲ ਸੋਚ ਲੈਂਦਾ ਵੀ ਗੁਰਬਾਣੀ ਸਭ ਕੁਛ ਹੈ, ਵਿਚੋਲੇ ਦੀ ਲੋੜ ਨਹੀਂ, ਉਹ ਐਕਸਪਲੇਨੇਸ਼ਨ ਸਹੀ ਨਹੀਂ ਹੈ। ਗੁਰਮੁਖ ਨੂੰ ਸਮਝ ਹੁੰਦੀ ਹੈ ਇਸ ਗੱਲ ਦੀ ਵੀ ਗੁਰਬਾਣੀ ਹੀ ਸਭ ਕੁਛ ਹੈ। ਬੁੱਧੀ ਵਾਲਾ ਨਹੀਂ, ਬੁੱਧੀ ਵਾਲਾ ਆਪਣੀਆਂ ਦਲੀਲਾਂ ਦੇਗਾ। ਇਸ ਕਰਕੇ ਗੁਰਮਤ ਦੀ ਜਿਹੜੀ ਸਮਝ ਹੈ, ਜੇ ਮਹਾਰਾਜ ਦਵੇ, ਉਹ ਸੰਗਤ ਵਿੱਚੋਂ ਹੀ ਗੁਰਮੁਖਾਂ ਦੇ ਰਾਹੀਂ ਹੀ ਸਮਝ ਆਉਣੀ ਹੈ। ਗੁਰੂ ਪਾਤਸ਼ਾਹ ਤਾਂ ਕਹਿੰਦੇ ਵੀ ਅਸੀਂ ਉਹਦੇ ਦਾਸ ਹਾਂ, ਜਿਹੜਾ ਸਾਨੂੰ ਇਹ ਗੱਲ ਨੂੰ ਸਮਝਾਵੇ, ਰੱਬ ਨੂੰ ਦਿਖਾਵੇ, ਆਪ ਵੀ ਦੇਖੇ। ਤੇ ਜੇ ਅਸੀਂ ਗੁਰਮੁਖਾਂ ਨੂੰ ਬਾਹਰ ਕੱਢੀਏ ਇਸ ਗੱਲ ਚੋਂ ਆਪਣੀ ਬੁੱਧੀ ਨਾਲ, ਫਿਰ ਕਿੱਥੇ ਸਾਡੀ ਸਹੀ ਰਹੇਗੀ ਗੁਰਮਤ ਦੀ ਸੋਝੀ। ਇਸ ਕਰਕੇ ਮਨ ਨੂੰ ਜਿੰਨਾ ਚਿਰ ਹਉਮੈ ਨਹੀਂ ਟੁੱਟਦੀ, ਬੁੱਧੀ ਹਉਮੈ ਨਾਲ ਜੁੜੀ ਹੋਈ ਹੈ। ਹਉਮੈ ਟੁੱਟੇ ਬਿਨਾਂ ਬੁੱਧੀ ਨੇ ਵਿਵੇਕ ਨਹੀਂ ਬਣਨਾ। ਨਹੀਂ ਸਮਝ ਆਉਣੀ ਸਾਨੂੰ ਇਸ ਗੱਲ ਦੀ, ਭਾਵੇਂ ਲੱਖ PhD'ਆਂ ਵੀ ਕਰ ਲਈਏ ਗੁਰਬਾਣੀ ਤੇ, ਨਹੀਂ ਸਮਝ ਆਏਗੀ ਇਸ ਗੱਲ ਦੀ। ਦਾਸ ਨੂੰ ਪਤਾ ਹੈ, ਇੱਕ ਸ਼ਖਸ ਨੇ PhD ਕਰੀ ਸੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ, ਸਹਿਜ ਦੀ ਅਵਸਥਾ ਤੇ, ਕਨਸੈਪਟ ਆਫ ਸਹਿਜ ਇਨ ਗੁਰੂ ਗ੍ਰੰਥ, ਇਹ ਉਹਦਾ ਥੀਸਿਸ ਸੀਗਾ PhD ਦਾ। PhD ਮਿਲ ਗਈ ਨਾ, ਦੇਣ ਵਾਲਿਆਂ ਨੂੰ, ਪ੍ਰਦਾਨ ਕਰਨ ਵਾਲਿਆਂ ਨੂੰ PhD ਪਤਾ ਸੀ ਵੀ ਸਹਿਜ ਕਿਆ ਹੁੰਦਾ, ਤੇ ਉਹ ਖੁਦ ਮੰਨ ਰਿਹਾ ਵੀ ਮੈਨੂੰ ਤਾਂ ਪਤਾ ਹੀ ਕੁਛ ਨਹੀਂ ਸੀ, ਮੈਂ ਤਾਂ ਇੱਧਰੋਂ ਉੱਧਰੋਂ ਚੱਕ ਕੇ ਕਿਤਾਬਾਂ ਚੋਂ ਸਹਿਜ ਦੇ ਬਾਰੇ 'ਚ ਕੁਛ ਗੱਲਾਂ ਲਿਖ ਦਿੱਤੀਆਂ। ਹੁਣ ਉਹ ਆਪ ਕਬੂਲ ਕਰਦਾ ਇਸ ਗੱਲ ਨੂੰ ਵੀ ਮੈਨੂੰ ਤਾਂ ਅਸਲ 'ਚ ਸਹਿਜ ਦਾ ਪਤਾ ਹੀ ਨਹੀਂ ਬਿਲਕੁਲ ਵੀ ਕਿਆ ਹੁੰਦਾ, ਕਿਉਂਕਿ ਹੁਣ ਗੁਰਬਾਣੀ ਦੇ ਨਾਲ ਪ੍ਰੀਤ ਜੁੜ ਗਈ ਹੈ, ਉਦੋਂ ਸਿਰਫ ਸਟੱਡੀ ਸੀਗੀ। ਤਾਂ ਜਿਹੜਾ ਸਹਿਜ ਹੈ ਇਹ ਤਾਂ ਮਾਣਨ ਦਾ ਵਿਸ਼ਾ ਹੈ, ਇਹਨੂੰ ਐਕਸਪਲੇਨ ਕਰਨਾ ਵੀ ਬਹੁਤ ਮੁਸ਼ਕਿਲ ਹੈ। ਬੁੱਧੀ ਹੋਰ ਚੀਜ਼ ਹੈ, ਵਿਵੇਕ ਹੋਰ ਚੀਜ਼ ਹੈ। ਸਹਿਜ ਨੂੰ ਕਿਵੇਂ ਐਕਸਪਲੇਨ ਕਰਿਆ ਜਾਵੇ? ਜਿਹਨੇ ਅਸਲ 'ਚ ਸਹਿਜ ਚੱਖਿਆ ਹੈ ਉਸੇ ਨੂੰ ਪਤਾ ਵੀ ਸਹਿਜ ਕਿਆ ਚੀਜ਼ ਹੈ। ਦੂਜਾ ਸਾਡੇ ਵਰਗੇ ਅਸੀਂ ਕਿਆ ਕਹਿ ਸਕਦੇ ਹਾਂ ਉਹਦੇ ਬਾਰੇ 'ਚ? ਕੁਝ ਗੱਲਾਂ ਹੀ ਕਰ ਸਕਦੇ ਹਾਂ, ਹੋਰ ਇਸ ਤੋਂ ਵੱਧ ਕੁਛ ਨਹੀਂ ਹੈ। ਸਹਿਜ ਕੋਈ ਗੁਰਮੁਖ ਹੀ ਜਾਣ ਸਕਦਾ ਹੈ। ਜਿਵੇਂ ਕਹੋ ਕਬੀਰ, ਗੂੰਗਾ ਗੁੜ ਖਾਈਏ ਪੁੱਛੇ ਤੇ ਕਿਆ ਕਹੀਏ। ਜੇ ਗੂੰਗਾ ਗੁੜ ਖਾਵੇ ਉਹ ਚਟਕਾਰੇ ਲਾ ਕੇ ਕੁਛ ਹਾਵ ਭਾਵ ਤਾਂ ਦੱਸ ਸਕਦਾ, ਪਰ ਉਹ ਬੋਲ ਕੇ ਕਿਆ ਦੱਸੂਗਾ? ਜੇ ਗੂੰਗਾ ਗੁੜ ਖਾ ਲਵੇ ਉਹਨੂੰ ਕੋਈ ਦੱਸਣ ਨਹੀਂ ਦਿਆ ਉਹਦੀ, ਕਿਉਂਕਿ ਗੂੰਗਾ ਹੈ, ਬੋਲ ਨਹੀਂ ਸਕਦਾ। ਇਸੇ ਤਰੀਕੇ ਨਾਲ ਜਿਹਨੇ ਸਹਿਜ ਨੂੰ ਚੱਖ ਲਿਆ ਉਹ ਨਹੀਂ ਉਹਨੂੰ ਬਿਆਨ ਕਰ ਸਕਦਾ ਪੂਰੀ ਤਰ੍ਹਾਂ ਤੇ। ਇਸੇ ਕਰਕੇ ਫਿਰ ਸਮਝ ਨਹੀਂ ਆਉਂਦੀ ਹੈ। ਬੁੱਧੀ ਹੈ, ਬੁੱਧੀ ਨੂੰ ਹੋਰ ਤਰੀਕੇ ਨਾਲ ਐਕਸਪ੍ਰੈਸ ਕਰਦੀ ਹੈ, ਇੰਟਰਪ੍ਰੈਟ ਕਰਨ ਲੱਗ ਜਾਂਦੀ ਹੈ ਗੁਰਬਾਣੀ ਨੂੰ। ਤੋ ਸਾਧ ਸੰਗਤ ਜੀਓ, ਅੱਜ ਦੀ ਵਿਚਾਰ ਤਾਂ ਇਹ ਰੋਜ਼ ਗੰਭੀਰ ਤੋਂ ਗੰਭੀਰ ਹੁੰਦੀ ਜਾਣੀ ਹੈ, ਕਿਉਂਕਿ ਸਾਰਾ ਫਲਸਫਾ ਹੈ ਗੁਰਬਾਣੀ ਦਾ ਸਿੱਧ ਗੋਸ਼ਟ ਵਿੱਚ। ਥੋੜ੍ਹਾ ਜਿਹਾ ਬਸ ਨੀਵਾਂ ਤਾਰ ਕੇ ਆਪਣੇ ਆਪ ਨੂੰ ਪਿਛਲੀਆਂ ਵਿਚਾਰਾਂ ਤੋਂ ਥੋੜ੍ਹਾ ਜਿਹਾ ਮੁਕਤ ਹੋ ਕੇ ਜਿਹੜੇ ਸਾਡੇ ਮਨ 'ਚ ਬੈਠੇ ਆ, ਇਹਦੇ ਉੱਤੇ ਡਵੈਲ ਕਰਨ ਦੀ ਲੋੜ ਹੈ, ਇਹਦੇ ਉੱਪਰ ਸੋਚ ਵਿਚਾਰ ਕਰਨ ਦੀ ਲੋੜ ਹੈ, ਤਾਂ ਕਿ ਸਾਡੇ ਅੰਦਰ ਵੀ ਕੁਛ ਐਸਾ ਆਵੇ ਜਿਹੜਾ ਗੁਰਬਾਣੀ ਦਾ ਭਾਵ ਹੈ। ਤਾਂ ਕਈ ਲੋਕ ਫਿਰ ਦੂਜਾ ਪਾਸਾ ਵੀ ਲੈ ਲੈਂਦੇ ਬਈ ਜੀ ਬਸ ਸੰਤਾਂ ਤੋਂ ਬਿਨਾਂ ਤਾਂ ਹੈ ਹੀ ਨਹੀਂ, ਗੁਰਬਾਣੀ ਪੜ੍ਹਨ ਦੀ ਲੋੜ ਹੀ ਨਹੀਂ ਹੈ। ਉਹ ਵੀ ਗੁਰਬਾਣੀ ਦੀ ਮਿਸ ਇੰਟਰਪ੍ਰੈਟੇਸ਼ਨ ਹੈ। ਉਹ ਸੰਤਾਂ ਦੇ ਪ੍ਰਤੀ ਬਲਾਈਂਡ ਫੇਥ ਹੋ ਜਾਂਦਾ, ਸੰਤ ਹੈ ਕਿ ਨਹੀਂ ਹੈ ਪਹਿਲਾਂ ਸਾਨੂੰ ਇਸੇ ਗੱਲ ਦਾ ਨਹੀਂ ਪਤਾ ਹੁੰਦਾ। ਅਸੀਂ ਸੰਤ ਦੇ ਬਾਹਰਲੇ ਕਾਰਨਾਮਿਆਂ ਤੋਂ, ਬਈ ਸੇਵਾ ਕਰਾਉਂਦਾ ਹੈ ਜੀ, ਮੰਦਰ ਗੁਰਦੁਆਰੇ ਬਣਾਉਂਦਾ ਹੈ ਜੀ, ਇਹ ਲੜੀਆਂ ਚਲਾਉਂਦਾ ਜੀ, ਅਸੀਂ ਐਂ ਸਮਝਦੇ ਹਾਂ ਵੀ ਉਹ ਸੰਤ ਹੈ। ਨਹੀਂ ਭਾਈ, ਸੰਤ ਨੂੰ ਸਮਝਣਾ ਬਹੁਤ ਮੁਸ਼ਕਿਲ ਹੈ। ਸੰਤ ਜੇ ਆਪ ਬੰਦਾ ਹੋਵੇ ਤਾਂ ਹੀ ਸਮਝ ਸਕਦਾ ਵੀ ਇਹ ਸੰਤ ਹੈ ਕਿ ਨਹੀਂ ਹੈ। ਜੇ ਅਸੀਂ ਅਨਾੜੀਪੁਣੇ 'ਚ ਉਹਦੇ ਬਲਾਈਂਡ ਫੇਥ ਵਿੱਚ ਆ ਗਏ, ਫਿਰ ਉਹਨੇ ਤਾਂ ਭਟਕਣਾ ਹੀ ਹੈ, ਅਸੀਂ ਵੀ ਭਟਕ ਜਾਣਾ। ਜਿਵੇਂ ਆਪ ਡੁੱਬੇ ਚੌ ਬੇਦ ਮੇਂ ਚੇਲੇ ਦੀਏ ਬਹਾਏ। ਉਹ ਗੁਰਬਾਣੀ ਦੀ ਤਾਂ ਬਹੁਤ ਜ਼ਰੂਰਤ ਹੈ। ਗੁਰਬਾਣੀ ਤੋਂ ਹੀ ਸੰਤ ਬਣ ਸਕਦਾ। ਕਿਸੇ ਵਕਤ ਸੰਤਾਂ ਨੇ, ਗੁਰੂਆਂ ਨੇ ਗੁਰਬਾਣੀ ਲਿਆਂਦੀ ਹੈ ਇਸ ਸੰਸਾਰ ਦੇ ਵਿੱਚ, ਔਰ ਗੁਰਬਾਣੀ ਤੋਂ ਹੀ ਸੰਤ ਬਣਦਾ। ਬੜੇ ਗਹਿਰੇ ਕਨਸੈਪਟ ਹੈ ਗੁਰਬਾਣੀ ਦੇ, ਬੁੱਧੀ ਨਹੀਂ ਸੋਚ ਸਕਦੀ ਨਾ ਬਾਰੇ 'ਚ ਵੀ, ਇਹ ਬੁੱਧੀ ਇੱਕ ਪਾਸੇ ਨੂੰ ਸੋਚੇਗੀ। ਇਹ ਇਨ ਬਿਟਵੀਨ ਰਸਤਾ ਹੈ, ਇੱਕ ਪਾਸਾ ਨਹੀਂ ਹੈ। ਨਾ ਹੀ ਕਿਸੇ ਵਿਅਕਤੀ ਵਿਸ਼ੇਸ਼ ਨੂੰ ਸੰਤ ਬਣਾ ਕੇ ਪੂਜਣ ਦੀ ਗੱਲ ਹੈ ਵੀ ਗੁਰਬਾਣੀ ਛੱਡ ਦਈਏ, ਜਿਵੇਂ ਡੇਰਿਆਂ 'ਚ ਹੋ ਰਿਹਾ। ਉਹਨਾਂ ਨੂੰ ਸੰਤ ਜਿਹੜੇ ਉਹਨੂੰ ਉਹ ਸਮਝਦੇ ਆ ਗੁਰੂ ਜੀ, ਪਿਤਾ ਜੀ, ਹੋਰ ਫਾਮੀ ਕਿਆ ਕਿਆ ਕਹਿੰਦੇ ਆ, ਉਹ ਵੀ ਮਿਸਗਾਈਡੈਂਸ ਹੈ।
ਔਰ ਉਹਨਾਂ ਡੇਰਿਆਂ ਨੇ ਗੁਰਬਾਣੀ ਨੂੰ ਪਾਸੇ ਹੀ ਕਰ ਦਿੱਤਾ ਹੋਇਆ, ਉਹ ਆਪਣੇ ਆਪ ਨੂੰ ਹੀ ਗੁਰੂ ਕਹਾਉਣ ਲੱਗ ਪਏ ਹੈ। ਤੋ ਜਿਹੜੇ ਮਗਰ ਲੱਗੇ ਹੋਏ ਆ ਉਹਨਾਂ ਨੇ ਵੀ ਡੁੱਬਣਾ, ਉਹ ਆਪ ਤਾਂ ਡੁੱਬਿਆ ਵਾ ਹੈ ਹੀ ਹੈ, ਜਿਹੜਾ ਵੀ ਕੋਈ ਐਸਾ ਕਰਦਾ। ਹੁਣ ਇਹਨੂੰ ਸਮਝਣ ਵਾਸਤੇ ਆਪ ਜੀ ਆਪਣੇ ਬੁੱਧੀ ਤੋਂ, ਆਪਣੇ ਵਿਵੇਕ ਤੋਂ ਕੰਮ ਲਿਓ ਬਈ ਗੁਰਬਾਣੀ ਦੀ ਕਿੰਨੀ ਅਹਿਮੀਅਤ ਹੈ ਅਤੇ ਗੁਰਮੁਖ ਦੀ ਵੀ ਕਿੰਨੀ ਅਹਿਮੀਅਤ ਹੈ। ਇਹਨਾਂ ਨੂੰ ਬੈਲੈਂਸ ਵਿੱਚ ਰੱਖਣਾ ਪਊਗਾ। ਜਦੋਂ ਬੈਲੈਂਸ ਵਿੱਚ ਆ ਗਏ ਫਿਰ ਸਾਨੂੰ ਗੁਰਮੁਖ ਦੀ ਸੋਝੀ ਆਊਗੀ। ਜਿਵੇਂ ਇਹ ਉਸੇ ਤਰ੍ਹਾਂ ਦਾ ਕੰਸੈਪਟ ਹੈ ਜਿਵੇਂ ਲੋਕ ਸਮਝਦੇ ਸੀਗੇ ਵੀ ਸੰਸਾਰ ਤਾਂ ਜੀ ਦੁੱਖਾਂ ਦਾ ਘਰ ਹੈ, ਛੱਡ ਜਾਓ, ਜੰਗਲਾਂ ਵਿੱਚ ਚਲੇ ਜਾਓ, ਨਦੀਆਂ ਦੇ ਕੰਢੇ ਜਾ ਕੇ ਬਹਿ ਜਾਓ। ਉਹਨੂੰ ਗੁਰਬਾਣੀ ਨੇ ਮਾਨਤਾ ਹੀ ਨਹੀਂ ਦਿੱਤੀ ਛੱਡ ਕੇ ਜਾਣ ਨੂੰ, ਅਤੇ ਵਿੱਚ ਗਲਤਾਨ ਹੋਣ ਨੂੰ ਵੀ ਕੋਈ ਮਾਨਤਾ ਨਹੀਂ ਹੈ। ਕਿਉਂਕਿ ਬੇੜੀ ਜਿਹੜੀ ਹੈ ਉਹ ਪਾਣੀ ਦੇ ਵਿੱਚ ਤਿਰਦੀ ਹੈ, ਪਾਣੀ ਵਿੱਚ ਡੁੱਬਦੀ ਹੈ। ਬੰਦਾ ਪਰਿਵਾਰ ਦੇ ਵਿੱਚ ਹੀ ਡੁੱਬਦਾ, ਪਰਿਵਾਰ ਦੇ ਰਾਹੀਂ ਹੀ ਪਾਰ ਜਾਂਦਾ ਹੈ। ਬੜਾ ਮੁਸ਼ਕਿਲ ਹੈ ਇਹ ਕੰਸੈਪਟ ਆਮ ਬੰਦੇ ਖਾਤਰ। ਇਸੇ ਕਰਕੇ ਗੁਰੂ ਨੂੰ ਸਮਝਣਾ, ਗੁਰਬਾਣੀ ਨੂੰ ਸਮਝਣਾ ਕਾਫੀ ਮੁਸ਼ਕਿਲ ਹੈ। ਸਿੱਖ ਤਾਂ ਸਮਝ ਸਕਦਾ ਜੇ ਸੰਗਤ ਦੇ ਵਿੱਚ ਬੈਠ ਕੇ ਵਿਚਾਰ ਨੂੰ ਗ੍ਰਹਿਣ ਕਰੇ, ਪਰ ਜਿਹੜੇ ਬੰਦੇ ਨੇ ਗੁਰਬਾਣੀ ਨਹੀਂ ਪੜ੍ਹੀ ਉਹ ਨਹੀਂ ਇਸ ਕੰਸੈਪਟ ਨੂੰ ਜਾਣ ਸਕਦਾ। ਜੇ ਪੜ੍ਹੀ ਵੀ ਹੈ ਵਿਦਵਤਾ ਦੇ ਤੌਰ 'ਤੇ, ਉਹ ਵੀ ਨਹੀਂ ਜਾਣ ਸਕਦਾ। ਇਹਦੇ ਵਾਸਤੇ ਤਾਂ ਮਨ ਨੀਵਾਂ ਹੋ ਕੇ, ਹਉਮੈ ਟੁੱਟ ਕੇ ਤਾਂ ਹੀ ਸਮਝ ਆ ਸਕਦੀ, ਅਦਰਵਾਈਜ਼ ਨਹੀਂ ਸਮਝ ਆ ਸਕਦੀ ਗੁਰਬਾਣੀ ਦੇ ਕੰਸੈਪਟ ਦੀ। ਤੋ ਦਿਓ ਆਗਿਆ, ਕੋਈ ਅਪਸ਼ਬਦ ਦੀ ਖਿਮਾ ਦਿਓ ਅਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀਓ, ਕਹੋ ਕਬੀਰ ਗੂੰਗਾ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਜੀ ਸਦਾਈ ਕਰ ਲਿਓ, ਆਵੇਸ਼ ਵਿੱਚ ਕਈ ਦਫਾ ਸਹੀ ਤੁਕ ਨਹੀਂ ਉਚਾਰਨ ਹੁੰਦਾ। ਕਹੋ ਕਬੀਰ ਗੂੰਗਾ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬੀਰ ਕੁਕਰ ਰਾਮ ਕੋ ਮੁਤਿਆ ਮੇਰੋ ਨਾਉ, ਗਲੇ ਹਮਾਰੇ ਜੇਵਰੀ ਜੈ ਖਿੰਚੋ ਤੈ ਜਾਉ। ਕਬੀਰ ਗਰਬ ਨਾ ਕੀਜਿਐ ਉੱਚਾ ਦੇਖ ਆਵਾਸ, ਆਜ ਕਲ ਭੂਇ ਲੇਟਣਾ ਉਪਰ ਜਾਮੈ ਘਾਸ। ਸੁਣ ਸੁਆਮੀ ਅਰਦਾਸ ਹਮਾਰੀ ਪੁੱਛੋ ਸਾਜ ਵਿਚਾਰੋ, ਰੋਸ ਨਾ ਕੀਜੈ ਉੱਤਰ ਦੀਜੈ ਕਿਉ ਪਾਈਐ ਗੁਰਦੁਆਰੋ। ਇਹ ਮਨ ਚਲਤੋ ਸੱਚ ਕਰ ਬੈਸੈ ਨਾਨਕ ਨਾਮ ਆਧਾਰੋ। ਆਪੇ ਮੇਲ ਮਿਲਾਏ ਕਰਤਾ ਲਾਗੈ ਸਾਚ ਪਿਆਰੋ। ਹਾਟੀ ਬਾਟੀ ਰਹਿ ਨਿਰਾਲੇ ਰੂਖ ਬਿਰਖ ਉਦਿਆਨੇ, ਕੰਦ ਮੂਲ ਆਹਾਰੋ ਖਾਈਐ ਔਧੂ ਬੋਲੇ ਗਿਆਨੇ। ਤੀਰਥ ਨਹਾਈਐ ਸੁਖ ਫਲ ਪਾਈਐ ਮੈਲ ਨ ਲਾਗੈ ਕਾਈ। ਗੋਰਖ ਪੂਤ ਲੋਹਾ ਰੀਪਾ ਬੋਲੇ ਜੋਗ ਜੁਗਤ ਵਿਦ ਸਾਈ। ਹਾਟੀ ਬਾਟੀ ਨੀਂਦ ਨ ਆਵੈ ਪਰ ਕਰ ਚਿਤ ਨਾ ਡੁਲਾਈ। ਬਿਨ ਨਾਵੈ ਮਨ ਟੇਕ ਨਾ ਟਿਕਈ ਨਾਨਕ ਭੂਖ ਨਾ ਜਾਈ। ਹਾਟ ਪਟਣ ਕਰ ਗੁਰੂ ਦਿਖਾਇਆ ਸਹਿਜੇ ਸੱਚ ਵਾਪਾਰੋ। ਖੰਡਿਤ ਨਿਦਰਾ ਅਲਪ ਆਹਾਰੰ ਨਾਨਕ ਤਤ ਵਿਚਾਰੋ। ਹਾਟ ਪਟਣ ਕਰ ਗੁਰੂ ਦਿਖਾਇਆ ਸਹਿਜੇ ਸੱਚ ਵਾਪਾਰੋ। ਖੰਡਿਤ ਨਿਦਰਾ ਅਲਪ ਆਹਾਰੰ ਨਾਨਕ ਤਤ ਵਿਚਾਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੇ ਸਾਜੀ ਨਵਾਜੀ ਪਿਆਰੀ ਸਾਧ ਸੰਗਤ ਜੀਓ, ਗੁਰੂ ਖਾਲਸਾ ਜੀਓ, ਗੁਰਬਾਣੀ ਵਿਚਾਰ ਦੇ ਸਾਰੇ ਗੁਰਮੁਖ ਜਨੋ, ਆਪ ਜੀ ਦੇ ਚਰਨਾਂ 'ਚ ਸਿਨੇਮਰ ਬੇਨਤੀ ਹੈ, ਜਿਹੜੀ ਲੜੀਵਾਰ ਚੱਲ ਰਹੀ ਹੈ ਵਿਚਾਰ ਸਿੱਧ ਕੋਸ਼ ਦੀ, ਉਹਦੇ ਵਿੱਚ ਅੱਗੇ ਵਿਚਾਰ ਹਾਜ਼ਰ ਹੈ, ਧਿਆਨ ਦਿਓ। ਸੁਣ ਸੁਆਮੀ ਅਰਦਾਸ ਹਮਾਰੀ
ਪੁੱਛੋ ਸੱਚ ਵਿਚਾਰੋ। ਹੁਣ ਇੱਕ ਸਿੱਧ ਕੁਐਸਚਨ ਕਰਦਾ ਹੈ, ਹੇ ਸਵਾਮੀ ਮੇਰੀ ਬੇਨਤੀ ਸੁਣੋ, ਮੈਂ ਤੁਹਾਤੋਂ ਪੁੱਛਦਾ ਮੈਨੂੰ ਸੱਚ ਦੀ ਵਿਚਾਰ ਦਿਓ। ਰੋਸ ਨਾ ਕੀਜੈ ਉੱਤਰ ਦੀਜੈ, ਕਿਉਂ ਪਾਈਐ ਗੁਰਦੁਆਰੋ। ਤੁਸੀਂ ਰੋਸ ਨਾ ਕਰੋ, ਬੁਰਾ ਨਾ ਮਨਾਓ, ਉੱਤਰ ਦਿਓ ਵੀ ਗੁਰੂ ਦਾ ਦੁਆਰਾ ਕਿਵੇਂ ਮਿਲਦਾ ਹੈ। ਇਹ ਕਿਉਂ ਕਹਿਣਾ ਪਿਆ ਸਿੱਧ ਨੂੰ ਵੀ ਰੋਸ ਨਾ ਕੀਜੈ ਉੱਤਰ ਦੀਜੈ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਉੱਪਰਲੇ ਸ਼ਬਦ ਦੇ ਵਿੱਚ ਉੱਪਰਲਾ ਜਿਹੜਾ ਤੁਕਾਂ ਹੈ ਉਹਨੂੰ ਕਿਹਾ ਸੀਗਾ ਵੀ ਆਪੇ ਆਖੈ ਆਪੇ ਸਮਝੈ ਤਿਸ ਕਿਆ ਉੱਤਰ ਦੀਜੈ। ਸਾਚ ਕਹੋ ਤੁਮ ਪਾਰਗ੍ਰਾਮੀ ਤੁਝ ਕਿਆ ਬੈਸਣ ਦੀਜੈ। ਤੂੰ ਆਪੇ ਤਾਂ ਸਵਾਲ ਕਰਦਾ ਜਵਾਬ ਦਿੰਦਾ ਵੀ ਇਹ ਦੁੱਤਰ ਸਾਗਰ ਹੈ, ਆਪੇ ਤੂੰ ਪੁੱਛਦਾ ਵੀ ਇਹਨੂੰ ਕਿੱਕਣ ਤਰੀਏ, ਜਾਂ ਤੂੰ ਸਮਝ ਰਿਹਾ ਵੀ ਇਹ ਦੁੱਤਰ ਹੈ, ਇਹ ਪੁੱਛਦਾ ਕਿਉਂ ਹੈ। ਤੈਨੂੰ ਤਾਂ ਉਰੇ ਬੈਠਣ ਦਾ ਵੀ ਹੱਕ ਨਹੀਂ ਹੈ ਇਹ ਸਭਾ 'ਚ। ਉਸ ਕਰਕੇ ਕਹਿ ਰਿਹਾ ਉਹ ਸਿੱਧ ਵੀ ਰੋਸ ਨਾ ਕੀਜੈ ਉੱਤਰ ਦੀਜੈ, ਕਿਉਂ ਪਾਈਏ ਗੁਰਦੁਆਰੋ। ਗੁਰੂ ਦਾ ਦੁਆਰਾ ਕਿਵੇਂ ਮਿਲੇ ਇਹ ਦੱਸੋ, ਪ੍ਰਸ਼ਨ ਹੈ। ਹੁਣ ਸਾਧ ਸੰਗਤ ਜੀ ਉਹ ਪਹਿਲਾਂ ਜ਼ਿਕਰ ਆਇਆ ਕੱਲ, ਅਗੰਮ ਅਗੋਚਰ ਦੇਖ ਦਿਖਾਏ ਨਾਨਕ ਤਾਂ ਕਾ ਦਾਸੋ। ਜਿਹੜਾ ਉਸ ਅਗੰਮ ਅਗੋਚਰ ਨੂੰ ਦੇਖ ਕੇ ਸਾਨੂੰ ਦਿਖਾ ਦੇਵੇ, ਨਾਨਕ ਉਹਦਾ ਦਾਸ ਹੈ। ਹੁਣ ਜਿਹੜਾ ਇਹ ਅਗੰਮ ਔਰ ਅਗੋਚਰ ਸ਼ਬਦ ਹੈ ਸਾਧ ਸੰਗਤ ਜੀ, ਇਹ ਗੁਰੂ ਖਾਤਰ ਵੀ ਆਏ ਹੋਏ ਨੇ। ਗੁਰ ਅਗੋਚਰ ਨਿਰਮਲਾ ਗੁਰ ਜੇਵੜ ਅਵਰ ਨਾ ਕੋਈ। ਜੋ ਦਿਸਦਾ ਹੈ ਉਹ ਗੁਰੂ ਨਹੀਂ ਹੁੰਦਾ ਹੈ, ਉਹ ਸਰੀਰ ਹੁੰਦਾ ਗੁਰੂ ਦਾ, ਕਾਇਆ ਹੁੰਦੀ ਹੈ। ਗੁਰੂ ਉਹਦੇ ਅੰਦਰ ਹੈ, ਸੰਤ ਦੇ ਅੰਦਰ ਵੀ ਹੁੰਦਾ ਜਿਹੜਾ ਸ਼ਬਦ ਗੁਰੂ ਹੈ, ਨਾਮ ਜਿਹਨੂੰ ਕਹਿੰਦੇ ਆਪਾਂ। ਸਤਿਗੁਰ ਅਲਖ ਕਹੋ ਕਿਉਂ ਲਖੀਐ। ਸਤਿਗੁਰ ਅਲਖ ਕਹੋ ਕਿਉਂ ਲਖੀਐ। ਸਤਿਗੁਰੂ ਤਾਂ ਅਲਖ ਹੈ, ਦੱਸੋ ਕਿੱਕਣ ਉਹਨੂੰ ਦੇਖਿਆ ਜਾਵੇ। ਜਿਸ ਬਖਸ਼ੇ ਤਿਸੈ ਪਛਾਤਾ ਹੈ। ਤੋ ਗੁਰੂ ਨੂੰ ਜਿਵੇਂ ਆਪਣਾ ਇੱਕ ਕਨਸੈਪਟ ਬਣਿਆ ਵਾ ਦੁਨੀਆਦਾਰੀ ਵਿੱਚ ਵੀ ਸਾਹਮਣੇ ਦਿਖਣਾ ਚਾਹੀਦਾ ਸਰੀਰ, ਜਾਂ ਕੋਈ ਸੰਤ ਦਾ ਸਰੀਰ। ਸੰਤ ਜਿਹੜਾ ਸਰੀਰ ਹੈ ਉਹ ਮੁਤਵਰਕ ਹੁੰਦਾ ਕਿਉਂਕਿ ਉਹਦੇ ਵਿੱਚ ਸ਼ਬਦ ਦਾ ਵਾਸਾ ਹੈ, ਨਾਮ ਦਾ ਵਾਸਾ ਹੈ। ਪਰ ਅਸਲ ਵਿੱਚ ਤਾਂ ਜਿਹੜਾ ਨਾਮ ਹੈ ਉਹ ਤਾਂ ਅੰਦਰ ਚੱਲ ਰਿਹਾ, ਸਰੀਰ ਨੇ ਤਾਂ ਇੱਥੇ ਰਹਿ ਜਾਣਾ। ਜਾਂ ਜਲਾਇਆ ਜਾਊਗਾ, ਜਾਂ ਦੱਬਿਆ ਜਾਊਗਾ, ਜਾਂ ਪਾਣੀ 'ਚ ਸੁੱਟਿਆ ਜਾਊ। ਜਿਹੜਾ ਅੰਦਰ ਸ਼ਬਦ ਚੱਲ ਰਿਹਾ, ਨਾਮ ਚੱਲ ਰਿਹਾ, ਗੁਰੂ ਉਹ ਹੈ। ਕਬੀਰ ਜੀ ਨੇ ਇਹਨੂੰ ਵਿਵੇਕ ਗਿਆਨ ਵੀ ਕਿਹਾ ਹੈ। ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾਂ ਕਾ ਨਾਉ ਵਿਵੇਕੋ। ਇਹੀ ਵਿਵੇਕ ਜਿਹੜਾ ਅੰਦਰ ਚੱਲ ਰਿਹਾ ਇਹੀ ਗੁਰੂ ਹੈ। ਗੁਰੂ ਦਾ ਕਨਸੈਪਟ ਸਮਝਣਾ, ਜੇ ਸਿੱਖ ਨੇ ਸਮਝ ਲਿਆ ਤਾਂ ਪਾਰ ਉਤਾਰਾ ਹੋ ਜੇ। ਸਿੱਖਾਂ ਦੇ ਵੀ ਸਮਝ 'ਚ ਨਹੀਂ ਆਉਂਦਾ। ਰੱਬ ਵੀ ਗੁਰੂ ਹੈ, ਆਦਿ ਅੰਤ ਏਕੋ ਅਵਤਾਰਾ। ਆਦਿ ਅੰਤ ਏਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। ਤੋ ਗੁਰੂ ਦਾ ਕਨਸੈਪਟ ਸਮਝਣਾ ਸਾਧ ਸੰਗਤ ਜੀ ਕਾਫੀ ਮੁਸ਼ਕਿਲ ਹੈ। ਇਹ ਵੀ ਜਿੰਨਾ ਚਿਰ ਹਉਮੈ ਨਹੀਂ ਟੁੱਟਦੀ ਨਹੀਂ ਸਮਝ ਲੱਗਦਾ। ਇਹ ਮਨ ਚਲ ਤੋ ਸੱਚ ਘਰ ਬੈਸੈ, ਨਾਨਕ ਨਾਮ ਆਧਾਰੋ। ਹੁਣ ਜਵਾਬ ਦੇ ਰਹੇ ਹੈ ਧੰਨ ਧੰਨ ਗੁਰੂ ਨਾਨਕ ਦੇਵ ਜੀ ਉਹ। ਇਹ ਮਨ ਚੱਲਦਾ ਫਿਰਦਾ ਹੈ, ਭਟਕਦਾ ਹੈ, ਧਾਉਂਦਾ ਹੈ ਆਲੇ ਦੁਆਲੇ। ਇਹਨੇ ਸੱਚ ਘਰ 'ਚ ਕਿਵੇਂ ਬੈਠਣਾ ਹੈ, ਨਾਮ ਦੇ ਆਸਰੇ ਨਾਲ। ਜੇ ਨਾਮ ਪ੍ਰਾਪਤ ਹੋ ਗਿਆ, ਇਹ ਮਨ ਨੇ ਜਲਦੇ ਬਲਦੇ ਨੇ ਠੰਡਾ ਹੋ ਕੇ ਚੰਦਰਮਾ ਦੇ ਘਰ 'ਚ ਆ ਜਾਣਾ। ਸੱਚ ਘਰ ਸੂਰ ਵਸੈ ਮਿਟੈ ਅੰਧਿਆਰਾ। ਜਿਹੜਾ ਅਗਿਆਨਤਾ ਹੈ, ਜਿਹੜੀ ਚਲਦੇ ਮਨ ਦੀ, ਧਾਉਂਦੇ ਮਨ ਦੀ, ਇਹ ਕਿੱਥੇ ਖਤਮ ਹੋਣੀ ਹੈ, ਜਦੋਂ ਇਹਨੇ ਹਿਰਦੇ ਵਿੱਚ ਜਾ ਵੜਨਾ, ਯਾਨੀ ਨਾਮ ਦੇ ਆਸਰੇ ਨਾਲ ਵੜੂਗਾ ਅੰਦਰ। ਤੋ ਨਾਮ ਹੀ ਦੁਨੀਆ ਦਾ ਸ੍ਰੇਸ਼ਟ ਹੈ, ਦੁਨੀਆ ਵਿੱਚ ਸ੍ਰੇਸ਼ਟ ਹੈ। ਨਾਮ ਦੇ ਹੀ ਧਾਰਿਆ ਹੋਇਆ ਸਾਰਾ ਜਗਤ ਚੱਲ ਰਿਹਾ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਮੰਡ। ਸਭ ਕੁਛ ਨਾਮ ਹੀ ਤਾਂ ਹੈ। ਆਪੇ ਮੇਲ ਮਿਲਾਏ ਕਰਤਾ ਲਾਗੈ ਸੱਚ ਪਿਆਰੋ। ਹੁਣ ਇਹ ਜਿਹੜਾ ਚੱਲਦੇ ਮਨ ਨੂੰ, ਧਾਉਂਦੇ ਮਨ ਨੂੰ ਆਪਣੀ ਜਗ੍ਹਾ 'ਤੇ ਲਿਆਉਣਾ ਹੈ, ਇਹ ਨਾਮ ਦੇ ਨਾਲ ਹੋਣਾ ਹੈ। ਨਾਮ ਕਿੱਥੋਂ ਮਿਲੂਗਾ? ਜੇ ਕਰਤਾ ਸਾਨੂੰ ਆਪ ਆਪਣੇ ਨਾਲ ਮਿਲਾਊਗਾ, ਗੁਰੂ ਦੇ ਰਾਹੀਂ, ਬਾਣੀ ਦੇ ਰਾਹੀਂ। ਇਹ ਸਾਰੀਆਂ ਗੱਲਾਂ ਇਕੱਠੀਆਂ ਨੇ, ਕਿਉਂਕਿ ਗੁਰੂ ਦਾ ਮਿਲਾਪ, ਸਤਿਗੁਰੂ ਦਾ ਮਿਲਾਪ ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਨਹੀਂ ਹੁੰਦਾ ਹੈ। ਸਾਡੀ ਇਹ ਹਿੰਮਤ ਨਹੀਂ ਹੈ ਵੀ ਅਸੀਂ ਗੁਰੂ ਨੂੰ ਮਿਲ ਜੂਗੇ ਜਾ ਕੇ, ਨੋ। ਗੁਰੂ ਦਾ ਮਿਲਾਪ ਬੜਾ ਮੁਸ਼ਕਿਲ ਹੈ। ਚਲੇ ਜਾਵਾਂਗੇ ਗੁਰੂ ਕੋਲ ਕਿਸੇ ਦੇ ਦੱਸੇ ਤੋਂ, ਪਰ ਮਿਲਣਾ ਤਾਂ ਬਹੁਤ ਮੁਸ਼ਕਿਲ ਹੈ, ਤਾਂ ਜੁਦੀ ਬਾਤ ਹੈ।
ਸੱਚ ਦੇ ਨਾਲ ਪਿਆਰ ਵੀ ਤਾਂ ਹੀ ਲੱਗੂਗਾ ਜੇ ਪ੍ਰਮਾਤਮਾ ਕਿਰਪਾ ਕਰੂਗਾ। ਜਿਹੜਾ ਗੁਰਪ੍ਰਸਾਦ ਆ ਰਿਹਾ ਸਾਧ ਸੰਗਤ ਜੀ, ਉਹ ਗੁਰਬਾਣੀ 'ਚ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਇਸ ਤੋਂ ਪਹਿਲਾਂ ਕਿਰਪਾ ਪ੍ਰਮਾਤਮਾ ਦੀ ਵਰਸਦੀ ਹੈ, ਤਾਂ ਗੁਰੂ ਦਾ ਮਿਲਾਪ ਹੁੰਦਾ। ਇਸ ਕਰਕੇ ਇਕੱਲੇ ਸ਼ਬਦ ਤੋਂ, ਇਕੱਲੀ ਤੁਕ ਤੋਂ, ਜਾਂ ਇਕੱਲੇ ਇੱਕ ਪੂਰੇ ਸ਼ਬਦ ਤੋਂ ਅਸੀਂ ਗੁਰਬਾਣੀ ਦਾ ਨਿਰਣਾ ਨਹੀਂ ਕਰ ਸਕਦੇ। ਇਹਦੇ ਵਾਸਤੇ ਸਾਨੂੰ ਸਮੱਗਰ, ਸਮੁੱਚਾ, ਵਿਸਤ੍ਰਿਤ ਗਿਆਨ ਹੋਣਾ ਚਾਹੀਦਾ। ਸਾਰੀ ਬਾਣੀ ਮੋਹਰੇ ਅੱਗੇ ਰੱਖੀ ਵੀ ਹੋਣੀ ਚਾਹੀਦੀ ਹੈ, ਫਿਰ ਸਮਝ ਆ ਸਕਦੀ ਹੈ ਕੁਛ ਨਾ ਕੁਛ। ਹਾਟੀ ਬਾਟੀ ਰਹੇ ਨਿਰਾਲੇ, ਰੂਖ ਬਿਰਖ ਉਦਿਆਨੇ। ਹੁਣ ਫਿਰ ਜਿਹੜਾ ਸਿੱਧੇ ਸਵਾਲ ਕਰਦਾ ਹੈ ਵੀ ਅਸੀਂ ਹਾਟੀ ਬਾਟੀ, ਘਰਾਂ ਵਿੱਚ, ਬਾਹਰ, ਰਸਤਿਆਂ ਵਿੱਚ ਨਿਰਾਲੇ ਰਹਿੰਦੇ ਲੋਕਾਂ ਨਾਲੋਂ, ਰੁੱਖਾਂ 'ਤੇ ਰਹਿੰਦੇ, ਬਿਰਖਾਂ 'ਤੇ ਰਹਿੰਦੇ, ਜੰਗਲਾਂ 'ਚ ਰਹਿੰਦੇ। ਕੰਦ ਮੂਲ ਆਹਾਰੋ ਖਾਈਏ, ਅਵਧੂ ਬੋਲੇ ਗਿਆਨੇ। ਉਹ ਅਵਧੂਤ ਕਹਿ ਰਿਹਾ ਹੈ ਵੀ ਅਸੀਂ ਕੰਦ ਮੂਲ, ਜੜ੍ਹਾਂ ਬੂਟੀਆਂ ਖਾਂਦੇ ਹਾਂ, ਸਾਡਾ ਆਹਾਰ ਇਹ ਹੈ, ਔਰ ਇਹੀ ਸਾਡਾ ਗਿਆਨ ਹੈ। ਤੀਰਥ ਨਹਾਈਏ, ਸੁੱਖ ਫਲ ਪਾਈਏ, ਮੈਲ ਨਾ ਲੱਗੇ ਕਾਈ। ਅਸੀਂ ਤੀਰਥਾਂ 'ਤੇ ਨਹਾਉਂਦੇ ਹਾਂ, ਸੁੱਖ ਫਲ ਯਾਨੀ ਆਨੰਦ ਪ੍ਰਾਪਤ ਕਰਦੇ ਹਾਂ, ਸਾਨੂੰ ਕੋਈ ਮੈਲ ਨਹੀਂ ਲੱਗਦੀ। ਇਹ ਸਿੱਧ ਕਹਿ ਰਿਹਾ, ਗੁਰੂ ਨਾਨਕ ਪਾਤਸ਼ਾਹ ਨਹੀਂ ਕਹਿ ਰਹੇ ਇਹ ਗੱਲ ਨੂੰ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਸਿਧਾਂਤ ਹੈ, ਉਹ ਤੀਰਥ ਨਹਾਉਣਾ ਨਹੀਂ ਹੈ। ਨਾ ਹੀ ਇਸ ਤਰ੍ਹਾਂ ਸੁੱਖ ਫਲ ਮਿਲਦਾ ਹੈ, ਨਾ ਹੀ ਮੈਲ ਕੱਟਦੀ ਹੈ। ਤੀਰਥ ਨਹਾਏ ਨਾ ਉਤਰਸ ਮੈਲ, ਕਰਮ ਧਰਮ ਸਭ ਹਉਮੈ ਫੈਲ। ਸੁੱਖ ਫਲ ਸ਼ਬਦ ਸਾਧ ਸੰਗਤ ਜੀ ਉਹ ਗੁਰਬਾਣੀ ਵਿੱਚ ਤਾਂ ਆਇਆ 2-3 ਵਾਰੇ। ਨਾਮ ਧਿਆਇਨ ਸੁੱਖ ਫਲ ਪਾਇਨ, 8 ਪਹਿਰ ਆਰਾਧਨਾ। ਲੇਕਿਨ ਭਾਈ ਗੁਰਦਾਸ ਜੀ ਨੇ ਇਹਨੂੰ ਬਹੁਤ ਜ਼ਿਆਦਾ ਵਰਤਿਆ, ਸੈਂਕੜੇ ਜਗ੍ਹਾ। ਸੁੱਖ ਫਲ ਆਨੰਦ ਨੂੰ ਕਿਹਾ ਜਾਂਦਾ ਹੈ। ਜਿਹੜੀ ਐਕਸਟ੍ਰੀਮ ਵਸਤੂ ਹੈ, ਸਾਨੂੰ ਜਦੋਂ ਨਾਮ ਮਿਲਦਾ ਹੈ ਨਾ, ਉਦੋਂ ਫਿਰ ਨਾਮ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਉਹ ਸੁੱਖ ਫਲ ਹੁੰਦਾ। ਤੇ ਗੋਰਖ ਪੂਤ ਲੋਹਾ ਰੀਪਾ ਬੋਲੇ, ਜੋਗ ਜੁਗਤ ਵਿਦ ਸਾਈ। ਪੂਤ ਸ਼ਬਦ ਪੁੱਤਰ ਖਾਤਰ ਵੀ ਆਉਂਦਾ ਗੁਰਬਾਣੀ 'ਚ, ਚੇਲਿਆਂ ਖਾਤਰ ਵੀ ਆਉਂਦਾ। ਗੋਰਖ ਦਾ ਚੇਲਾ ਲੋਹਾ ਰੀਪਾ ਇੱਕ ਨਾਂ ਹੈ ਸਿੱਧ ਦਾ, ਉਹ ਬੋਲ ਰਿਹਾ ਹੈ ਵੀ ਸਾਡੀ ਜੋਗ ਜੁਗਤ ਦੀ ਇਹ ਵਿਧੀ ਹੈ, ਅਸੀਂ ਇਸ ਤਰ੍ਹਾਂ ਪਰਮਾਤਮਾ ਦੀ ਪ੍ਰਾਪਤੀ ਵੱਲ ਨੂੰ ਵੱਧਦੇ ਹਾਂ। ਲੇਕਿਨ ਇਹ ਉਹਨਾਂ ਦਾ ਖਿਆਲ ਹੈ, ਇਸ ਤਰ੍ਹਾਂ ਪਰਮਾਤਮਾ ਵੱਲ ਨਹੀਂ ਵਧਿਆ ਜਾ ਸਕਦਾ। ਇਹ ਮਹਿਜ ਸੁਣ ਕੇ ਇੱਕ ਦੂਜੇ ਤੋਂ ਪਾਖੰਡ ਹੈ ਜੋਗੀਆਂ ਦਾ। ਜੋਗੀ ਜੁਗਤ ਨਾ ਜਾਣੇ ਅੰਧ। ਜੋਗੀ ਨੂੰ ਪਤਾ ਹੀ ਨਹੀਂ ਵੀ ਅਸਲ 'ਚ ਰਸਤਾ ਕਿਹੜਾ ਹੈ। ਰਸਤਾ ਨਾਮ ਦਾ ਹੈ, ਤੀਰਥਾਂ ਦਾ ਨਹੀਂ ਹੈ। ਤੀਰਥ ਜਿਹੜੇ ਦੁਨਿਆਵੀ ਤੌਰ 'ਤੇ ਹੈ, ਉਹਨਾਂ ਦੀ ਬਾਤ ਹੈ। ਜਿਹੜੇ ਗੁਰੂ ਧਾਮ ਹੈ, ਜਿੱਥੇ ਇੱਕ ਦੀ ਗੱਲ ਹੁੰਦੀ ਹੈ, ਉਹਨੂੰ ਉਸ ਸੈਂਸ ਵਿੱਚ ਤੀਰਥ ਨਹੀਂ ਆਪਾਂ ਕਹਿ ਸਕਦੇ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਤੀਰਥ ਕਿਹਾ ਜਾਂਦਾ ਸੀ। ਉੱਥੇ ਇੱਕ ਦੀ ਗੱਲ ਹੁੰਦੀ ਉਹ ਨਹੀਂ ਸੀ ਤੀਰਥਾਂ ਪਰ, ਇਸ਼ਨਾਨ ਦੀ ਉਹ ਗੱਲ ਹੁੰਦੀ ਸੀ ਜ਼ਿਆਦਾ। ਤੋ ਰੱਬ ਨੂੰ ਛੱਡ ਕੇ ਹੋਰਾਂ ਦੀ ਮਾਨਤਾ ਹੁੰਦੀ ਸੀ, ਦੇਵੀ ਦੇਵਤਿਆਂ ਦੀ। ਈਵਨ ਦਰਿਆਵਾਂ ਨੂੰ ਵੀ ਦੇਵੀਆਂ ਕਿਹਾ ਜਾਂਦਾ ਸੀ, ਗੰਗਾ ਦੀਆਂ ਆਰਤੀਆਂ ਉਤਾਰੀਆਂ ਜਾਂਦੀਆਂ ਹੁਣ ਵੀ ਈਵਨ। ਸੋ ਇਹ ਜਿਹੜੀਆਂ ਜੁਗਤਾਂ ਹੈ ਜੋਗੀਆਂ ਦੀਆਂ ਜਾਂ ਬਾਕੀ ਸੰਸਾਰ ਦੀਆਂ, ਇਹ ਗੁਰਬਾਣੀ ਨਾਲ ਮੇਲ ਨਹੀਂ ਖਾਂਦੀਆਂ। ਗੁਰਬਾਣੀ 'ਚ ਕੇਵਲ ਔਰ ਕੇਵਲ ਨਾਮ, ਨਾਨਕ ਕਹਿ ਕਰ ਕੇਵਲ ਨਾਮ। ਹਾਟੀ ਬਾਟੀ ਨੀਂਦ ਨਾ ਆਵੇ, ਪਰ ਘਰ ਚਿੱਤ ਨਾ ਡੁਲਾਈ। ਹੁਣ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਉਂਦੇ ਵੀ ਸਾਨੂੰ ਆਪਣੇ ਘਰ ਵਿੱਚ, ਰਸਤਿਆਂ ਵਿੱਚ ਅਵਿਦਿਆ ਦੀ ਨੀਂਦ ਨਹੀਂ ਆਉਂਦੀ। ਅਸੀਂ ਇਹ ਸਭ ਕੁਛ ਕਰਦੇ ਹਾਂ, ਹੱਟੀਆਂ ਬੱਟੀਆਂ 'ਚ ਰਹਿੰਦੇ ਹਾਂ, ਅਤੇ ਲੇਕਿਨ ਸਾਨੂੰ ਅਵਿਦਿਆ ਦੀ ਨੀਂਦ ਵਿੱਚ ਅਸੀਂ ਸੁੱਤੇ ਨਹੀਂ, ਅਸੀਂ ਜਾਗਦੇ ਹਾਂ। ਪਰ ਘਰ ਚਿੱਤ ਨਾ ਡੁਲਾਈ। ਦੂਜਿਆਂ ਦੇ ਘਰਾਂ ਵੱਲ ਅਸੀਂ ਦੇਖਦੇ ਨਹੀਂ, ਯਾਨੀ ਔਰਤ ਤੋਂ ਮੁਰਾਦ ਹੈ ਵੀ ਅਸੀਂ ਹੋਰ ਨੂੰ ਦੇ ਵੱਲ ਚਿੱਤ ਨਹੀਂ ਧਰਦੇ, ਆਪਣੀ ਗ੍ਰਸਤੀ ਕਰਦੇ ਹਾਂ। ਬਿਨ ਨਾਵੇਂ ਮਨ ਟੇਕ ਨਾ ਟੇਕਈ, ਨਾਨਕ ਭੂਖ ਨਾ ਜਾਈ। ਨਾਮ ਤੋਂ ਬਿਨਾਂ ਮਨ ਟਿਕ ਨਹੀਂ ਸਕਦਾ। ਮਨ ਦੇ ਵਿੱਚ ਦੁਆਇਤ ਹੈ, ਮਨ ਦੇ ਵਿੱਚ ਦੁਬਿਧਾ ਹੈ। ਇਹਨਾਂ ਦੋਹਾਂ ਕਰਕੇ ਮਨ ਨੱਚਦਾ ਰਹਿੰਦਾ, ਹਰ ਵਕਤ ਭੱਜਿਆ ਧਾਉਂਦਾ ਰਹਿੰਦਾ। ਭੁੱਖ ਨਹੀਂ ਜਾ ਸਕਦੀ ਮਨ ਦੀ। ਨਾਮ ਦੇ ਨਾਲ ਰੱਜ ਆ ਜਾਂਦਾ ਹੈ, ਤ੍ਰਿਪਤੀ ਹੋ ਜਾਂਦੀ ਹੈ। ਹਾਟ ਪੱਟਣ ਘਰ ਗੁਰੂ ਦਿਖਾਇਆ, ਸਹਿਜੇ ਸੱਚ ਵਪਾਰੋ। ਸਾਨੂੰ ਇਹ ਜਿਹੜਾ ਘਰ ਔਰ ਬਾਹਰ ਦਾ ਰਸਤਾ ਹੈ, ਸ਼ਹਿਰਾਂ ਦਾ ਰਸਤਾ ਅਤੇ ਆਪਣੇ ਘਰ ਬੈਠਣ ਦਾ, ਇਹ ਗੁਰੂ ਨੇ ਅੰਦਰੇ ਦਿਖਾ ਦਿੱਤਾ।
ਨੌ ਖੰਡ ਪ੍ਰਿਥਵੀ ਸਤਨ ਮੈਂ ਰਵਿਆ, ਨਿਮਖ ਨਿਮਖ ਨਮਸਕਾਰਾ। ਇਸ ਸਰੀਰ ਦੇ ਅੰਦਰ ਸਭ ਕੁਛ ਹੈ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੇ। ਭਗਤ ਪੀਪਾ ਜੀ। ਇਹ ਸਰੀਰ ਦੇ ਵਿੱਚ ਉਹ ਸਭ ਕੁਛ ਹੈ ਜਿਹੜਾ ਕੁਛ ਬਾਹਰ ਆਪਾਂ ਨੂੰ ਨਜ਼ਰ ਆਉਂਦਾ ਹੈ। ਔਰ ਪਾਤਸ਼ਾਹ ਫਰਮਾਉਂਦੇ ਵੀ ਅਸੀਂ ਇਸੇ ਸਹਿਜੇ ਹੀ ਇਸ ਸੱਚ ਦਾ ਵਪਾਰ ਕਰਦੇ ਹਾਂ। ਖੰਡਿਤ ਨਿਦਰਾ ਅਲਪ ਆਹਾਰੰ ਨਾਨਕ ਤਤ ਵਿਚਾਰੋ। ਥੋੜ੍ਹੀ ਜਿਹੀ ਨੀਂਦ ਲੈਂਦੇ ਅਸੀਂ, ਜ਼ਿਆਦਾ ਨਹੀਂ ਸੌਂਦੇ ਪਦਾਰਥਾਂ 'ਚ ਗਲਤਾਨ ਹੋ ਕੇ। ਭੋਜਨ ਵੀ ਉਨਾ ਕੇ ਖਾਂਦੇ ਹਾਂ ਜਿੰਨੇ ਕੁ ਬਿਨਾਂ ਗੁਜ਼ਾਰਾ ਨਹੀਂ ਹੁੰਦਾ, ਜਿਉਂਦੇ ਰਹਿਣ ਖਾਤਰ ਖਾਂਦੇ ਹਾਂ। ਵੀ ਈਟ ਟੂ ਲਿਵ, ਨੋਟ ਲਿਵ ਟੂ ਈਟ। ਉਨਾ ਕੁ ਭੋਜਨ ਖਾਂਦੇ ਹਾਂ। ਇਹ ਨਹੀਂ ਵੀ ਅਸੀਂ ਵਰਤ ਰੱਖਦੇ ਹਾਂ, ਨੋ। ਅਸੀਂ ਉਨਾ ਕੁ ਖਾਂਦੇ ਹਾਂ ਜਿੰਨੇ ਕੁ ਨਾਲ ਸਾਡਾ ਸਰੀਰ ਚੱਲਦਾ ਰਹੇ। ਇਹੀ ਤੱਤ ਵਿਚਾਰ ਹੈ। ਤੋ ਸਾਧ ਸੰਗਤ ਜੀਓ, ਇਹ ਜਿਹੜਾ ਵਿਚਾਰ ਸਿੱਧ ਗੋਸ਼ਟ ਵਿੱਚ ਵਾਰ ਵਾਰ ਜਗ੍ਹਾ ਜਗ੍ਹਾ ਆਉਣੇ ਹੈ, ਇਹ ਸਾਡੇ ਮਨ 'ਚ ਵਸ ਜਾਣ। ਵੈਸੇ ਤਾਂ ਸਿੱਖ ਦੇ ਵਸੇ ਵੇ ਉਹਨੇ ਸਿੱਖ ਹੁੰਦਾ ਹੀ ਉਹੀ ਹੈ, ਗੁਰਸਿੱਖ ਉਹੀ ਹੁੰਦਾ। ਪਰ ਅਸੀਂ ਦੇਖ ਰਹੇ ਹਾਂ ਵੀ ਸਿੱਖਾਂ ਦੀ ਹਾਲਤ ਵੀ ਕੁਛ ਬਹੁਤੀ ਚੰਗੀ ਨਹੀਂ ਹੈ ਦੂਜਿਆਂ ਨਾਲੋਂ। ਸਿੱਖ ਵੀ ਦੇਵੀ ਦੇਵਤਿਆਂ ਦੇ ਮਗਰ ਫਿਰਦਾ, ਜੋਤਸ਼ੀਆਂ ਦੇ ਮਗਰ ਫਿਰਦਾ, ਸਮਾਧਾਂ ਦੇ ਮੱਥੇ ਟੇਕਦਾ ਫਿਰਦਾ ਹੈ। ਪਤਾ ਨਹੀਂ ਕਿਆ ਕਿਆ ਕਰ ਰਿਹਾ। ਇਹ ਰਸਤਾ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ। ਕਿਉਂਕਿ ਕਉ ਬਤਾਨ ਕੋ ਪੂਜਤ ਹੈ ਪਸ, ਕਉ ਮਿਰਤਾਨ ਕੋ ਪੂਜਨ ਧਾਇਓ। ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਕਈ ਬੁੱਤਾਂ ਨੂੰ ਪੂਜੀ ਜਾਂਦੇ ਅਤੇ ਕਈ ਮਰਿਆ ਵਿਆਂ ਦੀ ਪੂਜਾ ਕਰੀ ਜਾਂਦੇ, ਮੱਥੇ ਟੇਕੀ ਜਾਂਦੇ। ਮੜੀਆਂ ਵੀ ਜਾ ਕੇ ਦੀਵੇ ਰੱਖਦੇ, ਦਿਵਾਲੀ ਦੀ ਰਾਤ ਨੂੰ ਵੀ ਦੇਖੇ ਦਾਸ ਨੇ। ਸਿੱਖ ਵੀ ਕਰਦੇ, ਦੇਖਾ ਦੇਖੀ ਸਭ ਕਰੀ ਜਾਂਦੇ। ਗੁਰੂ ਸਾਹਿਬ ਉਹਨੂੰ ਪਸ਼ੂ ਗਰਦਾਨਦੇ ਆ ਦਸ਼ਮੇਸ਼ ਜੀ। ਕੂਰ ਕਿਰਿਆ 'ਚ ਪਿਆ ਹੋਇਆ ਸਾਰਾ ਹੀ ਮੁਲਕ। ਭਗਵਾਨ ਦਾ ਭੇਦ ਨਹੀਂ ਆ ਰਿਹਾ, ਡੁਐਲਿਟੀ 'ਚ ਪਿਆ ਹੋਇਆ। ਪਸ਼ੂ ਦੱਸਿਆ ਸਾਨੂੰ, ਕਉ ਬਤਾਨਕ ਹੈ ਪੂਜਿਤ, ਕਉ ਬਤਾਨ ਕੋ ਪੂਜਿਤ ਹੈ ਪਸ। ਇਹ ਪੱਪਾ ਸੱਸੇ ਨੂੰ ਔਂਕੜ ਸ਼ਬਦ ਗੁਰਮੁਖ ਸੱਜਣੋ, ਇਹ ਹਿੰਦੀ 'ਚੋਂ ਆਇਆ। ਹਿੰਦੀ ਦੇ ਵਿੱਚ ਪਾ ਸ਼ਾ ਛੋਟਾ ਊ ਔਂਕੜ ਹੁੰਦਾ ਜਿੱਕਣ ਹਿੰਦੀ 'ਚ। ਇੱਕਣ ਲਿਖਿਆ ਜਾਂਦਾ, ਬੋਲਦੇ ਇਹਨੂੰ ਡਬਲ ਵਿੱਚ ਹੈ, ਪਸ਼ੂ ਬੋਲਦੇ। ਲਿਖਿਆ ਜਾਂਦਾ ਪਸ, ਬੋਲਦੇ ਆ ਪਸ਼ੂ। ਉਸੇ ਤਰ੍ਹਾਂ ਗੁਰਬਾਣੀ 'ਚ ਆ ਗਿਆ ਇਹ ਸ਼ਬਦ, ਫਿਰ ਗੁਰੂ ਮਹਾਰਾਜ ਨੇ ਲਿਆਂਦਾ। ਤੋ ਇਹਦਾ ਮਤਲਬ ਪਸ਼ੂ ਹੀ ਹੈ। ਪਰ ਹਿੰਦੀ 'ਚ ਕਿਉਂਕਿ ਔਂਕੜ ਨਾਲ ਛੋਟੇ ਊ ਨਾਲ ਲਿਖਿਆ ਜਾਂਦਾ ਹੈ। ਪੰਜਾਬੀ ਦੇ ਵਿੱਚ ਜਦੋਂ ਇੱਕਣ ਭਾਰੀ ਬੋਲਣਾ ਹੁੰਦਾ ਤਾਂ ਦਲੈਂਕਣ ਨਾਲ ਬੋਲਿਆ ਜਾਂਦਾ। ਪਰ ਕਿਉਂਕਿ ਔਂਕੜ ਲੱਗਿਆ ਆਪਾਂ ਇਹਨੂੰ ਪਸ ਕਹਿ ਦਿੰਦੇ ਹਾਂ। ਸ਼ਬਦ ਇਹਦਾ ਮਤਲਬ ਇਹੀ ਹੈ ਵੀ ਇਹ ਪਸ਼ੂ ਦਾ ਸ਼ਬਦ ਹੈ। ਸਾਨੂੰ ਪਸ਼ੂ ਗਰਦਾਨਿਆ ਗਿਆ। ਮਰਿਆ ਵਿਆਂ ਨੂੰ ਪੂਜਣਾ, ਬੁੱਤਾਂ ਨੂੰ ਪੂਜਣਾ, ਫੋਟੋਆਂ ਨੂੰ ਪੂਜਣਾ, ਮੂਰਤੀਆਂ ਨੂੰ ਪੂਜਣਾ, ਇਹ ਪਸ਼ੂਪਣਾ ਹੈ। ਸਤਿਕਾਰ ਕਰਨਾ ਹੋਰ ਚੀਜ਼ ਹੁੰਦਾ, ਪੂਜਣਾ ਹੋਰ ਚੀਜ਼ ਹੁੰਦੀ ਹੈ। ਆਪਾਂ ਮਿਊਜ਼ੀਅਮ ਦੇ ਵਿੱਚ, ਸਿੱਖ ਅਜਾਇਬ ਘਰਾਂ ਵਿੱਚ ਗੁਰੂ ਸਾਹਿਬ ਦੇ ਨਾਲ ਸੰਬੰਧਿਤ ਦ੍ਰਿਸ਼ ਦੇਖਦੇ ਹਾਂ, ਚਿੱਤਰ ਦੇਖਦੇ ਹਾਂ। ਸਿੰਘਾਂ ਦੇ ਬਰਖਲਾਫ, ਸਿੰਘਾਂ ਦੇ ਜਿਹੜੇ ਉਹਨਾਂ ਨੇ ਕਾਰਨਾਮੇ ਕਰੇ ਹੈ ਉਹ ਦੇਖਦੇ ਹਾਂ। ਉਹ ਸਾਡਾ ਸਤਿਕਾਰ ਹੈ ਉਹਨਾਂ ਪ੍ਰਤੀ, ਉਹ ਪੂਜਣਾ ਨਹੀਂ ਹੈ। ਪੂਜਣਾ ਕੇਵਲ ਔਰ ਕੇਵਲ ਗੁਰਬਾਣੀ ਨੂੰ, ਜਾਂ ਕਿਸੇ ਗੁਰਬਾਣੀ ਨਾਲ ਰਮੇ ਹੋਏ ਮਹਾਂਪੁਰਸ਼ ਨੂੰ। ਬਾਕੀਆਂ ਦਾ ਸਤਿਕਾਰ, ਸਤਿਕਾਰ ਤਾਂ ਸਾਧ ਸੰਗਤ ਜੀ ਉਹ ਗੁਰੂ ਸਾਹਿਬ ਨੇ ਦੇਵੀ ਦੇਵਤਿਆਂ ਦਾ ਵੀ ਕਰਿਆ ਹੈ, ਔਰ ਅਵਤਾਰੀ ਪੁਰਸ਼ਾਂ ਦਾ ਵੀ ਕਰਿਆ, ਕਰਨਾ ਵੀ ਚਾਹੀਦਾ। ਕਿਉਂਕਿ ਆਫਟਰ ਆਲ ਕਿਸੇ ਫਿਰਕੇ ਦੇ ਉਹ ਪੂਜਨੀਕ ਹੈ। ਬੇਸ਼ੱਕ ਸਿੱਖਾਂ ਵਾਸਤੇ ਨਹੀਂ, ਪਰ ਕਿਸੇ ਦੇ ਤਾਂ ਹੈ ਨਾ। ਇਸ ਕਰਕੇ ਪੂਜਣਾ ਨਹੀਂ ਹੈ, ਲੇਕਿਨ ਸਤਿਕਾਰ ਜ਼ਰੂਰ ਕਰਨਾ ਹੈ। ਕੋਈ ਅਪਸ਼ਬਦ ਨਹੀਂ ਬੋਲਣਾ ਉਹਨਾਂ ਬਾਰੇ 'ਚ, ਕੋਈ ਐਸੀ ਗੱਲ ਕਦੇ ਨਹੀਂ ਕਰਨੀ। ਕਈ ਸਿੱਖ ਅਣਭੋਲਪਣੇ 'ਚ ਕਰ ਵੀ ਜਾਂਦੇ, ਐਕਣ ਨਹੀਂ ਹੈ। ਮਿੱਠਾ ਹੀ ਬੋਲਣਾ ਹੈ, ਫਿੱਕਾ ਨਹੀਂ ਬੋਲਣਾ ਕਦੇ ਵੀ। ਮਿੱਠਾ ਬੋਲ ਕੇ ਵੀ ਉਹੀ ਗੱਲ ਕਹਿ ਹੋ ਜਾਂਦੀ ਹੈ, ਫਿੱਕਾ ਬੋਲ ਕੇ ਵੀ ਉਹਦੇ ਨਾਲ ਕੜੱਤਣ ਵੱਧਦੀ ਹੈ, ਦੂਜੇ ਦਾ ਦਿਲ ਟੁੱਟਦਾ। ਤੋ ਜਿਹੜਾ ਹਿਰਦਾ ਤੋੜਨਾ ਕਿਸੇ ਦਾ, ਉਹ ਗੱਲ ਨੂੰ ਗੁਰਬਾਣੀ ਅਲਾਓ ਨਹੀਂ ਕਰਦੀ। ਠਾਣ ਮੂਲ ਮਚੰਗਵਾਂ ਬਾਬਾ ਫਰੀਦ ਜੀ ਨੇ ਕਿਹਾ, ਫਰੀਦਾ ਜੇ ਤਾਂ ਉਹ ਪਿਰੀਆ ਦੀ ਸਿੱਖ ਹਿਆਓ ਨਾ ਠਾਹੇ ਕਹੀਦਾ। ਕਿਸੇ ਦਾ ਦਿਲ ਨਾ ਤੋੜੀ ਜੇ ਤੈਨੂੰ ਰੱਬ ਚਾਹੁੰਦਾ ਤੂੰ। ਇਸ ਕਰਕੇ ਸਿੱਖ ਨੇ ਫਿੱਕਾ ਨਹੀਂ ਬੋਲਣਾ, ਸੱਚ ਜ਼ਰੂਰ ਬੋਲਣਾ, ਸੱਚ ਕਹਿਣਾ ਹੈ। ਸੱਚ ਵਿੱਚ ਔਰ ਫਿੱਕਾ ਬੋਲਣ 'ਚ ਬੜਾ ਅੰਤਰ ਹੁੰਦਾ ਹੈ। ਸ਼ਬਦਾਂ ਦਾ ਹੀ ਅੰਤਰ ਹੁੰਦਾ,
ਕਿਸੇ ਨੂੰ ਉਹਦੇ ਪਿਤਾ ਜੀ ਕਹਿ ਦੇਣਾ ਅਤੇ ਕਿਸੇ ਨੂੰ ਉਹਦੀ ਮਾਂ ਦਾ ਖਸਮ ਕਹਿ ਦੇਣਾ, ਸ਼ਬਦਾਂ ਦਾ ਅਰਥ ਤਾਂ ਇੱਕੋ ਹੀ ਹੈ, ਪਰ ਦੋਹਾਂ ਦੇ ਵਿੱਚ ਇੰਨਾ ਅੰਤਰ ਹੈ ਵੀ ਇੱਕ ਪਾਸੇ ਅੱਗ ਲੱਗਦੀ ਹੈ, ਇੱਕ ਪਾਸੇ ਸਤਿਕਾਰ ਹੁੰਦਾ ਹੈ। ਸੋ ਸ਼ਬਦ ਨਹੀਂ ਕਦੇ ਵੀ ਬੁਰੇ ਬੋਲਣੇ, ਸੱਚ ਜ਼ਰੂਰ ਬੋਲਣਾ ਹੈ। ਤੋ ਦਿਓ ਆਗਿਆ ਸਾਧ ਸੰਗਤ ਜੀਓ, ਇਹ ਵਿਚਾਰ ਅੱਗੇ ਚੱਲਣੀ ਹੈ ਨਿਰੰਤਰ। ਸਿੱਧ ਗੋਸ਼ ਦੀ ਵਾਰ ਵਾਰ ਦਸਰਾ ਵਿਚਾਰ ਕਰਦਾ ਵੀ ਇਹ ਸਾਡੇ ਅੰਦਰ ਵਸਣੀ ਚਾਹੀਦੀ ਹੈ। ਜਦੋਂ ਵਸ ਗਈ ਤਾਂ ਸਾਡਾ ਮਨ ਕਿਸੇ ਪਾਸੇ ਡੋਲੂਗਾ ਨਹੀਂ, ਇੱਕ ਦੇ ਉੱਤੇ ਟੇਕ ਆ ਜਾਊਗੀ। ਕਿ ਗੁਰੂ ਕਿਹਾ ਹੋਇਆ ਬਾਣੀ, ਜੇ ਸਾਡੇ ਅੰਦਰ ਇੱਕ ਦੀ ਟੇਕ ਨਾ ਲਿਆਂਦੀ ਇਹਨੇ, ਆਏਗੀ, ਬਿਲਕੁਲ ਆ ਜਾਂਦੀ ਹੈ। ਤੋ ਸਾਨੂੰ ਸਿਰਫ ਔਰ ਸਿਰਫ ਗੁਰਬਾਣੀ ਦੀ ਵਿਚਾਰ ਨਾਲ ਜੁੜਨਾ ਹੈ। ਜੇ ਆਪਾਂ ਇਹ ਕਹੀਏ ਵੀ ਗੁਰਬਾਣੀ ਨਾਲ ਜੁੜਨਾ ਹੈ, ਗੱਲ ਤਾਂ ਇਹ ਵੀ ਠੀਕ ਹੈ, ਪਰ ਇਹਦੇ 'ਚ ਭੇਦ ਹੈ। ਫਿਰ ਗੁਰਬਾਣੀ ਨਾਲ ਜੁੜਨਾ ਅੱਛੀ ਬਾਤ ਹੈ, ਪਰ ਉਹਦੇ ਵਿੱਚ ਭੇਦ ਇਹ ਹੈ ਵੀ ਗੁਰਬਾਣੀ ਦੀ ਵਿਚਾਰ ਨਾਲ ਜੁੜਨਾ। ਜੇ ਗੁਰਬਾਣੀ ਦੇ ਪਾਠ ਕਰ ਲਏ ਕਰਾ ਲਏ, ਲੇਕਿਨ ਕੰਮ ਕਰੇ ਦੂਜੇ ਡੁਐਲਿਟੀ ਵਾਲੇ, ਫਿਰ ਸਾਡੇ ਸਾਹਮਣੇ ਸਿੱਖਾਂ ਦੇ ਵਿੱਚ ਹੋ ਵੀ ਰਿਹਾ 80-90% ਇਹੀ ਕੁਛ। ਕਿਵੇਂ ਕਹੂੰਗੇ ਵੀ ਗੁਰਬਾਣੀ ਨਾਲ ਜੁੜ ਗਏ? ਬੇਸ਼ੱਕ ਉੱਪਰੋਂ ਲੱਗ ਰਿਹਾ ਵੀ ਅਸੀਂ ਪਾਠ ਪਠਨ ਕਰ ਵੀ ਰਹੇ, ਕਰਵਾ ਵੀ ਰਹੇ। ਸੋ ਵਿਚਾਰ ਦੇ ਨਾਲ ਜੁੜਨਾ ਹੈ, ਗੁਰੂ ਦਾ ਜਿਹੜਾ ਖਿਆਲ ਹੈ, ਗੁਰੂ ਦੀ ਜਿਹੜਾ ਉਪਦੇਸ਼ ਹੈ, ਉਹਦੇ ਨਾਲ ਜੁੜਨਾ ਹੈ। ਹਾਟੀ ਬਾਟੀ ਰਹਿੰਦੇ ਹੋਏ, ਹੱਟ ਪੱਟਣ ਵਿੱਚ ਰਹਿੰਦੇ ਹੋਏ ਉਹਦੇ ਨਾਲ ਜੁੜਨਾ ਹੈ। ਆਪਣੇ ਮਨ ਨੂੰ ਸਥਿਰ ਰੱਖਣਾ ਆਪਣੇ ਘਰ ਦੇ ਵਿੱਚ, ਵਾਸਨਾਵਾਂ ਨੂੰ ਖਿੰਡਣ ਨਹੀਂ ਦੇਣਾ, ਦੂਜੇ ਘਰ ਵੱਲ ਝਾਕਣਾ ਨਹੀਂ। ਇਹੀ ਸਾਡਾ ਹੱਠ ਹੈ, ਇਹੀ ਸਾਡਾ ਸਭ ਕੁਛ ਹੈ। ਹੱਠ ਨੂੰ ਗੁਰਬਾਣੀ 'ਚ ਪ੍ਰਵਾਨ ਨਹੀਂ ਕਰਿਆ ਗਿਆ, ਲੇਕਿਨ ਜਿਹੜਾ ਇੱਕ ਉੱਦਮ ਕਰਨਾ ਹੈ ਕਿਸੇ ਚੀਜ਼ ਬਾਰੇ, ਉਹ ਹੱਠ ਨਹੀਂ ਹੁੰਦਾ। ਸਵੇਰੇ ਉੱਠਣ ਦੀ ਜਿਹੜੀ ਬਾਤ ਹੈ ਉਹ ਹੱਠ 'ਚ ਨਹੀਂ ਹੈ, ਉੱਦਮ ਹੈ। ਹੱਠ ਹੁੰਦਾ ਹੈ ਜਦੋਂ ਆਪਾਂ ਇੰਦਰੀਆਂ ਨੂੰ ਰੋਕ ਕੇ ਕੋਈ ਕਰਮ ਕਰਦੇ ਹਾਂ। ਜਿਵੇਂ ਜੋਗੀ ਜਦੋਂ ਬੈਠਦੇ ਆ ਨਾ ਆਪਣੇ ਆਸਣ 'ਚ, ਕੰਨਾਂ ਨੂੰ ਤਾਂ ਉਂਗਲੀਆਂ ਨਾਲ ਬੰਦ ਕਰ ਲੈਂਦੇ ਆ, ਨੱਕ ਨੂੰ ਦੋਹਾਂ ਨੂੰ ਅੰਗੂਠੇ ਔਰ ਉਂਗਲੀ ਨਾਲ, ਅੱਖਾਂ ਨੂੰ ਵੈਸੇ ਬੰਦ ਕਰ ਲੈਂਦੇ ਹਾਂ। ਚੱਪਲ ਮਾਰ ਕੇ ਜਿਹੜੇ ਸਾਡੇ ਨਿਕਾਸ ਦੇ ਸਥਾਨ ਹੈ, ਗੁਦਾ ਔਰ ਲਿੰਗ, ਉਹਨਾਂ ਨੂੰ ਪੈਰ ਦੇ ਅੰਗੂਠੇ ਨਾਲ ਬੰਦ ਕਰ ਲੈਂਦੇ ਹੋ। ਇਹ ਹੱਠ ਹੈ, ਇੰਦਰੀਆਂ ਨੂੰ ਜ਼ਬਰਦਸਤੀ ਰੋਕਣਾ। ਗੁਰੂ ਮੱਤ ਇਹ ਹੈ ਵੀ ਮਨ ਨੂੰ ਸਮਝਾਓ, ਇਹਨਾਂ ਨੂੰ ਆਪੇ ਇਹਨਾਂ ਨੇ ਹਟ ਜਾਣਾ, ਕਿਉਂਕਿ ਇਹਨਾਂ ਦੀਆਂ ਲਗਾਮਾਂ ਮਨ ਕੋਲ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ। ਜਦ ਮਨ ਸਮਝ ਗਿਆ ਇਹਨਾਂ ਨੇ ਆਪੇ ਹਟ ਜਾਣਾ। ਜਿੰਨਾ ਚਿਰ ਮਨ ਨਹੀਂ ਸਮਝਦਾ, ਇਹਨਾਂ ਨੂੰ ਜੋ ਮਰਜ਼ੀ ਕਰੀ ਜਾਓ, ਇਹਨਾਂ ਨੇ ਆਪਣਾ ਅਸਲਾ ਫੇਰ ਦਿਖਾ ਦੇਣਾ। ਰੋਕ ਕੇ ਘੰਟਾ 2 ਘੰਟੇ ਹੱਠ ਨਾਲ ਸਾਧਨਾ ਵੀ ਕਰ ਲਓ, ਮਨ ਠੀਕ ਨਹੀਂ ਹੈ, ਮਨ ਨੇ ਫੇਰ ਭਟਕ ਜਾਣਾ। ਇਹਨਾਂ ਨੇ ਮਨ ਦੇ ਨਾਲੇ ਫੇਰ ਉੱਡ ਜਾਣਾ ਆਲੇ ਦੁਆਲੇ ਨੂੰ, ਕਿਉਂਕਿ ਮਨ ਹੈ ਜਿਹੜਾ ਉਹ ਅਸਲ 'ਚ ਇਹਨਾਂ ਨੂੰ ਕੰਟਰੋਲ ਕਰਨ ਵਾਲਾ। ਮਨ ਜਿਹੜੇ ਪੰਜੇ ਗਿਆਨ ਇੰਦਰੀ, ਇਹਨਾਂ ਦੀਆਂ ਲਗਾਮਾਂ ਮਨ ਦੇ ਕੋਲ ਹੈ। ਮਨ ਚੱਲਦਾ ਹੈ ਬੁੱਧੀ ਨਾਲ, ਅਤੇ ਬੁੱਧੀ ਫਿਰ ਜੇ ਤਾਂ ਹੋਵੇ ਵਿਵੇਕ, ਫਿਰ ਤਾਂ ਇਹ ਸਭ ਕੁਝ ਠੀਕ ਹੋ ਜਾਊਗਾ, ਅਦਰਵਾਈਜ਼ ਨਹੀਂ ਹੁੰਦਾ। ਕਿਉਂਕਿ ਬੁੱਧੀ ਆਪਣੇ ਆਪੇ ਪੋਲਿਊਟਡ ਹੈ ਸਾਡੀ, ਹੋਛਾ ਗਿਆਨ ਹੈ ਸੰਸਾਰੀ, ਉਹਦੇ ਨਾਲ ਮਨ ਕਦੇ ਵੱਸ 'ਚ ਨਹੀਂ ਆਉਂਦਾ। ਵਿਵੇਕ ਗਿਆਨ ਤੋਂ ਬਿਨਾਂ ਮਨ ਨਹੀਂ ਬੰਨ੍ਹਿਆ ਜਾ ਸਕਦਾ। ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਇਹ ਗਿਆਨ ਜਿਹੜਾ ਦੁਨਿਆਵੀ ਹੈ, ਇਹਦੇ ਨਾਲ ਨਹੀਂ ਬੰਦ ਹੁੰਦਾ। ਇੱਥੇ ਫੇਰ ਵਾਲ ਹੈ ਗੁਰਬਾਣੀ ਦੀ ਤੁਕ ਵਿੱਚ, ਵਿਵੇਕ ਗਿਆਨ ਮਨ ਨੂੰ ਬੰਨ੍ਹਦਾ ਹੈ। ਤੋ ਗੁਰਬਾਣੀ ਨੂੰ ਇਸੇ ਕਰਕੇ ਸੰਗਤ ਦੇ ਵਿੱਚ ਰਿੜਕਣਾ ਹੁੰਦਾ ਹੈ, ਸਮਝਣਾ ਹੁੰਦਾ ਹੈ, ਸਾਨੂੰ ਪੂਰਾ ਕੰਸੈਪਟ ਸਮਝ ਆ ਜਾਏ। ਜੇ ਆਪਾਂ ਹੁਣ ਇਹ ਸਮਝੀਏ ਵੀ ਗਿਆਨ ਕਾ ਬੱਧਾ ਮਨ ਰਹੇ, ਗੁਰਬਾਣੀ ਫਰਮਾਉਂਦੀ ਹੈ ਵੀ ਗਿਆਨ ਇਕੱਠਾ ਕਰ ਲਓ। ਗਿਆਨ ਤਾਂ ਬਹੁਤ ਦੁਨੀਆ ਇਕੱਠਾ ਕਰੀ ਫਿਰਦੀ ਅੱਜ ਕੱਲ੍ਹ, ਇੰਨੀਆਂ PhDs ਕਰੀਆਂ ਹੋਈਆਂ ਲੋਕਾਂ ਨੇ, ਗਿਆਨ ਵਿੱਤਾ ਉਹ ਬੋਲਣ ਨਹੀਂ ਦਿੰਦੇ ਕਿਸੇ ਨੂੰ ਵੀ, ਲੇਕਿਨ ਮਨ ਕੰਟਰੋਲ ਹੁੰਦਾ ਨਹੀਂ ਉਹਦੇ ਨਾਲ। ਵਿਵੇਕ ਨਾਲ ਹੋਊਗਾ, ਵਿਵੇਕ ਗਿਆਨ ਨਾਲ। ਸੋ ਇਸ ਕਰਕੇ ਸੰਗਤ ਦੀ ਲੋੜ ਹੈ, ਗੁਰਮੁਖ ਦੀ ਲੋੜ ਹੈ। ਸਾਨੂੰ ਸਮਝ ਆ ਜਾਏ, ਸਾਡੇ ਅੰਦਰ ਵਸ ਗਏ, ਜਦੋਂ ਵਸ ਗਿਆ ਤਾਂ ਮਨ ਨੇ ਕੰਟਰੋਲ ਹੋਣਾ ਹੀ ਹੋਣਾ। ਫਿਰ ਗੁਰਬਾਣੀ ਦੀ ਜਿਹੜੀ ਜੁਗਤ ਹੈ ਉਹ ਆਪੇ ਵਰਤ ਜਾਣੀ। 1-2 ਕਦਮ ਸਾਨੂੰ ਚੱਲਣਾ ਪੈਣਾ, ਬਾਕੀ ਦਾ ਗੁਰੂ ਨੇ ਆਪੇ ਹੀ ਕਰ ਦੇਣਾ। ਕੋਈ ਅਪਸ਼ਬਦ ਦੀ ਖਿਮਾ ਦਿਓ ਅਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਾਧ ਸੰਗਤ ਜੀਓ, ਬਿਨ ਨਾਵੈ ਮਨ ਟੇਕ ਨਾ ਟਿਕਈ, ਨਾਨਕ ਭੂਖ ਨਾ ਜਾਏ। 2 ਸ਼ਬਦ ਹੈ ਗੁਰਬਾਣੀ 'ਚ ਆਉਂਦੇ, ਇੱਕ ਸੰਤੋਖਣਾ ਅਤੇ ਇੱਕ ਤ੍ਰਿਪਤਣਾ। ਸੰਤੋਖ ਔਰ ਤ੍ਰਿਪਤੀ, ਇਹਦਾ ਜਵਾਬ ਗੁਰਬਾਣੀ 'ਚ ਦਿੱਤਾ ਗਿਆ।
ਮਨ ਸੰਤੋਖਿਆ ਦੂਜਾ ਭਾਉ ਗਵਾਏ। ਜਦੋਂ ਡੁਐਲਿਟੀ ਚੋਂ ਹਟ ਕੇ ਏਕੇ 'ਚ ਆ ਜਾਏਗਾ ਬੰਦਾ, ਮਨ ਨੇ ਸੰਤੋਖ ਹੋ ਜਾਣਾ। ਅਜੇ ਤ੍ਰਿਪਤੀ ਨਹੀਂ ਹੋਣੀ। ਤ੍ਰਿਪਤੀ ਇਸ ਤੋਂ ਅਗਲਾ ਸ਼ਬਦ ਹੈ। ਤ੍ਰਿਪਤੀ ਹੁੰਦੀ ਹੈ ਮਨ ਤ੍ਰਿਪਤ ਹੈ ਹਰ ਨਾਮ ਧਿਆਏ। ਮਨ ਤ੍ਰਿਪਤਿਆ ਹਰ ਨਾਮ ਧਿਆਏ। ਧਿਆਉਣਾ ਮਸਟ ਹੈ। ਧਿਆਉਣੇ ਤੋਂ ਬਿਨਾਂ, ਸਿਮਰਨ ਤੋਂ ਬਿਨਾਂ ਮਨ ਤ੍ਰਿਪਤ ਨਹੀਂ ਹੁੰਦਾ। ਸੰਤੋਖ ਤਾਂ ਹੋ ਜਾਂਦਾ ਦੂਜਾ ਭਾਗ ਆ ਕੇ ਵੀ। ਹੁਣ ਇਹਨੂੰ ਆਪਾਂ ਅੰਗਰੇਜ਼ੀ ਦੀ ਸਹਾਇਤਾ ਨਾਲ ਸਮਝੀਏ, ਦੋਵਾਂ ਦੇ 'ਚ ਅੰਤਰ ਕਿਆ ਹੈ। ਇੱਕ ਹੁੰਦੀ ਹੈ ਕੰਟੈਂਟਮੈਂਟ, ਇੱਕ ਹੁੰਦੀ ਹੈ ਸੈਟਿਸਫੈਕਸ਼ਨ। ਕੰਟੈਂਟਮੈਂਟ ਹੁੰਦੀ ਹੈ ਵੀ ਜੋ ਕੁਛ ਕੋਲ ਹੈ ਬਹੁਤ ਹੈ, ਸਬਰ ਹੈ, ਸੰਤੋਖ ਹੈ। ਤੇ ਜਿਹੜਾ ਤ੍ਰਿਪਤਣਾ ਉਹ ਹੁੰਦਾ ਜੇ ਕੋਲ ਨਹੀਂ ਵੀ ਹੈ ਤਾਂ ਵੀ ਰੱਜਿਆ ਵਾ ਹੁੰਦਾ, ਭਟਕਦਾ ਨਹੀਂ ਫਿਰ ਹੈ। ਉਹ ਨਾਮ ਤੋਂ ਬਿਨਾਂ ਨਹੀਂ ਹੋਣਾ ਹੈ। ਦੂਜਾ ਭਾਅ ਜਿਹੜਾ ਗਾਉਣਾ ਉਹ ਸ਼ਬਦ ਨਾਲ ਹੋ ਜਾਂਦਾ ਹੈ, ਗੁਰਬਾਣੀ ਨਾਲ ਹੋ ਜਾਂਦਾ ਹੈ। ਪਰ ਜਿਹੜਾ ਤ੍ਰਿਪਤਣਾ ਮਨ ਦਾ ਉਹ ਨਾਮ ਤੋਂ ਬਿਨਾਂ ਨਹੀਂ ਹੋਣਾ। ਜਦੋਂ ਬਾਣੀ ਦੇ ਰਾਹੀਂ ਨਾਮ ਚੱਲੇਗਾ, ਗੁਰਬਾਣੀ ਵਰਤੀ ਜਗ ਅੰਤਰ, ਇਸ ਬਾਣੀ ਤੇ ਹਰ ਨਾਮ ਪਾਇੰਦਾ। ਜਦੋਂ ਬਾਣੀ ਤੋਂ ਨਾਮ ਚੱਲੂਗਾ ਅੰਦਰ, ਤ੍ਰਿਪਤੀ ਉਦੋਂ ਹੋਣੀ ਹੈ। ਤੋ ਇੱਕ ਇੱਕ ਸ਼ਬਦ ਗੁਰਬਾਣੀ ਦਾ ਬਹੁਤ ਬੇਸ਼ਕੀਮਤੀ ਹੈ। ਉਹਨੂੰ ਸਮਝਣ ਖਾਤਰ ਸੰਗਤ ਵਿੱਚ ਰਿੜਕਣ ਦੀ ਲੋੜ ਬਹੁਤ ਹੁੰਦੀ ਹੈ। ਆਪਣੀ ਬੁੱਧੀ ਨਾਲ ਅਗਰ ਅਸੀਂ ਪੜ੍ਹਾਂਗੇ ਗੁਰਬਾਣੀ ਨੂੰ, ਨਹੀਂ ਸਮਝ ਆਏਗੀ ਨਾ ਸ਼ਬਦਾਂ ਦੀ, ਇੱਕ ਵੀ ਸ਼ਬਦ ਦੀ ਸਮਝ ਨਹੀਂ ਆਏਗੀ। ਬਹੁਤ ਗਹਿਰਾ ਗਿਆਨ ਗੁੰਫਿਆ ਹੋਇਆ ਇੱਕ ਇੱਕ ਸ਼ਬਦ ਦੇ ਵਿੱਚ। ਗੁਰੂ ਸਾਹਿਬ ਨੇ ਉਹ ਸ਼ਬਦ ਤਾਂ ਕਹਿ ਦਿੱਤਾ, ਪਰ ਉਹਦੀ ਵਿਆਖਿਆ ਤਾਂ ਬਹੁਤ ਘੱਟ ਕਰੀ ਹੈ। ਜੇ ਕਰੀਏ ਤਾਂ ਗੁਰਬਾਣੀ 'ਚ ਕਰੀਏ। ਉਹ ਉੱਥੇ ਜਿੱਥੇ ਵਿਆਖਿਆ ਹੁੰਦੀ ਹੈ ਉਹ ਵੀ ਬੜਾ ਗੁੰਝਲ ਹੁੰਦੀ ਹੈ ਸਮਝਣ ਵਿੱਚ। ਇਸੀ ਕਰਕੇ ਕਿਸੇ ਗੁਰਮੁਖ ਦੀ ਲੋੜ ਔਰ ਸੰਗਤ ਦੀ ਲੋੜ ਪੈਂਦੀ ਹੈ। ਸੰਗਤ ਵਿੱਚ ਰਮੇ ਹੋਏ ਪੁਰਸ਼ ਜਿਹੜੇ ਹੁੰਦੇ ਉਹਨਾਂ ਨੂੰ ਸਮਝ ਆਉਂਦੀ, ਉਹ ਸਮਝਾ ਦਿੰਦੇ ਵੀ ਸੰਤੋਖ ਵਿੱਚ ਔਰ ਤ੍ਰਿਪਤਣੇ 'ਚ ਕਿਆ ਅੰਤਰ ਹੈ ਭਾਈ। ਦੂਜਾ ਭਾਅ ਗਵਾ ਲੈਣਾ ਬਹੁਤ ਵਧੀਆ ਗੱਲ ਹੈ, ਸੌਖਾ ਨਹੀਂ ਜਾਂਦਾ ਦੂਜਾ ਭਾਅ। ਸਿੱਖਾਂ ਦੇ ਅੰਦਰ ਵੀ ਨਹੀਂ ਜਾ ਰਿਹਾ। 90% ਲੋਕ ਦੂਜੇ ਨੂੰ ਪੂਜ ਰਹੇ ਹੁਣ ਵੀ, ਏਕੇ ਨੂੰ ਛੱਡ ਕੇ। ਇਹ ਵੀ ਬੜੀ ਗੱਲ ਹੈ, ਜੇ ਗੁਰੂ ਮਹਾਰਾਜ ਕਿਰਪਾ ਕਰ ਦੇਵੇ ਇਹ ਸ਼ਬਦ ਦੇ ਨਾਲ ਹੋ ਜਾਏਗਾ। ਗੁਰਬਾਣੀ ਛੱਡ ਦਿੰਦੀ ਹੈ, ਛਡਵਾ ਦਿੰਦੀ ਹੈ ਦੂਜੇ ਭਾਅ ਨੂੰ। ਪਰ ਜੇ ਇਸ ਤੋਂ ਵੱਧ ਕਿਰਪਾ ਫਿਰ ਹੋ ਜਾਏ, ਨਾਮ ਦੀ ਪ੍ਰਾਪਤੀ ਹੋ ਜਾਏ, ਫਿਰ ਮਨ ਤ੍ਰਿਪਤ। ਫਿਰ ਇੰਨਾ ਤ੍ਰਿਪਤ ਜਾਂਦਾ ਵੀ ਚਾਹੇ ਆਰੇ ਹੇਠ ਵੀ ਬਿਠਾ ਦਿਓ ਤਾਂ ਵੀ ਕੋਈ ਫਰਕ ਨਹੀਂ ਪੈਂਦਾ, ਡਰ ਵੀ ਨਿਕਲ ਜਾਂਦਾ। ਜੇ ਭੁੱਖਾ ਵੀ ਰਹਿੰਦਾ 2 ਦਿਨ 4 ਦਿਨ ਨਹੀਂ ਵੀ ਅੰਨ ਮਿਲਦਾ ਤਾਂ ਵੀ ਗੁਜ਼ਾਰਾ ਕਰ ਲੂਗਾ। ਛੋਲੇ ਖਾ ਕੇ ਵੀ ਘੋੜਿਆਂ ਦੀਆਂ ਕਾਠੀਆਂ ਪਰ ਵੀ ਗੁਜ਼ਾਰਾ ਕਰ ਲੂਗਾ। ਨਹੀਂ ਵੀ ਛੱਤ ਹੈਗੀ ਹੈ, ਬਾਹਰ ਰੜੇ ਮੈਦਾਨ 'ਚ ਬੈਠ ਕੇ ਬੈਠਾ ਰਹੂਗਾ, ਭੁੱਖਾ ਥਿਆਇਆ ਵੀ ਬੈਠਾ ਰਹੂਗਾ। ਮਨ ਤ੍ਰਿਪਤ ਹੋ ਜਾਂਦਾ ਨਾਮ ਨਾਲ, ਨਾਮ ਚੱਲਦਾ ਰਹੂਗਾ। ਤੋ ਇਹ ਵਿਚਾਰ ਕੱਲੇ ਕੱਲੇ ਸ਼ਬਦ ਦੀ ਇਸ ਤਰ੍ਹਾਂ ਕਰੀ ਜਾਵੇ ਸੰਗਤ ਦੇ ਵਿੱਚ, ਫਿਰ ਗੁਰਬਾਣੀ ਦੀ ਸਮਝ ਆ ਸਕਦੀ ਹੈ। ਅਦਰਵਾਈਜ਼ ਮੁਸ਼ਕਲ ਹੈ। ਠੀਕ ਹੈ, ਗੁਰਬਾਣੀ ਪੜ੍ਹਨਾ ਵਿਅਰਥ ਤਾਂ ਨਹੀਂ ਜਾਂਦਾ। ਜਿਹੜਾ ਘੜਾ ਰੋਜ਼ ਮੌਣ ਪਰ ਜਾਂਦਾ ਹੈ ਖੂਦੀ ਪਰ, ਜਿੱਥੇ ਘੜਾ ਰੱਖਦੀਆਂ ਹੁੰਦੀਆਂ ਬੀਬੀਆਂ ਆਮ ਤੌਰ 'ਤੇ, ਉੱਥੇ ਡਗੂਨ ਪੈ ਜਾਂਦਾ। ਤੋ ਜਦੋਂ ਬਾਣੀ ਰੋਜ਼ ਪ੍ਰਤੀ ਪੜ੍ਹਾਂਗੇ, ਸੁਣਾਂਗੇ, ਵਿਚਾਰਾਂਗੇ ਤਾਂ ਡਗੂਨ ਪਏਗਾ ਮਨ ਵਿੱਚ। ਮਨ ਨੂੰ ਆਟ ਹੋਊਗੀ ਵੀ ਹਾਂ ਕੁਛ ਹੋਰ ਚੀਜ਼ ਹੈ, ਦੂਜਾ ਪੱਖ ਵੀ ਹੈ, ਸੰਸਾਰ ਦਾ ਉਲਟ ਵੀ ਹੈ, ਕੁਛ ਗੱਲ ਹੋਰ ਰੂਹਾਨੀਅਤ ਵੀ ਹੈ। ਸੋ ਸਾਧ ਸੰਗਤ ਜੀ, ਪਰ ਜੇ ਪੂਰਾ ਲਾਹਾ ਲੈਣਾ ਹੈ, ਪੂਰਾ ਫਾਇਦਾ ਲੈਣਾ ਹੈ, ਤਾਂ ਫਿਰ ਗੁਰਬਾਣੀ ਦੇ ਨਾਲ ਵਿੱਚ ਵੜਨਾ ਪੈਣਾ, ਗੁੱਚੀ ਮਾਰਨੀ ਪਊਗੀ, ਚੁੱਭੀ ਲਾਉਣੀ ਪਊਗੀ। ਉਹ ਚੁੱਭੀ ਸੰਗਤ ਵਿੱਚ ਵੱਜਣੀ ਹੈ। ਜਦੋਂ ਵਿਕਾਰ ਸਤਾਉਣਗੇ, ਕਿਸੇ ਵੀ ਬੰਦੇ ਨੂੰ ਸਤਾਉਂਦੇ ਆ ਤਾਂ ਜਿਵੇਂ ਜਾਨਵਰ ਜੰਗਲ 'ਚ ਅੱਗ ਲੱਗਦੀ ਹੈ ਤਾਂ ਜੰਗਲ ਦੇ 'ਚ ਕਿਸੇ ਟੋਭੇ 'ਚ ਜਾ ਵੜਦੇ, ਉਹ ਪਾਣੀ ਹੁੰਦਾ ਜਿੱਥੇ। ਐਸੇ ਤਰੀਕੇ ਨਾਲ ਜਦੋਂ ਵਿਕਾਰ ਸਤਾਉਂਦੇ ਆ ਤਾਂ ਸੰਗਤ ਵਿੱਚ ਚਲੇ ਜਾਓ। ਸੰਗਤ ਗੁਫਾ ਹੈ, ਉੱਥੇ ਚਾਰ ਚਫੇਰੇ ਤੋਂ ਵਿਕਾਰਾਂ ਤੋਂ ਨਿਵਰਤੀ ਹੋ ਜਾਂਦੀ ਹੈ। ਕੋਈ ਅਪਸ਼ਬਦ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।